ਕਿ ਇੱਕ ਪੰਜਾਬੀ ਦੇ ਨਾਂ ਦੇ ਉੱਤੇ ਇੱਕ ਸੜਕ ਦਾ ਨਾਮ ਜਿਹੜਾ ਉਹ ਰੱਖਿਆ ਗਿਆ ਵਿਨੀਪੈਗ ਦੇ ਵਿੱਚ। ਜਿਸ ਤਰੀਕੇ ਨਾਲ ਜਸਨ ਟੂਡੋ ਹੋਣਾ ਨਾਲ ਤੁਹਾਡੇ ਰਿਸ਼ਤੇ ਨੇ, ਮੈਂ ਖੁਦ ਦੇਖਿਆ ਕਿ ਤੁਹਾਡੇ ਕੋਲ ਖੁਦ ਤੋਂ ਚੱਲ ਕੇ ਆਉਂਦੇ ਨੇ ਜੀ। ਬੱਚੇ ਮੇਰੇ ਪਹਿਲੀ ਵਾਰੀ ਜਦੋਂ ਮੈਂ ਇਲੈਕਸ਼ਨ ਖੜਿਆ ਹੋਇਆ, ਬੇਟਾ ਮੇਰਾ 5 ਸਾਲ ਦਾ ਸੀ, ਬੇਟੀ ਮੇਰੀ 2 ਸਾਲ ਦੀ ਸੀ ਜੀ। ਕਿਸੇ ਨੇ ਮੇਰੀ ਬੇਟੀ ਨੂੰ ਪੁੱਛਿਆ ਵੀ ਤੇਰੇ ਡੈਡ ਦਾ ਕੀ ਨਾਂ ਹੈ, ਕਹਿੰਦੀ ਲਿਬਰਲ MLA। ਅੱਛਾ। ਸਭ ਤੋਂ ਪਹਿਲਾਂ ਇਹ ਦੱਸੋ ਕਿ ਤੁਸੀਂ ਕੈਨੇਡਾ ਦੀ ਧਰਤੀ ਤੇ ਕਦੋਂ ਆਏ ਸੀ, ਇਕੱਲੇ ਆਏ ਸੀ, ਪਰਿਵਾਰ ਨਾਲ ਆਏ ਸੀ, ਤੇ ਨਾਲ ਕੀ ਲੈ ਕੇ ਆਏ ਸੀ? ਕਿਸਮਤ ਦੀ ਗੱਲ ਕਿ ਉਸ ਟਾਈਮ ਦੇ ਵਿੱਚ ਕਿ ਜਿਹੜਾ ਵਿਨੀਪੈਗ ਦੇ ਵਿੱਚ ਲੋਕੀ ਐਕਟਿਵ ਸੀ, ਹਰ ਜਗ੍ਹਾ ਐਕਟਿਵ ਸਨ ਵੀ ਕਰੀਏ ਕੀ। ਔਰ ਪੰਜਾਬੀਆਂ ਦੇ ਪੰਜਾਬੀ 'ਚ ਆਪਸ 'ਚ ਮੁਕਾਬਲੇ ਸੀਗੇ। ਹੁਣ ਸਮਾਂ ਤਾਂ ਜਦੋਂ ਉਹਨਾਂ ਸਮੇਂ ਦੀ ਗੱਲ ਕਰਦੇ ਹਾਂ ਤਾਂ ਇੱਕ ਇਹ ਵੀ ਸੀ ਕਿ ਉਸ ਸਮੇਂ ਨਸਲਵਾਦ ਦਾ ਵੀ ਇੱਕ ਸਿਰ ਚੜ੍ਹ ਕੇ ਕਹਿੰਦੇ ਬੋਲਦਾ ਸੀ। ਜਦੋਂ ਅਸੀਂ ਵਕਤ ਦੇ ਲੋਕਾਂ ਨਾਲ ਗੱਲ ਕਰਦੇ ਹਾਂ, ਹੈਲਥ ਕੇਅਰ ਤੁਹਾਨੂੰ ਇੱਥੇ ਕੋਈ ਪੈਸਾ ਨਹੀਂ ਲੱਗਦਾ, ਸੜਕਾਂ ਦੀ ਤੁਹਾਨੂੰ ਕੋਈ ਫੀਸ ਦਾ ਗੱਲ ਨਹੀਂ ਹੈਗੀ ਜੀ। ਇਸ ਨੂੰ ਸਿਰਫ ਡਰਾਈਵਿੰਗ ਦੀ ਫੀਸ ਦੇਣੀ ਪੈਂਦੀ ਹੈ, ਬੇਸਮੈਂਟ ਦਾ ਤੁਹਾਨੂੰ ਐਕਸਟਰਾ ਟੈਕਸ ਨਹੀਂ ਦੇਣਾ ਪੈਂਦਾ, ਸਕੂਲ ਦਾ ਕੋਈ ਐਕਸਟਰਾ ਟੈਕਸ ਨਹੀਂ ਹੈਗਾ। ਸੋ ਇੰਨੀਆਂ ਤੁਹਾਨੂੰ ਸਹੂਲਤਾਂ ਨੇ, ਤੇ ਫਿਰ ਉਹਦੇ ਵਿੱਚੋਂ ਜੇ ਥੋੜ੍ਹੀ ਜਿਹੀ ਮਿਹਨਤ ਕਰਨੀ ਪਏ ਤਾਂ ਫਿਰ ਪ੍ਰੋਬਲਮ ਕੀ। 1979 ਦੇ ਵਿੱਚ ਪਹਿਲਾ ਪੈਰ ਰੱਖਿਆ ਸੀ, ਉਸ ਦਿਨ ਗੁਲਜ਼ਾਰ ਚੀਮਾ ਕੀ ਸੀ, ਤੇ ਅੱਜ ਜਦੋਂ ਤੁਸੀਂ ਉਹ ਪਲੇਟ ਦੇਖੀ ਵੀ ਅੱਜ ਇਹ ਮੇਰੇ ਨਾਂ ਦੀ ਪਲੇਟ ਉੱਪਰ ਲਿਖਿਆ ਨਾ ਚੀਮਾ ਡਰਾਈਵ ਨਾਮ ਰੱਖਿਆ ਗਿਆ। ਜਿੰਨੇ ਵੀ ਚੀਮੇ ਮੈਨੂੰ ਲੱਗਦਾ ਉੱਥੇ ਜਾ ਕੇ ਮਾਣ ਕਰਨਗੇ, ਸੋਚਣਗੇ ਯਾਰ ਆਪਣੀ ਸੜਕ 'ਤੇ ਜਾ ਕੇ ਕਰ ਲੈਂਦੇ। ਕੈਨੇਡਾ 'ਚ ਪੰਜਾਬੀਆਂ ਦੇ ਸੰਘਰਸ਼ ਅਤੇ ਪੰਜਾਬੀਆਂ ਦੀਆਂ ਪ੍ਰਾਪਤੀਆਂ ਦੀ ਦਾਸਤਾਨ ਬਹੁਤ ਲੰਬੀ ਹੈ, ਔਰ ਬਹੁਤ ਘੱਟ ਇਹੋ ਜਿਹੀਆਂ ਸ਼ਖਸੀਅਤਾਂ ਸਾਡੇ ਕੋਲ ਨੇ ਜਿਨ੍ਹਾਂ ਤੋਂ ਅਸੀਂ ਉਹਨਾਂ ਦੇ ਮੂੰਹੋਂ ਉਹਨਾਂ ਦੇ ਸੰਘਰਸ਼ ਅਤੇ ਉਹਨਾਂ ਦੀਆਂ ਪ੍ਰਾਪਤੀਆਂ ਦੀ ਕਹਾਣੀ ਵੀ ਸੁਣ ਸਕਦੇ ਹਾਂ, ਔਰ ਖੁਦ ਵੀ ਇੱਕ ਸੇਧ ਲੈ ਸਕਦੇ ਹਾਂ ਕਿ ਇਸ ਦੇਸ਼ ਦੇ ਵਿੱਚ ਆ ਕੇ, ਆਪਣੇ ਵਤਨ ਤੋਂ ਦੂਰ ਆ ਕੇ ਅਸੀਂ ਇੱਥੇ ਆ ਕੇ ਕਿਵੇਂ ਆਪਣੀ ਜ਼ਿੰਦਗੀ ਜਿਹੜੀ ਉਹ ਕਾਮਯਾਬ ਕਰ ਸਕਦੇ ਹਾਂ, ਔਰ ਹੋਰਾਂ ਲਈ ਜਿਹੜੀ ਉਹ ਅਸੀਂ ਆਪਣੀ ਜ਼ਿੰਦਗੀ ਇੱਕ ਮਿਸਾਲ ਵੀ ਬਣਾ ਸਕਦੇ ਹਾਂ। ਸੋ ਖਬਰ ਇੱਕ ਬਹੁਤ ਚਰਚਾ ਦੇ ਵਿੱਚ ਸੀ ਪਿਛਲੇ ਦਿਨੀ ਕਿ ਇੱਕ ਪੰਜਾਬੀ ਦੇ ਨਾਂ ਦੇ ਉੱਤੇ ਇੱਕ ਸੜਕ ਦਾ ਨਾਮ ਜਿਹੜਾ ਉਹ ਰੱਖਿਆ ਗਿਆ ਵਿਨੀਪੈਗ ਦੇ ਵਿੱਚ। ਸੋ ਪੰਜਾਬੀ ਅੱਜ ਮੇਰੇ ਨਾਲ ਆ, ਮੈਂ ਗੱਲਬਾਤ ਕਰ ਰਿਹਾ ਡਾਕਟਰ ਗੁਲਜ਼ਾਰ ਚੀਮਾ ਹੋਣਾ ਦੀ, ਜਿਨ੍ਹਾਂ ਦਾ ਬਹੁਤ ਲੰਬਾ ਸਫ਼ਰ ਹੈ ਕੈਨੇਡਾ ਦੇ ਵਿੱਚ ਔਰ ਬਹੁਤ ਸਾਰੀਆਂ ਪ੍ਰਾਪਤੀਆਂ ਵੀ ਨੇ। ਸਾਰਿਆਂ ਸੰਬੰਧੀ ਗੱਲਬਾਤ ਕਰਾਂਗੇ। ਸੋ ਚੀਮਾ ਸਾਹਿਬ, ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ TV ਪੰਜਾਬ ਤੇ। ਪਹਿਲਾਂ ਤੇ ਮੈਂ ਸਾਰਿਆਂ ਨੂੰ, ਤੁਹਾਡੇ ਪ੍ਰੋਗਰਾਮ ਸੁਣਨ ਵਾਲਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਤੇ ਆਈ ਐਮ ਸੋ ਹੈਪੀ ਦੈਟ ਮੈਨੂੰ ਤੁਹਾਨੂੰ ਗੱਲ ਕਰਨ ਦਾ ਤੁਹਾਡਾ ਮੌਕਾ ਮਿਲਿਆ। ਇੱਕ ਟਾਈਮ ਸੀ ਅਰਲੀ 70s ਦਾ, ਅਰਲੀ 80s ਦੇ ਵਿੱਚ ਜੀ, ਕੋਈ ਰਿਪੋਰਟਰ ਨਹੀਂ ਸੀ ਮਿਲਦਾ ਪੰਜਾਬੀ ਗੱਲ ਕਰਨ ਵਾਸਤੇ, ਜਾਂ ਕੋਈ ਮੀਡੀਆ ਆਪਣਾ ਬਹੁਤ ਛੋਟਾ ਸੀ। ਹੁਣ ਤੇ ਪਰਮਾਤਮਾ ਦੀ ਮਿਹਰ ਨਾਲ ਇੱਕ ਪੰਜਾਬ ਉੱਥੇ, ਇੱਕ ਪੰਜਾਬ ਇੱਥੇ। ਜੀ ਬਿਲਕੁਲ, ਆਪਾਂ ਤੁਹਾਨੂੰ ਸਾਰੀਆਂ ਜੋ ਪੁਰਾਣੀਆਂ ਗੱਲਾਂ ਵੀ ਚੇਤੇ ਕਰਾਉਣੀਆਂ। ਸੋ ਬਹੁਤ ਵੱਡੀ ਪ੍ਰਾਪਤੀ ਹੈ ਕਿ ਇੱਕ ਸੜਕ ਦਾ ਨਾਮ ਤੁਹਾਡੇ ਤੇ ਰੱਖਿਆ ਗਿਆ, ਔਰ ਹੋਰ ਵੀ ਬਹੁਤ ਸਾਰੀਆਂ ਗੱਲਾਂ ਨੇ। ਜਿਸ ਤਰੀਕੇ ਨਾਲ ਜਸਨ ਟੂਡੋ ਹੋਣਾ ਨਾਲ ਤੁਹਾਡੇ ਰਿਸ਼ਤੇ ਨੇ, ਮੈਂ ਖੁਦ ਦੇਖਿਆ ਕਿ ਤੁਹਾਡੇ ਕੋਲ ਖੁਦ ਤੋਂ ਚੱਲ ਕੇ ਆਉਂਦੇ ਨੇ। ਬਹੁਤ ਸਾਰੀਆਂ ਗੱਲਾਂ ਬਾਤਾਂ ਕਰਾਂਗੇ, ਪਰ ਸ਼ੁਰੂਆਤ ਆਪਾਂ ਇਹ ਕਰਦੇ ਹਾਂ ਕਿਉਂਕਿ ਜਿੰਨੇ ਵੀ ਇੱਥੇ ਹੋਰ ਲੋਕ ਨੇ, ਨਵੇਂ ਨੇ ਚਾਹੇ ਪੁਰਾਣੇ ਵੀ ਨੇ, ਬਹੁਤ ਦਿਲਚਸਪੀ ਹੁੰਦੀ ਆ ਵੀ ਇਸ ਬੰਦੇ ਨੇ ਇੱਥੇ ਆ ਕੇ ਕੀ ਸਾਡੇ ਤੋਂ ਵੱਖਰਾ ਕੀਤਾ ਜੋ ਅੱਜ ਇੰਨਾ ਕਾਮਯਾਬ ਆ, ਇੰਨੀਆਂ ਪ੍ਰਾਪਤੀਆਂ ਨੇ। ਸਭ ਤੋਂ ਪਹਿਲਾਂ ਤਾਂ ਇਹ ਦੱਸੋ ਕਿ ਤੁਸੀਂ ਕੈਨੇਡਾ ਦੀ ਧਰਤੀ ਤੇ ਕਦੋਂ ਆਏ ਸੀ, ਇਕੱਲੇ ਆਏ ਸੀ, ਪਰਿਵਾਰ ਨਾਲ ਆਏ ਸੀ, ਤੇ ਨਾਲ ਕੀ ਲੈ ਕੇ ਆਏ ਸੀ? ਦੇਖੋ, ਸਭ ਤੋਂ ਪਹਿਲਾਂ ਕਿ ਮੈਂ ਜਿਹੜਾ ਨਾ 79 ਦੇ ਵਿੱਚ ਮੈਂ ਆਇਆ ਇੱਥੇ ਜੀ, ਪਰ ਮੇਰੀ ਮੰਗਣੀ ਹੋਈ ਸੀ 78 ਦੇ ਵਿੱਚ, 1 ਸਾਲ ਲੱਗ ਗਿਆ ਵੀਜ਼ਾ ਮਿਲਦਿਆਂ। ਤੇ ਜਿਹੜੇ ਮੇਰੇ ਮਿਸਿਸ ਨੇ ਉਹਨਾਂ ਦੀ ਫੈਮਿਲੀ ਪਹਿਲਾਂ ਆਈ ਸੀ ਇੱਥੇ। ਜਿਹੜੇ ਮੇਰੇ ਫਾਦਰ ਇਨ ਲਾ ਨੇ ਸਰਦਾਰ ਇੰਦਰਜੀਤ ਸਿੰਘ ਕਲੇਰ, ਉਹ ਚੂੜਚੱਕ ਤੋਂ ਨੇ, ਉਹ ਪਹਿਲਾਂ ਗਏ ਸਕਾਟਲੈਂਡ ਤੋਂ ਬਾਅਦ ਉਹ ਸਸਕੈਚੁਆਨ ਦੇ ਵਿੱਚ ਆਏ। ਉਹਨਾਂ ਨੇ ਆਪਣੀ ਸਾਰੀ ਫੈਮਿਲੀ ਮੰਗਾਈ, ਤੇ ਫਿਰ ਜਿਹੜਾ ਸਾਡਾ ਕੋਈ ਕਾਮਨ ਵਿੱਚ ਰਿਲੇਸ਼ਨਸ਼ਿਪ ਸੀ ਜਿਹਦੇ ਨਾਲ ਮੇਰੀ ਵਾਈਫ ਉਹਨਾਂ ਨੂੰ ਮੰਗਣੀ ਹੋਈ, ਤੇ ਉਹ ਫਿਰ ਇੰਗੇਜਮੈਂਟ ਤੋਂ ਬਾਅਦ ਫਿਰ ਮੈਂ ਇੱਥੇ ਆਇਆ। ਮੇਰੀ ਸ਼ਾਦੀ ਇੱਥੇ ਹੋਈ ਆ ਕੇ। ਸੋ ਸਾਡੀ ਫੈਮਿਲੀ ਹੈ ਚੀਮਾਸ ਦੀ, ਸਾਡੀ ਫੈਮਿਲੀ ਸਾਰੇ ਪੰਜਾਬ ਵਿੱਚ ਸਪਰੈਡ ਹੈ, ਪਰ ਜਿਹੜਾ ਸਾਡਾ ਪਿਛੋਕੜ ਹੈ, ਮੈਂ ਇਸ ਟਾਈਮ ਦੇ ਵਿੱਚ ਤਾਂ ਗੁਰਦਾਸਪੁਰ ਹੈ, ਪਰ ਉਸ ਤੋਂ ਪਹਿਲਾਂ 1947 ਦੇ ਵਿੱਚ ਪਾਰਟੀਸ਼ਨ ਦੇ ਟਾਈਮ ਅਸੀਂ ਸਿਆਲਕੋਟ ਤੋਂ, ਸਾਡਾ ਪਿੰਡ ਜਿਹੜਾ ਪਿਛੋਕੜ ਹੈ, ਯਾਦ ਕਰਨਾ ਚਾਹੀਦਾ ਸਾਨੂੰ ਸਾਰਿਆਂ ਨੂੰ। ਉਹ ਸੇਜੋ ਕੀ ਹੈ ਡਸਕੇ ਦੇ ਲਾਗੇ, ਤੇ ਜਿਹੜਾ ਮੇਰੀ ਵਾਈਫ ਉਹਨਾਂ ਦਾ ਜਿਹੜਾ ਪਿੰਡ ਹੈ ਮਾਉਂਟਗੋਮਰੀ ਦੇ ਵਿੱਚ ਸੀ। ਸੋ ਇਹ ਸਾਰਾ ਜਿਹੜਾ ਨਾ, ਅਸੀਂ ਜਿਹੜੇ ਲੋਕ ਹਾਂ, ਸਾਡੀ ਜਿਹੜੀ ਜਰਨੀ ਹੈ ਨਾ, ਸਾਰਿਆਂ ਦੀ ਜਰਨੀ ਮੈਂ ਤੁਹਾਨੂੰ ਅੱਗੇ ਜਾ ਕੇ ਐਕਸਪਲੇਨ ਕਰਾਂਗਾ ਵੀ ਲੰਬੀ ਚੌੜੀ ਕਹਾਣੀ ਹੈ ਜੀ। ਪਰ ਇਹ ਕਹਾਣੀ ਦੇ ਵਿੱਚ ਕਈ ਹਿੱਸੇ ਨੇ ਜਿਹੜੇ ਕਿ ਅਜੇ ਕਿ ਐਕਸਪਲੇਨ ਨਹੀਂ ਕੀਤੇ ਜਾ ਸਕਦੇ, ਪਰ ਹੈਗਾ ਵੀ ਜਰਨੀ ਜਿਹੜੀ ਹੈ ਸਾਡੇ ਲੋਕਾਂ ਨੇ ਕਿੰਨੇ ਤਰੀਕਿਆਂ ਨਾਲ ਸਫ਼ਰ ਕੀਤਾ ਦੁਨੀਆ ਦੇ ਵਿੱਚ। ਸੋ ਮੈਂ
ਮੈਂ 1979 ਦੇ ਇੱਥੇ ਆਇਆ, ਆ ਕੇ ਮੇਰੀ ਸ਼ਾਦੀ ਹੋਈ ਵਿਨੀਪੈਗ ਜੀ ਤੇ ਉਸ ਤੋਂ ਬਾਅਦ ਫਿਰ ਮੈਂ ਆਪਣੇ ਐਗਜ਼ਾਮ ਪਾਸ ਕਰਨੇ ਪੈਂਦੇ ਤੁਹਾਨੂੰ। ਜੀ। ਐਗਜ਼ਾਮ ਤੇ ਮੈਂ ਆਪਣੀ ਕਲਾਸ ਵਿੱਚ ਠੀਕ ਸੀ, ਸਟੂਡੈਂਟ ਚੰਗਾ ਹੀ ਸੀ ਤੇ ਮੈਂ ਆਉਂਦਿਆਂ ਪਾਸ ਕਰ ਲਏ ਸਾਰੇ ਜੀ। ਇਮਤਿਹਾਨ। ਨਹੀਂ ਤੇ ਫਿਰ ਇੱਕ ਬੰਨੇ ਸ਼ਾਦੀ ਹੋਈ, ਦੂਜੇ ਬੰਨੇ ਜੇ ਇਮਤਿਹਾਨ ਫੇਲ ਹੋਏ ਤੇ ਬੜਾ ਪੰਗਾ ਪੈ ਜਾਣਾ। ਤੁਸੀਂ ਡਾਕਟਰ ਦੀ ਪੜ੍ਹਾਈ ਪੰਜਾਬ 'ਚ ਵੀ ਕੀਤੀ ਹਾਂਜੀ, ਸੀ? ਮੈਂ ਲੁਧਿਆਣੇ ਤੋਂ, ਮੈਂ DMC ਦਾ ਗ੍ਰੈਜੂਏਟ ਹਾਂ। ਜੀ ਫਿਰ ਮੈਂ ਆ ਕੇ ਆਪਣਾ ਐਗਜ਼ਾਮ ਪਾਸ ਕਰਕੇ ਤੇ ਫਿਰ ਮੈਂ ਨਿਊਫਾਊਂਡਲੈਂਡ ਦੇ ਵਿੱਚ ਮੈਂ ਇੰਟਰਨਸ਼ਿਪ ਕੀਤੀ, ਸਸਕੈਚੁਅਨ ਸਾਸਕਟੂਨ ਦੇ ਵਿੱਚ ਮੈਂ ਆਪਣੀ ਫਸਟ ਈਅਰ ਮੈਂ ਰੈਜ਼ੀਡੈਂਸੀ ਕੀਤੀ। ਤੇ ਉਸੇ ਟਾਈਮ ਦੇ ਮੇਰੀ ਜਿਹੜੇ ਵਾਈਫ ਨੇ ਹਰਿੰਦਰ ਚੀਮਾ, ਤੇ ਉਹਨਾਂ ਨੇ ਆਪਣੀ ਜਿਹੜੀ ਨਾ ਐਜੂਕੇਸ਼ਨ ਦੀ ਡਿਗਰੀ ਕੀਤੀ। ਸੋ ਇਹ ਉਸ ਤੋਂ ਬਾਅਦ ਜਿਹੜੀ ਹੈ ਨਾ ਕਹਾਣੀ ਇਹ ਕਿ ਮੈਂ ਪ੍ਰੈਕਟਿਸ ਸ਼ੁਰੂ ਕੀਤੀ ਜੀ। ਮੈਨੀਟੋਬਾ ਦੇ ਵਿੱਚ। ਤੁਸੀਂ 1979 ਵਿੱਚ ਇਸ ਧਰਤੀ ਤੇ ਆਏ ਵਿਨੀਪੈਗ 'ਚ, ਤੇ 1988 ਜਾ ਕੇ ਤੁਸੀਂ ਵਿਧਾਇਕ ਬਣ ਗਏ। ਸੋ ਮਹਿਜ 10 ਸਾਲਾਂ ਦੇ ਵਿੱਚ ਤੁਸੀਂ ਸਿਆਸਤ ਤੇ ਪਕੜ ਬਣਾ ਲਈ। ਪਰ ਇਹ ਦੱਸੋ ਕਿ ਸਿਆਸਤ ਤੇ ਆਉਣ ਤੋਂ ਪਹਿਲਾਂ ਤੁਸੀਂ ਕੀ ਕਰਦੇ ਸੀ? ਉਹਨਾਂ 10-11 ਸਾਲਾਂ 'ਚ ਕੀ ਕੀਤਾ? ਦੇਖੋ, ਪਹਿਲੀ ਗੱਲ ਤੇ ਵੀ ਜਿਹੜਾ ਮੈਂ ਪਹਿਲਾਂ ਇੰਟਰਨਸ਼ਿਪ ਕੀਤੀ, ਜੀ ਇੰਟਰਨਸ਼ਿਪ ਤੋਂ ਬਾਅਦ ਰੈਜ਼ੀਡੈਂਸੀ ਕੀਤੀ। ਫਿਰ ਮੈਂ ਇੱਕ ਸਮਾਲ ਟਾਊਨ ਹੈ ਮੈਨੀਟੋਬਾ ਦੇ ਵਿੱਚ, ਪਾਈਨ ਫਾਲ ਪਾਵਰ ਵਿਊ, ਉਹ ਮਿਲ ਟਾਊਨ ਹੈ। ਉੱਥੇ ਜਿਹੜਾ ਨਾ ਐਬੀਟੀਵੀ ਜਿਹੜੀ ਪ੍ਰਾਈਸ ਮਿਲ ਹੈ ਉਹਨਾਂ ਦਾ ਬੜਾ ਵੱਡਾ ਅਦਾਰਾ ਸੀ। ਉੱਥੇ 3 ਡਾਕਟਰ ਸੀ, ਇੱਕ ਹੋਰ ਤੇ ਚੌਥਾ ਮੈਨੂੰ ਉਹਨਾਂ ਨੇ ਹਾਇਰ ਕੀਤਾ। ਪਹਿਲਾ ਸਾਲ ਮੈਂ ਉੱਥੇ ਕੰਮ ਕੀਤਾ ਜੀ। ਤੇ ਕਾਫੀ ਮੇਰਾ ਐਕਸਪੀਰੀਅੰਸ ਹੋਇਆ, ਕੋਈ 90 ਕਿਲੋਮੀਟਰ ਤੇ ਉੱਥੋਂ ਵਿਨੀਪੈਗ ਤੋਂ। ਪਰ ਕਿਉਂਕਿ ਜਿਹੜੀ ਫੈਮਿਲੀ ਸਾਰੀ ਸੀ, ਮੇਰੇ ਇਨ-ਲਾਜ਼ ਉਹ ਸਾਰੇ ਸੀ ਵਿਨੀਪੈਗ। ਉਹਨਾਂ ਦਾ ਬੜਾ ਵੱਡਾ ਕਲੈਨ ਹੈ, ਉਹਨਾਂ ਨੇ ਬਹੁਤ ਲੋਕਾਂ ਨੂੰ, ਤਕਰੀਬਨ ਅੱਧਾ ਚੂੜ-ਚੱਕ ਹੋਣਾ, ਅੱਧਾ ਮਹਿਰਾਜ ਹੋਣਾ, ਜਿਹੜੇ ਮੇਰੇ ਫਾਦਰ ਲਾ ਨੇ ਲੋਕਾਂ ਨੂੰ ਮਿਲਾਇਆ ਸੀ। ਕਿਉਂਕਿ ਉਹ ਟੀਚਰ ਸਨ, ਜਿਹੜੇ ਪਿੰਡ ਦੇ ਜਾਣਦੇ ਸੀ ਸਾਰੇ ਆਈ ਜਾਂਦੇ ਸੀ। ਸੋ ਉਸ ਫਿਰ ਮੈਂ ਕਿ ਵਿਨੀਪੈਗ ਦੇ ਵਿੱਚ ਮੈਂ ਪ੍ਰੈਕਟਿਸ ਸ਼ੁਰੂ ਕਰ ਲਈ। ਨੈਚੁਰਲੀ ਤੁਸੀਂ ਜਾਣਾ ਜਿੱਥੇ ਤੁਹਾਡਾ ਕਨੈਕਸ਼ਨ ਹੈ, ਉਹ ਪ੍ਰੈਕਟਿਸ ਕਰਦਿਆਂ ਨਾ ਉੱਥੋਂ ਇਹ ਕਹਾਣੀ ਸ਼ੁਰੂ ਹੋਈ ਸਾਰੀ। ਤੇ ਮੈਂ ਦੱਸਣਾ ਵੀ ਉਹ ਜਿਹੜੀ ਕਹਾਣੀ ਹੈ ਨਾ, ਇਹ ਬੜੀ ਅਜੀਬ ਜਿਹੀ ਹੋਈ ਹੈ। ਮੈਂ ਆਪਣੇ ਕਾਲਜ ਪੜ੍ਹਦਿਆਂ ਕਦੀ ਮੈਂ ਇਲੈਕਸ਼ਨ 'ਚ ਨਹੀਂ ਖੜਾ ਹੋਇਆ, ਕਦੀ ਮੈਂ ਸਪੀਚ ਨਹੀਂ ਦਿੱਤੀ, ਕਦੀ ਮੈਂ ਕਿਸੇ ਪੰਗੇ 'ਚ ਨਹੀਂ ਸੀ ਪਿਆ ਇਹੋ ਜਿਹੇ ਇਲੈਕਸ਼ਨਾਂ ਦੇ। ਸੋ ਕਈ ਵਾਰ ਮੇਰੇ ਇੱਕ ਦੋ ਦੋਸਤ ਸੀ, ਉਹ ਬੜੇ ਐਕਟਿਵ ਸਨ, ਉਹਨਾਂ ਨੇ ਮੈਨੂੰ ਕਹਿਣਾ ਵੀ ਤੂੰ ਐਕਟਿਵ ਹੋ ਜਾ। ਮੈਂ ਕਹਿਣਾ ਵੀ ਤੂੰ ਫੇਲ ਹੋ ਜਾਣਾ, ਤੁਸੀਂ ਪਾਸ ਨਹੀਂ ਹੋਣਾ ਕਿਸੇ ਨੇ, ਤੁਸੀਂ ਆਪਣੀ ਪੜ੍ਹਾਈ ਵੱਲ ਧਿਆਨ ਦਿਓ। ਸੋ ਪਰ ਜੋ ਘਟਨਾ ਜਿਸ ਹਿਸਾਬ ਨਾਲ ਮੇਰੀ ਪੋਲੀਟਿਕਸ ਆਈ ਹੈ, ਇਹ ਬੜੀ ਇੱਕ ਕਿਸਮ ਦਾ ਇੱਕ ਮੈਂ ਸਮਝਦਾ ਅਜੀਬ ਜਿਹੀ ਗੱਲ ਹੈ ਜੀ। ਤੇ ਉਹ ਕਿਸ ਤਰ੍ਹਾਂ ਹੋਈ, ਤੁਸੀਂ ਮੈਨੂੰ ਸਵਾਲ ਪੁੱਛੋ, ਮੈਂ ਤੁਹਾਨੂੰ ਬੜੇ ਐਕਸਪਲੇਨ ਕਰਨਾ ਚਾਹੁੰਦਾ। ਬਿਲਕੁਲ ਉਹੀ ਮੈਂ ਪੁੱਛਣ ਜਾ ਰਿਹਾ ਸੀ, ਕਿਉਂਕਿ ਅੱਜ ਦੇ ਹਾਲਾਤ ਜਦੋਂ ਹੁਣੇ ਚੋਣਾਂ ਹੋ ਕੇ ਹਟੀਆਂ ਨੇ, ਅਸੀਂ ਪੜ੍ਹਦੇ ਨੇ ਵੀ 60-70 ਪੰਜਾਬੀ ਉਮੀਦਵਾਰ ਸੀਗੇ, ਔਰ ਪੰਜਾਬੀਆਂ ਦੇ ਪੰਜਾਬੀ 'ਚ ਆਪਸ 'ਚ ਮੁਕਾਬਲੇ ਸੀਗੇ। ਹੁਣ ਸਮਾਂ ਪਰ ਜਦੋਂ ਉਹਨਾਂ ਸਮੇਂ ਦੀ ਗੱਲ ਕਰਦੇ ਹਾਂ ਤਾਂ ਇੱਕ ਇਹ ਵੀ ਸੀ ਕਿ ਉਸ ਸਮੇਂ ਨਸਲਵਾਦ ਦਾ ਵੀ ਇੱਕ ਸਿਰ ਚੜ੍ਹ ਕੇ ਕਹਿੰਦੇ ਬੋਲਦਾ ਸੀ, ਜਦੋਂ ਅਸੀਂ ਵਕਤ ਦੇ ਲੋਕਾਂ ਨਾਲ ਗੱਲ ਕਰਦੇ ਹਾਂ। ਸੋ ਤੁਸੀਂ ਕਿੰਨੀਆਂ ਕੁ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਉਸ ਵੇਲੇ? ਤੁਸੀਂ ਰਿਕਾਰਡ ਬਣਾਇਆ, ਪਹਿਲੇ ਤੁਸੀਂ ਪੰਜਾਬੀ MP ਸੀ ਪੂਰੇ ਕੈਨੇਡਾ ਵਿੱਚ, ਇਤਿਹਾਸ ਦੇ ਪਹਿਲੇ ਪੰਜਾਬੀ ਸੀਗੇ। ਸੋ ਕਿਸ ਤਰੀਕੇ ਨਾਲ ਇਹ ਮੁਮਕਿਨ ਹੋਇਆ? ਕਿਵੇਂ ਇਹ ਸਾਰਾ ਕੁਝ ਤੁਸੀਂ ਸੋਚਿਆ ਕਿਵੇਂ ਪਹਿਲਾਂ ਤਾਂ? ਕਿਉਂਕਿ ਮੇਰੇ ਖਿਆਲ ਨਾਲ ਤੁਹਾਡੇ ਤੋਂ ਪਹਿਲਾਂ ਕੋਈ ਮਿਸਾਲ ਹੈ ਨਹੀਂ ਸੀ, ਹੁਣ ਤਾਂ ਬਹੁਤ ਸਾਰੀਆਂ ਮਿਸਾਲਾਂ ਨੇ। ਸਾਡੀ ਤੋਂ ਮੈਂ ਹਿੰਦੁਸਤਾਨ ਦਾ ਬੋਰਨ ਜੀ, ਪਹਿਲਾ ਆਊਟਸਾਈਡ ਦਾ ਕੰਟਰੀ ਕੈਨੇਡਾ ਵਿੱਚ ਜਿਹੜਾ MLA ਕਿਸੇ ਵੀ ਪ੍ਰੋਵਿੰਸ ਵਿੱਚ ਚੁਣਿਆ ਗਿਆ ਜੀ। ਸੋ ਇਹਦੇ ਬਾਰੇ ਮੈਂ ਐਕਸਪਲੇਨ ਕਰਨਾ ਚਾਹੁੰਦਾ। ਮੈਂ ਹਿੰਦੁਸਤਾਨ ਦਾ ਬੋਰਨ ਹਾਂ, ਮੈਂ ਇੱਥੇ ਨਹੀਂ ਸੀ ਪੈਦਾ ਹੋਇਆ, ਨਾ ਇੱਥੇ ਮੈਂ ਸਕੂਲ 'ਚ ਗਿਆ ਸੀ, ਨਾ ਮੇਰੇ ਕੋਲ ਇੱਥੋਂ ਦਾ ਲੈਂਗੁਏਜ ਸਕਿੱਲ ਸੀ, ਨਾ ਇੱਥੋਂ ਦਾ ਮੈਨੂੰ ਸਟਰਕਚਰ ਪਤਾ ਸੀ, ਨਾ ਮੈਨੂੰ ਇੱਥੋਂ ਦੀ ਪੋਲੀਟਿਕਸ ਪਤਾ ਸੀ। ਸੋ ਐਵਰੀਥਿੰਗ ਵਾਜ਼ ਨਿਊ ਫॉर ਮੀ। ਸੋ ਬੇਸਿਕਲੀ ਗੱਲ ਹੈ ਵੀ ਜਦੋਂ ਮੈਂ ਪ੍ਰੈਕਟਿਸ ਕਰਦਾ ਸੀ ਨਾ, ਬੜੀ ਅਜੀਬ ਜਿਹੀ ਗੱਲ ਹੋਈ ਜੀ। ਉਦੋਂ ਆਪਾਂ ਸਾਰਿਆਂ ਨੂੰ ਪਤਾ ਕਿ ਅਸੀਂ ਜਿੱਥੋਂ ਆਏ ਹਾਂ 84 ਦਾ ਦੌਰ ਜਿਹੜਾ ਸੀ ਨਾ, ਬੜਾ ਖਤਰਨਾਕ ਸੀ ਜੀ। ਉਹ ਲੋਕਾਂ ਦੀਆਂ ਭਾਵਨਾਵਾਂ ਨੇ, ਲੋਕੀ ਹਰ ਬੰਦਾ ਆਪਣੇ ਧਰਮ ਨਾਲ ਜੁੜਿਆ, ਆਪਣੀ ਉਹਦੀ ਜਿਹੜੀ ਸਾਡੀ ਹੋਂਦ ਹੈ, ਉਹਦੇ ਵਿੱਚ ਉਹਦੇ ਕਿੰਨੇ ਹਿੱਸੇ ਨੇ। ਤੁਹਾਡਾ ਧਰਮ ਹੈ, ਤੁਹਾਡੀ ਬੋਲੀ ਹੈ, ਤੁਹਾਡਾ ਦੇਸ਼ ਹੈ, ਤੁਹਾਡੇ ਮਾਂ-ਬਾਪ ਨੇ, ਤੁਹਾਡੇ ਰਿਸ਼ਤੇਦਾਰ ਨੇ, ਤੁਹਾਡੀ ਐਜੂਕੇਸ਼ਨ ਨੇ, ਤੁਹਾਡਾ ਸਾਰਾ ਸਟਰਕਚਰ ਦੇ ਵਿੱਚ ਅਸੀਂ ਪਲਨੇ ਹਾਂ ਜੀ। ਉਸ ਸਟਰਕਚਰ ਤੋਂ ਜਦੋਂ ਅਸੀਂ ਪਲ ਕੇ ਇੱਥੇ ਆ ਕੇ ਪਹੁੰਚ ਕੇ ਜਦੋਂ ਅਸੀਂ ਐਡਵੈਂਚਰ ਲਈ ਆਉਂਦੇ ਹਾਂ, ਅਸੀਂ ਆਪਣੇ ਆਪ ਤਰੱਕੀ ਕਰਨ ਵਾਸਤੇ ਆਉਂਦੇ ਹਾਂ, ਕੋਈ ਇੱਥੇ ਰਾਜ ਕਰਨ ਵਾਸਤੇ ਨਹੀਂ ਆਉਂਦੇ ਜੀ। ਜਿਹੜੇ ਵੀ ਲੋਕ ਕਹਿੰਦੇ ਨੇ ਅਸੀਂ ਵੀ ਹੋਰ ਕੰਮ ਲਈ ਆਏ ਹਾਂ, ਉਹਨਾਂ ਦੀ ਆਪਣੀ ਸੋਚ ਹੋਣੀ ਹੈ। ਮੈਜੋਰਿਟੀ ਆਫ ਜਿਹੜੇ ਲੋਕ ਨੇ ਸਿਰਫ ਆਪਣੀ ਤਰੱਕੀ ਲਈ ਆਉਂਦੇ ਨੇ ਜੀ, ਅਸੀਂ ਵੀ ਉਹਨਾਂ 'ਚੋਂ ਇੱਕ ਹਾਂ। ਸੋ ਉਹ ਪ੍ਰੈਕਟਿਸ ਕਰਦਿਆਂ ਨਾ ਮੈਂ ਪ੍ਰੈਕਟਿਸ ਕਰਦਾ ਸੀ, ਮੇਰੇ ਹਰ ਤਰ੍ਹਾਂ ਦੇ ਲੋਕ ਮੇਰੇ ਕੋਲ ਆਉਂਦੇ ਸੀ। ਕਾਫੀ ਚੰਗੀ ਮੇਰੀ ਪ੍ਰੈਕਟਿਸ ਸੀ, ਚੰਗੀ ਮੇਰੀ ਇਨਕਮ ਸੀ। ਉਸ ਟਾਈਮ ਦੇ ਵਿੱਚ ਮੈਂ ਹਸਪੀਟਲ 'ਚ ਕੰਮ ਕਰਦਾ ਸੀ ਜੀ, ਅਤੇ ਨਾਲੇ ਮੇਰੀ ਆਪਣਾ ਆਫਿਸ ਸੀ। ਹਸਪੀਟਲ ਦੇ ਕਮਿਊਨਿਟੀ ਵਿੱਚ ਕੰਮ ਕਰਦਿਆਂ 84 ਤੋਂ ਬਾਅਦ ਨੋਟ ਕਰਨਾ, 5-6 ਦੀ ਗੱਲ ਕਰਨਾ, ਵੀ ਨੋਟ ਕਰਨਾ ਸ਼ੁਰੂ ਕਰਤਾ ਵੀ ਬੜੀ ਗੜਬੜ ਜੀ ਹੈ। ਉਹਨਾਂ ਦੇਖਣਾ ਵੀ ਜਿਸ ਤਰ੍ਹਾਂ ਹੁਣ ਤੁਸੀਂ ਬੈਠੇ ਉੱਥੇ,
ਉਹ ਕਈ ਤੇ ਲੋਕਾਂ ਨੇ ਜਾਣੋ ਕਿ ਇਸ ਬੰਦੇ ਨੇ ਦਾੜੀ ਕਿਉਂ ਰੱਖੀ, ਇਸ ਬੰਦੇ ਦਾ ਕੱਪੜੇ ਕਿਸ ਤਰ੍ਹਾਂ ਪਾਏ ਨੇ, ਜੀ ਇਹਨਾਂ ਦੇ ਬਰਖਲਾਫ ਇੱਥੇ ਉੱਥੇ ਕੀ ਕੁਝ ਹੋ ਰਿਹਾ, ਕੀ ਕੁਝ ਹੋਇਆ ਇਹਨਾਂ ਦੇ ਨਾਲ, ਅਤੇ ਇਹ ਕੌਣ ਨੇ ਲੋਕ, ਇੱਥੇ ਕਿਉਂ ਆ ਰਹੇ ਨੇ, ਇਹਨਾਂ ਦੀ ਹਿਸਟਰੀ ਕੀ ਹੈ, ਟਰਡੀਸ਼ਨ ਕੀ ਹੈ। ਇਹ ਜਿਹੜੀਆਂ ਗੱਲਾਂ ਨੇ ਨਾ, ਮੈਨੂੰ ਤੇ ਪਰਸਨਲੀ ਤਾਂ ਕੋਈ ਗੱਲ ਨਹੀਂ ਆਈ, ਕਿਉਂਕਿ ਐਜ਼ ਅ ਫਿਜ਼ੀਸ਼ੀਅਨ ਮੈਂ ਤਾਂ ਕਿਸੇ ਨਾਲ ਡੀਲ ਨਹੀਂ ਕਰਨਾ ਜੀ। ਲੋਕਾਂ ਨੇ ਮੇਰੇ ਕੋਲ ਆਉਣਾ, ਮੈਂ ਤਾਂ ਨਹੀਂ ਕਿਸੇ ਕੋਲ ਜਾਣਾ। ਸੋ ਉਹ ਮੇਰੇ ਵਾਸਤੇ ਕੰਮ ਸੌਖਾ ਸੀ। ਮੈਨੂੰ ਪਰਸਨਲ ਕੋਈ ਇਸ਼ੂ ਨਹੀਂ ਕਦੀ ਹੋਇਆ, ਅਤੇ ਨਾ ਹੀ ਮੈਨੂੰ ਕੋਈ ਮੁਸ਼ਕਿਲ ਆਈ ਵੀ ਮੈਂ ਇੱਕ ਘਰ ਤੋਂ ਉੱਥੋਂ ਚੱਲ ਕੇ ਅਤੇ ਮੈਂ ਉੱਥੋਂ ਚੱਲਿਆ ਆਪਣੇ ਘਰ 'ਚੋਂ ਅਤੇ ਇੱਥੇ ਮੈਂ ਘਰ 'ਚ ਆ ਗਿਆ, ਅਤੇ ਮੇਰੇ ਵਾਸਤੇ ਤਾਂ ਕੋਈ ਮੁਸ਼ਕਿਲ ਨਹੀਂ ਸੀ ਜੀ। ਪਰਸਨਲੀ ਕੋਈ ਮੈਨੂੰ ਚੰਗੇ ਤਰੀਕੇ ਨਾਲ ਮੈਂ ਆਪਣਾ ਸੈਟਲ ਹੋ ਰਿਹਾ ਸੀ। ਪਰ ਜਦੋਂ ਤੁਹਾਨੂੰ ਪਤਾ ਵੀ ਲੋਕੀ ਸਾਰੇ ਪਰੇਸ਼ਾਨ ਨੇ, ਉਹ ਦੇ ਲੁੱਕ ਫਾਰ ਵੀ ਤੁਸੀਂ ਕੁਛ ਕਰੋ। ਪਰ ਜਿੱਥੇ ਮੈਂ ਹਸਪੀਟਲ 'ਚ ਕੰਮ ਕਰਦਾ ਸੀ, ਮੇਰੇ ਜਿਹੜੇ ਈਵਨ ਕੋਲੀਗ ਸੀ, ਉਹ ਕਹਿੰਦੇ ਸੀ ਵੀ ਗੁਲਜ਼ਾਰ ਵੀ ਤੁਹਾਡੀ ਕਮਿਊਨਿਟੀ ਇੰਨੀ ਵਧੀਆ, ਸਾਰੇ ਕੰਮ ਕਰਦੇ, ਪ੍ਰੋਬਲਮ ਕੀ ਹੈ? ਕਿਉਂਕਿ ਜਦੋਂ ਤੁਸੀਂ ਐਡੀ ਮੁਸ਼ਕਿਲ ਤੁਹਾਡੇ ਏਰੀਆ 'ਚ ਪੈ ਜਾਂਦੀ ਹੈ ਜਿੱਥੋਂ ਤੁਸੀਂ ਆਏ ਹੋ, ਅਤੇ ਉਹਦੀ ਜਿਹੜੀ ਮੈਨੂਪੂਲੇਸ਼ਨ ਹੈ ਨਾ, ਬੜੀ ਗਲਤ ਹੋ ਰਹੀ ਸੀ ਜੀ। ਜਿਹੜਾ ਵੀ ਪੰਜਾਬੀ, ਸਿੱਖ ਜਾਂ ਇੰਡੀਆ ਤੋਂ ਆਇਆ ਸੀ, ਉਹ ਇਸ ਮੁਸ਼ਕਿਲ ਨੂੰ ਫੇਸ ਕਰਦਾ, ਇਹ ਨਹੀਂ ਸੀ ਮਤਲਬ ਵੀ ਉਹ ਇੰਡੀਆ ਦੇ ਬਰਖਲਾਫ ਨੇ ਜਾਂ ਕਿਸੇ ਧਰਮ ਦੇ ਬਰਖਲਾਫ ਨੇ। ਜਦੋਂ ਤੁਸੀਂ ਆਪਣੀ ਸਟਰੈਂਥ ਜਾਂ ਆਪਣੇ ਮਨ ਨੂੰ ਪ੍ਰੋਟੈਕਸ਼ਨ ਕਰਨਾ, ਉਹ ਭਾਵਨਾਵਾਂ ਨੇ, ਉਹ ਭਾਵਨਾਵਾਂ ਟੈਂਪਰੇਰੀ ਫੇਸ ਹੁੰਦਾ, ਪਰ ਉਸ ਫੇਸ ਦੇ ਵਿੱਚ ਜਿਹੜਾ ਸੀ ਨਾ, ਬੜੀ ਮਿਸਕਨਸੈਪਸ਼ਨ ਸੀ ਆਪਣੇ ਲੋਕਾਂ ਬਾਰੇ, ਬਹੁਤ ਜ਼ਿਆਦਾ ਸੀ ਜੀ। ਸੋ ਉਹ ਕਿਸਮਤ ਦੀ ਗੱਲ ਕਿ ਉਸ ਟਾਈਮ ਦੇ ਵਿੱਚ ਕਿ ਜਿਹੜਾ ਵਿਨੀਪੈਗ ਦੇ ਵਿੱਚ ਲੋਕੀ ਐਕਟਿਵ ਸੀ, ਹਰ ਜਗ੍ਹਾ ਐਕਟਿਵ ਸਨ, ਵੀ ਇਹ ਕਰੀਏ ਕੀ। ਹੁਣ ਇੱਕ ਬੰਦੇ ਨੂੰ ਤਾਂ ਐਕਸਪਲੇਨ ਨਹੀਂ ਕਰ ਸਕਦੇ, ਨਾ ਕੋਈ ਇਹੋ ਜਿਹਾ ਮੀਡੀਆ ਸੀ। ਦੂਜੇ ਜਿਹੜੇ ਡਿਸਟਰੋਟ ਕਰਨ ਵਾਲੇ, ਉਹਨਾਂ ਕੋਲ ਬੜੀ ਵੱਡੀ ਮਸ਼ੀਨ ਹੁੰਦੀ ਹੈ ਜੀ। ਸੋ ਜਿਹੜੇ ਲੋਕ ਸੀ ਆਮ, ਰੋਜ਼ ਉਹਨਾਂ ਨੂੰ ਗਾਲਾਂ ਪੈਣੀਆਂ, ਕੋਈ ਗਾਰਮੈਂਟ ਇੰਡਸਟਰੀ 'ਚ ਕੰਮ ਕਰਦਾ ਪਿਆ, ਕੋਈ CN, ਕੋਈ CP ਦੇ ਵਿੱਚ, ਕੋਈ ਸੋ ਮੁਸ਼ਕਲਾਂ ਆਉਂਦੀਆਂ ਸੀ ਲੋਕਾਂ ਨੂੰ ਜੀ। ਉਹਨਾਂ ਕਿਹਾ ਵੀ ਜਿਹੜੇ ਪੋਲੀਟੀਕਲ ਜਿਹੜਾ ਐਲੀਟ ਹੈ ਉੱਥੇ ਮੇਨ ਸਟਰੀਮ ਦਾ, ਉਹਨਾਂ ਦਾ ਧਿਆਨ ਨਹੀਂ ਹੈਗਾ। ਉਹਨਾਂ ਨੇ ਕਹਿਣਾ ਵੀ ਤੁਸੀਂ ਇਸ ਫੰਕਸ਼ਨ 'ਚ ਨਹੀਂ ਜਾ ਸਕਦੇ, ਲੀਡਰਾਂ ਨੂੰ ਕਿਹਾ ਵੀ ਤੁਸੀਂ ਇਹ ਨਹੀਂ ਅਟੈਂਡ ਕਰਨਾ, ਵੀ ਇਹ ਫਲਾਣੀ ਔਰ ਇਹ ਬੰਦੇ ਠੀਕ ਨਹੀਂ ਹੈਗੇ ਜੀ। ਪਰ ਉਹ ਪਰਸੈਪਸ਼ਨ ਸੀ। ਇਹ ਤਾਂ ਗੱਲ ਮੈਂ ਅੱਗੇ ਦੱਸਣਾ ਵੀ ਇਹ ਗੱਲ ਕੀ ਹੋਈ। ਸੋ ਇਹਦੇ ਵਿੱਚੋਂ ਕਿ ਉਹਨਾਂ ਨੇ ਕਿਹਾ ਵੀ ਤੁਸੀਂ ਡੈਮੋਨਸਟ੍ਰੇਸ਼ਨ ਵੀ ਕਰ ਸਕਦੇ, ਐਕਸਪ੍ਰੈਸ ਨਹੀਂ ਕਰ ਸਕਦੇ ਆਪਣੀ ਓਪੀਨੀਅਨ, ਕਿਸੇ ਨੂੰ ਪੰਜਾਬੀ ਹਿਸਟਰੀ ਦਾ ਪਤਾ ਨਹੀਂ। ਸੋ ਉਦੋਂ 1988 ਮਾਰਚ ਦੇ ਵਿੱਚ ਇਹ ਚੱਕਰ ਹੋਇਆ ਵੀ ਗਵਰਨਮੈਂਟ ਡਿੱਗੀ ਉੱਥੋਂ ਜੀ। ਉਹ ਡਿੱਗੀ ਵੀ ਇਸ ਤਰ੍ਹਾਂ ਵੀ ਇੱਕ ਉਹਨਾਂ ਦੇ ਮੈਂਬਰ ਨੇ ਵੋਟ ਦੂਸਰੇ ਬੰਨੇ ਪਾਤੀ, ਗੁੱਸੇ ਸੀ ਉਹਨਾਂ ਨਾਲ। ਉਹ ਗੁੱਸੇ ਦਾ ਉਹਦਾ ਗੁੱਸਾ ਜਿਹੜਾ ਸੀ ਨਾ, ਲੀਡਰ ਸੀ ਜਿਹੜੀ ਸਾਡੀ ਪਾਰਟੀ ਦੀ, ਸ਼ਰਨ ਕਾਸਟੀ, ਔਰ ਬੜੀ ਪਾਪੂਲਰ ਸੀ ਜੀ। ਅਤੇ ਉਸ ਟਾਈਮ ਦੇ ਇਲੈਕਸ਼ਨ ਜਿਹੜੀ ਹੋਣੀ ਸੀ ਨੈਚੁਰਲੀ, ਅਤੇ ਉਹ ਇਲੈਕਸ਼ਨ ਦੇ ਵਿੱਚ ਨਾ ਲੋਕੀ ਪਹਿਲਾਂ ਹੀ ਅਪਸੈਟ ਸੀ ਵੀ ਸਾਨੂੰ ਇਹ ਬੰਦੇ ਨਹੀਂ ਸਮਝਦੇ। ਉਹ ਲੱਭਦੇ ਫਿਰਦੇ ਸੀ ਵੀ ਆਪਾਂ ਕੀ ਕਰੀਏ। ਅਤੇ ਮੈਂ ਉਹਨਾਂ ਨਾਲ ਇਨਵੋਲਵਮੈਂਟ ਮੇਰੀ ਕਾਫੀ ਹੋ ਗਈ, ਕਾਫੀ ਲੋਕ ਸੀ। ਅਤੇ ਉਸ ਇਨਵੋਲਵਮੈਂਟ ਦੇ ਵਿੱਚੋਂ ਮੈਨੂੰ ਇਹ ਨਹੀਂ ਸੀ ਪਤਾ ਵੀ ਮੇਰੇ ਗੱਲ ਹੀ ਚੱਕਰ ਪੈਣਾ, ਕਿਉਂਕਿ ਮੈਂ ਵੀ ਇਹ ਰਸਤੇ ਦੇ ਵਿੱਚ ਪੈਣਾ, ਕਿਉਂਕਿ ਮੈਨੂੰ ਸਮਝ ਨਹੀਂ ਸੀ ਇਸ ਗੱਲ ਦੀ। ਮੇਰੇ ਕੋਲ ਤਾਂ ਜਿੰਨੇ ਆਉਣਾ, ਉਹਨੇ ਕਹਿਣਾ ਜੀ ਸਾਨੂੰ ਡੋਨੇਸ਼ਨ ਦੇ ਦਿਓ, ਮੈਂ ਡੋਨੇਸ਼ਨ ਲਿਖ ਕੇ ਦੇ ਦੇਣੀ ਕਿਸੇ। ਮੈਨੂੰ ਇਹ ਵੀ ਨਹੀਂ ਸੀ ਪਤਾ ਵੀ ਪੋਲੀਟੀਕਲ ਪਾਰਟੀ ਕਿਹੜੀ ਹੈ ਜੀ। ਸੋ ਨੈਚੁਰਲੀ ਕੋਈ ਬੰਦੇ ਸੀ, ਉਹਨਾਂ ਨੇ ਮੇਰਾ ਕਨੈਕਸ਼ਨ ਕਰਾ ਕੇ, ਅਤੇ ਲੀਡਰ ਨੇ ਮੈਨੂੰ, ਉਹਨਾਂ ਨਾਲ ਮੀਟਿੰਗ ਹੋ ਗਈ, ਹਜ਼ਾਰਾਂ ਲੋਕਾਂ ਦੀ ਨੋਮੀਨੇਸ਼ਨ ਮੇਰੀ ਉਹਨਾਂ ਨੇ ਖੜੀ ਕਰ ਦਿੱਤੀ। ਐਡਾ ਵੱਡਾ ਅਗਲੇ ਦਿਨ ਵਿਨੀਪੈਗ ਫ੍ਰੀ ਪ੍ਰੈਸ ਦੀ ਫਰੰਟ ਪੇਜ ਦੀ ਸਟੋਰੀ ਸੀ ਵੀ ਲਿਬਰਲ ਨੋਮੀਨੇਸ਼ਨ ਡਿਸਪਿਊਟਡ, ਐਵੇਂ ਕਹਾਣੀ ਬਣਾਤੀ ਜੀ। ਸੋ ਮੁਸ਼ਕਿਲ ਤਾਂ ਉਦੋਂ ਹੀ ਸ਼ੁਰੂ ਹੋ ਗਈ। ਮੈਂ ਕਿਹਾ ਇੱਕ ਤਾਂ ਉਹਨਾਂ ਕਹਿਣਾ ਵੀ ਇਹਦਾ ਨਾਂ ਕਿਹੋ ਜਿਹਾ, ਇਹਦਾ ਨਾਂ ਬੜਾ ਲੰਬਾ, ਛੋਟਾ ਨਹੀਂ ਕਰਦਾ, ਇੱਕ ਨੇ ਦਾੜੀ ਰੱਖੀ ਹੈ, ਇਹਦੇ ਨਾਲ ਫੋਟੋਆਂ ਦੇ ਬੰਦੇ ਤੁਰੇ ਫਿਰਦੇ ਨੇ। ਸੋ ਆਹ ਸ਼ੁਰੂਆਤ ਹੈ। ਉਹ ਇਲੈਕਸ਼ਨ ਹੋਈ ਅਤੇ ਉਹਦਾ ਮਿਡਲ ਤੱਕ, ਅਤੇ ਉਹਦੀ ਇਲੈਕਸ਼ਨ ਦੇ ਵਿੱਚ ਆ ਵੀ ਜਿਹੜਾ ਉਸ ਸਮੇਂ ਦੇ ਲਿਬਰਲ ਪਾਰਟੀ ਦੇ ਉੱਥੇ ਮੈਨੀਟੋਬਾ ਦੇ ਥੰਮਸਨ ਦੋ, ਇੱਕ ਤੇ ਲੀਡਰ ਸਾਡੇ ਸ਼ਰਨ ਕਾਸਟਰ, ਦੂਜੇ ਲੋਇਡ ਐਕਸਵਰਦੀ ਜਿਹੜੇ ਕਿ ਫੋਰਨ ਮਿਨਿਸਟਰ ਰਹਿ ਚੁੱਕੇ ਨੇ, ਉਹਨਾਂ ਦੀ ਸਾਰੀ ਟੀਮ ਨੇ ਮੇਰੀ ਕੈਂਪੇਨ ਚੁੱਕ ਲਈ। ਸੋ ਪਰ ਫਿਰ ਵੀ ਜਦੋਂ ਮੈਂ ਡੋਰ ਨੌਕ ਜਾਣਾ ਕਰਨ, ਉਹਨਾਂ ਨੇ ਮੇਰੇ ਵੱਲ ਵੇਖ ਕੇ ਤੇ ਕਿਸੇ ਨੇ ਦਰਵਾਜ਼ਾ ਫਟਾਕ ਕਰਦਾ ਮਾਰਨਾ ਸਾਡੇ ਮੂੰਹ 'ਤੇ ਵੀ, ਜਾਓ ਭੱਜੋ ਉੱਥੋਂ, ਤੁਸੀਂ ਕਿੱਥੋਂ ਆ ਗਏ। ਅੱਛਾ ਜੀ। ਸੋ ਇਹੋ ਜਿਹੀਆਂ ਘਟਨਾ ਕਈ ਹੋਈਆਂ। ਸੋ 1988 ਦੀ ਗੱਲ ਦੱਸਣਾ ਪਿਆ। ਫਿਰ ਪਰ ਅਸੀਂ ਜਦੋਂ ਇਲੈਕਸ਼ਨ 'ਚ ਖੜੇ ਹੋ ਗਏ, ਹੁਣ ਅਸੀਂ ਪਿੱਛੇ ਤੇ ਹਟ ਨਹੀਂ ਸਕਦੇ ਜੀ। ਕਮਿਊਨਿਟੀ ਨੇ ਕਿਹਾ ਵੀ ਤੁਹਾਡੀ ਸਪੋਰਟ 'ਤੇ ਹੈਗੇ, ਕਰੋ ਜੀ। ਅਤੇ ਫਿਰ ਉਦੋਂ ਫਿਰ ਇੱਕ ਇਲੈਕਸ਼ਨ ਦੇ ਮਿਡਲ ਦੇ ਵਿੱਚ ਇੱਕ ਲੈਟਰ ਮੇਰੇ ਵਾਈਫ ਜਿਹੜੇ ਕਿ ਇੱਥੇ ਆਏ ਨੇ ਨਾ ਮੁਲਕਾਂ 'ਚ, ਪਹਿਲਾਂ ਉਹ 5 ਸਾਲ ਦੀ ਉਮਰ 'ਚ ਆਏ ਨੇ, ਉਹਨਾਂ ਨੂੰ ਅੰਡਰਸਟੈਂਡਿੰਗ ਸਾਰੀ ਲਿਖਣ ਪੜ੍ਹਨ ਦਾ ਬਹੁਤ ਸੀ। ਉਹਨੇ ਲਿਖ ਕੇ ਇੱਕ ਲੈਟਰ ਪਾਇਆ ਜੀ ਵੀ ਅਸੀਂ ਵੀ ਉਹੀ ਲੋਕ ਹਾਂ ਜਿਹੋ ਜਿਹੇ ਤੁਸੀਂ ਹੋ। ਫਿਰ ਦੱਸਿਆ ਵੀ ਸਾਰੀਆਂ ਗੱਲਾਂ, ਫਿਰ ਮੈਂ ਐਕਸਪਲੇਨ ਕਰਨਾ ਸ਼ੁਰੂ ਕਰਤਾ
ਵੀ ਆਹ ਜਿਹੜੇ ਲੋਕਾਂ ਨੂੰ ਰੋਜ਼ ਸਵਾਲ ਕਰਦੇ ਆ ਤੁਹਾਡੇ ਨਾਲ ਫਸਟ ਵਰਲਡ ਵਾਰ ਸੈਕੰਡ ਵਰਲਡ ਵਾਰ ਮੋਢੇ ਨਾਲ ਮੋਢਾ ਲਾ ਕੇ ਨਹੀਂ ਤੁਹਾਡੇ ਅੱਗੇ ਖੜੇ ਸੀ ਜੀ। ਤੁਸੀਂ ਇਹਨਾਂ ਨੂੰ ਮੈਡਲਸ ਦੇ ਕੇ ਤੇ ਬੜੇ ਵੱਡੀਆਂ ਵੱਡੀਆਂ ਕੁਰਸੀਆਂ ਤੇ ਬਿਠਾ ਕੇ ਤੇ ਡੈਕੋਰੇਟ ਕਰਦੇ ਸੀ ਵੀ ਸਾਡੇ ਸੋਲਜਰ ਨੇ। ਅਸੀਂ ਉਸੇ ਕਮਿਊਨਿਟੀ ਦੇ ਲੋਕ ਹਾਂ, ਉਹ ਕਾਮਨਵੈਲਥ ਦਾ ਹਿੱਸਾ। ਵੈਸੇ ਜਿਸ ਤਰ੍ਹਾਂ ਬਾਕੀ ਲੋਕ ਆਉਂਦੇ ਨੇ ਉਸ ਤਰ੍ਹਾਂ ਇਹ ਲੋਕ ਆਏ ਨੇ। ਸੋ ਐਕਸਪਲੇਨ ਕਰਦੇ ਕਰਦੇ ਹੌਲੀ ਹੌਲੀ ਤਾਂ ਇੱਕ ਤਰ੍ਹਾਂ ਦੀ ਤੇ ਪੂਰੀ ਉਹ ਵੇਵ ਬਣ ਗਈ। ਜਿਹੜੀ ਕੋਈ 40-45 ਸਾਲ ਦੀ ਸੀਟ ਸੀ ਦੂਜੀ ਪਾਰਟੀ ਦੀ, ਉਹ ਸਾਡੇ ਮੇਰੇ ਕੋਲ ਆ ਗਈ। ਉਹ ਸਾਰੇ ਜਿਹੜੇ ਸੀ ਨਾ ਮਿਸਟਰ ਕਰਚੀਆਂ ਜਾਂ ਉਸ ਸਮੇਂ ਦੇ ਜਿੰਨੇ ਵੀ ਸੀ ਲੀਡਰ ਸਾਰੇ ਉਹ ਕੈਂਪੇਨ 'ਚ ਆਏ, ਉਹਨਾਂ ਦੇ ਸਾਨੂੰ ਚੁੱਕ ਲਿਆ। ਮੈਨੂੰ ਤਾਂ ਆਪ ਨਹੀਂ ਸਮਝ ਆਈ ਬਾਅਦ 'ਚ ਵੀ ਅਸੀਂ ਐਡਾ ਵੱਡਾ ਕੰਮ ਕਰਤਾ। ਥੋੜ੍ਹੀ ਦੇਰ ਤਾਂ ਮੈਨੂੰ ਨਹੀਂ ਪਤਾ ਲੱਗਾ ਵੀ ਇਹ ਕੰਮ ਹੋ ਗਿਆ ਠੀਕ, ਪਰ ਨੈਚੁਰਲੀ ਪ੍ਰੋਫਾਈਲ ਮਿਲਿਆ, ਫਿਰ ਕੰਮ ਸ਼ੁਰੂ ਕਰਤਾ। ਫਿਰ ਅਸੀਂ ਸਾਰੀ ਕਮਿਊਨਿਟੀ ਲਈ ਕੰਮ ਕੀਤਾ। ਉੱਥੇ ਪਹੁੰਚ ਕੇ ਅਸੀਂ ਉਹਨਾਂ ਨੇ ਸਾਨੂੰ ਰਿਸਪੈਕਟ ਬੜੀ ਕੀਤੀ। ਮੈਨੀਟੋਬਾ ਲੈਜਿਸਲੇਚਰ ਦੇ ਵਿੱਚ ਇੱਕ ਦੋ ਵਾਰੀ ਘਟਨਾ ਹੋਈਆਂ, ਮਿਸਅੰਡਰਸਟੈਂਡਿੰਗ ਹੋ ਜਾਂਦੀ ਹੈ, ਪਰ ਮੋਸਟਲੀ ਸਾਰੇ ਮੇਰੇ ਫਰੈਂਡਸ ਬਣ ਗਏ। ਫਿਰ ਉਹਨਾਂ ਨੂੰ ਦੱਸਿਆ, ਫਿਰ ਉੱਥੇ ਵਿਸਾਖੀ ਦਾ ਫੰਕਸ਼ਨ ਦੂਜੇ ਤੀਜੇ ਵੀ ਸ਼ੁਰੂ ਹੋ ਗਏ, ਦੀਵਾਲੀ ਦਾ ਕੰਮ ਸ਼ੁਰੂ ਹੋ ਗਿਆ, ਮਸਜਿਦ ਵਾਲੇ ਵੀ ਆ ਕੇ ਉੱਥੇ ਆਪਣਾ ਮਿਲਣਾ ਸ਼ੁਰੂ ਹੋ ਗਏ। ਮੈਂ ਪਹਿਲੀ ਸਹੁੰ ਇੱਥੇ ਲੋਕਾਂ ਨੇ ਇੰਨਾ ਵੱਡਾ ਗੱਲ ਬਣਾਈ ਹੈ ਜੀ। ਅਸੀਂ ਜੀ ਗੁਰੂ ਗ੍ਰੰਥ ਸਾਹਿਬ ਦੇ ਸਹੁੰ ਚੁੱਕਦੇ ਹਾਂ। ਮੈਂ 1988 ਵਿੱਚ ਕਿਸੇ ਨੂੰ ਪਤਾ ਨਹੀਂ, ਮੈਂ ਦੋਨਾਂ ਵਾਰੀ ਤੇ ਗੁਟਕਾ ਸਾਹਿਬ ਤੇ ਆਪਣੀ ਸਹੁੰ ਚੁੱਕੀ ਹੈ। ਮੇਰਾ ਧਰਮ ਤੇ ਉਹ ਮੇਰੀ ਸਟਰੈਂਥ ਹੈ, ਉਹ ਮੇਰੀ ਕੋਈ ਪੋਲਿਟਿਕਸ ਥੋੜ੍ਹੀ ਹੈ ਜੀ। ਸੋ ਉਹ ਦੋਨੋਂ ਵਾਰੀ ਕੀਤਾ, ਫਿਰ ਜਿੱਤੇ, ਫਿਰ ਬੜਾ ਪ੍ਰੋਮੀਨੈਂਟ ਰੋਲ ਸੀ ਮੇਰਾ ਪਾਰਟੀ ਵਿੱਚ। ਤੇ ਉਸ ਤੋਂ ਬਾਅਦ ਇਹ ਸਾਰੇ ਕੀਤੇ ਨੇ ਵਿਨ। ਮੈਂ ਉਹਦੇ ਬਾਰੇ ਵੀ ਗੱਲ ਦੱਸਣੀ ਚਾਹੁੰਦਾ। ਮੈਨੂੰ ਤੁਸੀਂ ਉਦੋਂ ਫਿਰ 88 ਤੋਂ ਉੱਥੇ ਮਿਨਿਸਟਰ ਵੀ ਬਣੇ ਸੀ? ਉਹ ਸਾਡੀ ਗਵਰਨਮੈਂਟ ਨਹੀਂ ਬਣੀ ਉੱਥੇ। ਅੱਛਾ ਜੀ। ਸਾਡੀ ਆਪੋਜੀਸ਼ਨ 'ਚ ਰਹੀ। ਫਿਰ ਫੈਮਿਲੀ ਇੱਧਰ ਨੂੰ ਮੂਵ ਹੋ ਗਏ, ਪੇਰੈਂਟਸ ਤੇ ਹੋਰ ਵੀ ਜਿਹੜੇ ਸੀ ਨਾ ਕਨੈਕਸ਼ਨਸ ਇੱਧਰ ਸੀ। ਫਿਰ ਮੈਂ ਇੱਥੇ ਆ ਗਿਆ। ਇੱਥੇ ਆ ਕੇ ਮੈਂ ਫਿਰ ਤੁਸੀਂ ਕਿਹੜੇ ਸਾਲ 'ਚ ਆਏ ਫਿਰ? ਮੈਂ 1993 'ਚ ਆ ਕੇ ਇੱਥੇ ਫਿਰ ਮੈਂ ਕਾਮਯਾਬ ਹੋਇਆ। ਫਿਰ ਮੈਂ ਇੱਥੇ ਮਿਨਿਸਟਰ ਬਣਿਆ। ਫਿਰ ਮੈਂ ਉਹ ਕੰਮ ਕਰਦਾ ਪਿਆ ਸੀ। ਮੈਨੂੰ ਫੈਡਰਲ ਗਵਰਨਮੈਂਟ, ਸਾਡੇ ਪ੍ਰਧਾਨ ਮੰਤਰੀ ਉਦੋਂ ਪਾਲ ਮਾਡਰਨ ਹੁੰਦੇ ਸੀ, ਉਹਨਾਂ ਦੇ ਬੰਦੇ ਦਾ ਫੋਨ ਆਇਆ ਵੀ ਤੂੰ ਗੁਲਜ਼ਾਰ ਖੜਾ ਹੋ ਜਾ ਸਾਡੇ ਵੱਲ, ਤੇਰੇ ਚਾਂਸਿਸ ਬੜੇ ਨੇ। ਮੈਂ ਕਿਹਾ ਵੀ ਚਲੋ ਤੁਹਾਡੇ ਵੱਲ ਖੜਾ ਹੋ ਜਾਣਾ। ਬਿਨਾਂ ਕਈ ਵਾਰੀ ਬੰਦਾ ਪੂਰਾ ਪੋਲਿਟਿਕਸ ਵਿੱਚ ਸੋਚ ਤਾਂ ਸਕਦੇ ਨਹੀਂ ਬਹੁਤਾ। ਇੱਥੇ BC 'ਚ ਆ ਕੇ ਇੱਕ ਤਾਂ ਇਹ ਸੀ ਕਿ ਜਿਹੜੇ ਤੁਸੀਂ ਮੰਤਰੀ ਬਣੇ ਸੀ, ਉਹ ਇੱਕ ਤੁਹਾਡੇ ਲਈ ਹੀ ਮੈਨੂੰ ਲੱਗਦਾ ਕ੍ਰੀਏਟ ਕੀਤਾ ਗਿਆ ਸੀ। ਉਹ ਮਹਿਕਮਾ ਮੈਂਟਲ ਹੈਲਥ ਦੇ ਮਿਨਿਸਟਰ ਤੁਸੀਂ ਬਣੇ ਸੀ। ਪਹਿਲਾਂ ਸ਼ਾਇਦ ਇਹੋ ਜਿਹਾ ਕੋਈ ਮੰਤਰੀ ਸੀ? ਉਹ ਜਿਹਾ ਕੋਈ ਕਾਮਨਵੈਲਥ ਵਿੱਚ ਵੀ ਨਹੀਂ ਸੀ ਹੈਗਾ ਉਹ ਸਿਸਟਮ। ਮੈਂ ਚਾਹੁੰਦਾ ਸੀ ਮੈਂ ਕੰਮ ਕਰਾਂ ਜੀ, ਅਤੇ ਮੈਨੂੰ ਤਾਂ ਹੋਰ ਵੀ ਆਪਸ਼ਨ ਮਿਲਣੀਆਂ ਸੀ ਜੇ ਮੈਂ ਅੜ ਜਾਂਦਾ ਵੀ ਆਹ ਨਹੀਂ ਮੈਂ ਕਰਨਾ, ਉਹ ਨਹੀਂ ਕਰਨਾ। ਮੈਂ ਕਿਹਾ ਵੀ ਤੁਸੀਂ ਆਹ ਮੈਨੂੰ ਕੰਮ ਆਉਂਦਾ, ਮੈਨੂੰ ਇਹ ਕੰਮ ਕਰਨ ਦਿਓ ਜੀ। ਉਹ ਕੰਮ ਕਰਦਿਆਂ ਬੜੀ ਕਾਮਯਾਬੀ ਹੋਈ। ਮੈਂ ਸਾਰੀ ਕਮਿਊਨਿਟੀ ਦੇ ਵਿੱਚ ਕੰਮ ਕੀਤਾ, ਸਾਰੀਆਂ ਬਾਕੀ ਪ੍ਰੋਵਿੰਸ ਲਈ ਕੰਮ ਕਰਨੇ ਪਏ ਹਾਂ। 88 ਤੋਂ ਜਦੋਂ ਇਲੈਕਸ਼ਨ ਤੋਂ ਬਾਅਦ, ਅਤੇ ਪਹਿਲਾਂ ਵੀ ਅਸੀਂ ਇਸ ਮੁਲਕ ਵਾਸਤੇ ਇਮਾਨਦਾਰ ਸੀ, ਉਸ ਤੋਂ ਬਾਅਦ ਬਾਕੀਆਂ ਨੂੰ ਵੀ ਵਿੱਚ ਲਿਆ ਕੇ ਇਹ ਸ਼ੋਅ ਕੀਤਾ ਵੀ ਜਿਹੜੀ ਪੰਜਾਬੀ ਕਮਿਊਨਿਟੀ ਹੈ, ਇੰਡੋ ਕੈਨੇਡੀਅਨ ਭਾਈਚਾਰਾ, ਇਹ ਕੋਈ ਨਵਾਂ ਨਹੀਂ ਆਇਆ। ਪਹਿਲਾਂ ਹੁਣ ਤਾਂ 110 ਸਾਲ ਹੋ ਗਏ ਨੇ ਅੱਜ, ਅਤੇ ਉਸ ਤੋਂ ਪਹਿਲਾਂ ਉਸ ਸਮੇਂ 80 ਸਾਲ ਸੀ। ਕੋਈ ਨਵੇਂ ਤਾਂ ਨਹੀਂ ਹੈਗੇ ਜੀ। ਸੋ ਸਾਰੀ ਗੱਲ ਆਪਾਂ ਪਹੁੰਚੋਂ ਕਿ ਉਹ ਲੋਕੀ ਨਾ ਕਾਮਾ ਘਾਟੋ ਮਾਰੂ ਦੇ ਉਹੀ ਗੱਲ 'ਤੇ ਪਏ ਰਹਿੰਦੇ ਨੇ, ਬਾਕੀ ਨਹੀਂ ਗੱਲ ਦੱਸਦੇ ਵੀ ਅਸੀਂ ਇੱਥੇ ਕਾਮਯਾਬ ਕਿੰਨੇ ਆ ਜੀ। ਪੋਜ਼ੀਟਿਵ ਗੱਲ ਮੇਰਾ ਹੈਗਾ ਇੱਕੋ ਹੀ, ਮੈਂ ਕਿ ਸਾਰਿਆਂ ਨੂੰ, ਤੁਹਾਡੇ ਪ੍ਰੋਗਰਾਮ ਸੁਣਨ ਵਾਲਿਆਂ ਨੂੰ, ਆਪਣੀ ਲੰਬੀ ਲਕੀਰ ਖਿੱਚੋ, ਦੂਜਿਆਂ ਨੂੰ ਥੱਲੇ ਕਰਨ ਦਾ ਕੋਈ ਮਤਲਬ ਨਹੀਂ ਜੀ। ਅਸੀਂ ਸੈਕੂਲਰ ਲੋਕ ਹਾਂ। ਅਸੀਂ ਜ਼ਰੂਰ ਵੇਖਿਆ ਵੀ ਫੈਮਲੀਜ਼ ਨੇ ਦੇਖੀ, ਪਾਰਟੀਸ਼ਨ ਦੇਖੀ ਹੈ। ਅਸੀਂ ਉਹ ਮੈਨੂੰ ਕਿਸੇ ਦਿਨ ਪੁੱਛਿਆ ਕਿਸੇ ਰਿਪੋਰਟਰ ਨੇ ਵੀ ਕਿਸ ਤਰ੍ਹਾਂ, ਮੈਂ ਕਿਹਾ ਅਸੀਂ ਤਾਂ ਗ੍ਰੈਂਡ ਸਨਸ ਆਫ ਜਿਹੜੇ ਲੋਕਾਂ ਨੂੰ ਉੱਥੋਂ ਕੱਢਿਆ, ਉੱਥੋਂ ਆਏ ਸੀ, ਉਹ ਆਪਣੇ ਮੁਲਕ 'ਚ ਰਿਫਿਊਜੀ ਬਣ ਗਏ ਜੀ। 3 ਹਫ਼ਤੇ ਉਹ 3 ਮਹੀਨੇ ਰਹੇ ਆਪਣੇ 3 ਹਫ਼ਤੇ ਰਿਫਿਊਜੀ ਕੈਂਪ 'ਚ ਰਹੇ। ਸੋ ਉਹ ਗੱਲਾਂ ਤਾਂ ਪਾਰਟ ਆਫ ਸਾਡੀ ਹਿਸਟਰੀ ਹੈ, ਪਰ ਉਹਦੇ 'ਤੇ ਅਸੀਂ 24 ਘੰਟੇ 'ਤੇ ਨਹੀਂ ਨਾ ਬਹਿ ਸਕਦੇ ਜੀ। ਸੋ ਮੂਵ ਕਰਨਾ ਪਿਆ। ਸੋ ਇੱਥੇ ਰਹਿ ਕੇ ਕੰਮ ਕੀਤਾ। ਉਸ ਤੋਂ ਬਾਅਦ ਮੈਂ ਲੀਡਰਸ਼ਿਪ, ਮੈਂ ਦੱਸਣਾ ਜੌਨ ਕਰਚੀਆਂ ਦੀ ਸਪੋਰਟ ਕੀਤੀ ਅਸੀਂ। ਉਸ ਤੋਂ ਬਾਅਦ ਪਾਲ ਮਾਰਟਨ ਦੀ ਸਪੋਰਟ ਕੀਤੀ। ਮੇਰੇ ਨਾਲ ਜੌਨ ਟਰਨਰ ਪ੍ਰਧਾਨ ਮੰਤਰੀ ਸੀ ਉਹ। ਉਸ ਤੋਂ ਇਲਾਵਾ ਫਿਰ ਆਪਣੇ ਜਸਟਿਨ ਟਰੂਡੋ ਦੇ ਫਾਦਰ ਜਿਹੜੇ ਸੀ, ਉਹਨਾਂ ਦੀ ਜਦੋਂ ਉਹਨਾਂ ਨੇ ਛੱਡਿਆ 1993 ਦੇ ਵਿੱਚ, ਉਦੋਂ ਵੀ ਉਹਨਾਂ ਨਾਲ ਮੇਰੀ ਡਾਇਰੈਕਟਲੀ ਤਾਂ ਨਹੀਂ ਕਦੀ 1-to-1 ਮੁਲਾਕਾਤ ਹੋ ਸਕੀ, ਬਟ ਮੀਚਲੀ ਇੱਕ ਡਿਬੇਟ ਸੀ ਬੜਾ ਵੱਡਾ ਕੈਨੇਡਾ ਦੀ। ਜਦੋਂ ਕੁਬੈਕ ਨਿਕਲਣਾ ਚਾਹੁੰਦਾ ਸੀ, ਉਸ ਡਿਬੇਟ ਦੇ ਵਿੱਚ ਬੜਾ ਐਕਟਿਵ ਰੋਲ ਕੀਤਾ ਅਸੀਂ ਜੀ। ਮੈਂ ਉਦੋਂ ਅਸੈਂਬਲੀ ਵਿੱਚ ਸੀ। ਸੋ ਅਸੀਂ ਤਾਂ ਚਾਹੁੰਦੇ ਹਾਂ ਵੀ ਮੁਲਕ ਸਾਡਾ ਇਕੱਠਾ ਰਹੇ, ਅਤੇ ਜਦੋਂ ਇਸ ਮੁਲਕ ਨੂੰ ਇਕੱਠਾ ਅਸੀਂ ਰੱਖਣਾ ਚਾਹੁੰਦੇ ਹਾਂ, ਅਤੇ ਜਿੱਥੋਂ ਆਏ ਹਾਂ ਉਹਨੂੰ ਕਿਉਂ ਤੋੜਨ ਦੀ ਟਰਾਈ ਕਰਨੇ ਆ ਜੀ। ਦੇਖੋ ਇਹ ਜਿਹੜਾ ਬੜਾ ਵਧੀਆ ਮੁਲਕ ਹੈ, ਅਤੇ ਜਿੱਥੋਂ ਅਸੀਂ ਆਏ ਹਾਂ ਉਹਨਾਂ ਦੀ ਵੀ ਸਿਸਟਮ ਚੰਗਾ। ਅਸੀਂ ਸੋ ਇੱਥੇ ਤੁਸੀਂ ਹਮੇਸ਼ਾ ਦੇਖਦੇ ਹੋ ਕਿੰਨਾ ਟਾਈਮ ਸਪੈਂਡ ਲੋਕ ਕਰਦੇ ਨੇ ਇੱਕੋ ਚੀਜ਼ 'ਤੇ। ਜੇ ਆਪਾਂ ਨੂੰ ਜਦੋਂ ਅਸੀਂ ਛੱਡ ਹੀ ਆਏ ਹਾਂ,
ਜੀ ਤਰੱਕੀ ਲਈ ਆਏ ਹਾਂ, ਉਹਨਾਂ ਵਾਸਤੇ ਚੰਗਾ ਸੋਚੀਏ, ਪਰ ਉਸ ਸਿਸਟਮ ਨੂੰ 24 ਘੰਟੇ ਕੰਪੇਅਰ ਨਹੀਂ ਕਰ ਸਕਦੇ। ਜੀ ਸੇਮ ਗੱਲ ਹੈ ਹੀ ਨਹੀਂ। ਜੀ ਜਿਹੜਾ ਤੁਸੀਂ ਹੁਣ ਜ਼ਿਕਰ ਕਰ ਰਹੇ ਸੀ ਵਿੱਚ ਹੋਰ ਮੈਂ ਗੱਲ ਪੁੱਛ ਲਈ ਕਿ ਤੁਹਾਨੂੰ ਉਸ ਵੇਲੇ ਦੇ ਪ੍ਰਧਾਨ ਮੰਤਰੀ ਉਹਨਾਂ ਦਾ ਫੋਨ ਆਇਆ ਕਿ ਤੁਸੀਂ ਸਾਡੇ ਵੱਲੋਂ ਖੜ੍ਹ ਜਾਓ, ਫਿਰ ਉਹ ਫੈਡਰਲ ਚੋਣ ਸੀ ਜਾਂ ਪ੍ਰੋਵਿੰਸ਼ੀਅਲ? ਫੈਡਰਲ ਚੋਣ ਸੀ। ਉਹ ਫੈਡਰਲ ਚੋਣ ਦੇ ਵਿੱਚ ਇਹ ਸਿਆਪਾ ਪੈ ਗਿਆ ਕਿ ਉਦੋਂ ਇੱਕ RCMP ਦੀ ਇਨਵੈਸਟੀਗੇਸ਼ਨ ਹੋ ਗਈ, ਜੀ ਸਪਾਂਸਰਸ਼ਿਪ ਇੱਕ ਸਕੈਂਡਲ ਸੀ, ਉਹਦੇ ਵਿੱਚ ਹੀ ਸਾਡੀ ਇਲੈਕਸ਼ਨ ਹਾਰ ਗਈ। ਜੀ ਉਸ ਤੋਂ ਬਾਅਦ ਮੈਂ ਆਪਣੀ ਮੈਡੀਸਨ ਚਲਾ ਗਿਆ, ਆਪਣਾ ਕੰਮ ਸ਼ਮ ਆਪਣਾ ਮੈਂ ਪ੍ਰੈਕਟਿਸ ਕਰਨਾ, ਮੈਂ ਟੀਚ ਕਰਨਾ। ਮੇਰੇ ਕੋਲ 3 ਡਾਕਟਰ ਦੀ ਸਾਡੀ ਪ੍ਰੈਕਟਿਸ ਹੈ। ਮੇਰਾ ਇਮੀਗ੍ਰੇਸ਼ਨ ਮੈਡੀਕਲਸ ਕੈਨੇਡਾ ਦੇ, USA ਦੇ, ਏਵੀਏਸ਼ਨ ਮੈਡੀਕਲ ਐਗਜ਼ਾਮੀਨਰ ਹਾਂ ਮੈਂ ਕਲੀਨਿਕਲੀ ਟੀਚ ਕਰਨਾ ਸਟੂਡੈਂਟਸ ਨੂੰ। ਜੀ ਅਤੇ ਇਹਦੇ ਨਾਲ ਜਿਹੜੀ ਇਸ ਦਰਮਿਆਨ ਜਿਹੜੀ ਸਾਰਾ ਸਿਸਟਮ, ਉਹਦੇ ਵਿੱਚ ਇੱਕ ਮੇਜਰ ਪਾਰਟ ਹੈਗਾ ਮੇਰੇ ਪਰਿਵਾਰ ਦਾ, ਜੀ ਮੇਰੀ ਵਾਈਫ ਦਾ ਅਤੇ ਮੇਰੇ ਬੱਚਿਆਂ ਦਾ, ਜੀ ਤੇ ਮੇਰੀ ਐਕਸਟੈਂਡਡ ਫੈਮਿਲੀ ਦਾ, ਜੀ ਦੋਨਾਂ ਸਾਈਡਾਂ ਦੀ, ਮੇਰੇ ਵੱਲੋਂ ਵੀ ਅਤੇ ਮੇਰੇ ਇਨ-ਲਾਜ਼ ਵੱਲੋਂ ਵੀ। ਇਹ ਬੜਾ ਵੱਡਾ ਰੋਲ ਹੈ ਸਪੋਰਟ ਸਿਸਟਮ ਪ੍ਰੋਵਾਈਡ ਕਰਨ ਲਈ। ਜੀ ਬੱਚੇ ਮੇਰੇ ਪਹਿਲੀ ਵਾਰੀ ਜਦੋਂ ਮੈਂ ਇਲੈਕਸ਼ਨ ਖੜਿਆ ਹੋਇਆ, ਬੇਟਾ ਮੇਰਾ 5 ਸਾਲ ਦਾ ਸੀ, ਬੇਟੀ ਮੇਰੀ 2 ਸਾਲ ਦੀ ਸੀ। ਜੀ ਕਿਸੇ ਨੇ ਮੇਰੀ ਬੇਟੀ ਨੂੰ ਪੁੱਛਿਆ ਵੀ ਤੇਰੇ ਡੈਡ ਦਾ ਕੀ ਨਾਂ ਹੈ, ਕਹਿੰਦੀ ਲਿਬਰਲ MLA। ਅੱਛਾ ਜੀ। ਉਹ ਜਿਹੜੇ ਲੋਕ ਬੱਚੇ ਆਪਣਿਆਂ ਨੂੰ ਖੜਦੇ ਨੇ ਛੋਟੀ ਉਮਰ ਦੇ ਵਿੱਚ ਆਪਣੇ ਖੇਡਣ ਵਾਸਤੇ, ਮੈਂ ਇਹਨਾਂ ਨੂੰ ਕਨਵੈਨਸ਼ਨ ਖੜਦਾ ਹੁੰਦਾ ਸੀ ਨਾਲ, ਜੀ ਕਿਉਂਕਿ ਕੋਈ ਚੁਆਇਸ ਨਹੀਂ ਸੀ ਰਹਿ ਗਈ। ਸੋ ਫੈਮਿਲੀ ਦੇ ਤੌਰ 'ਤੇ ਬਹੁਤ ਸਫਰ ਕੀਤਾ ਫਾਈਨੈਂਸ਼ੀਅਲੀ, ਜੀ ਅਤੇ ਉਸ ਤਰ੍ਹਾਂ ਵੀ ਸਟਰੈਸ ਬੜਾ ਲੈਵਲ ਰਿਹਾ ਸਾਡੇ 'ਤੇ। ਜੀ ਪਰ ਓਵਰਆਲ ਮੈਂ ਸਮਝਦਾ ਵੀ ਤੁਹਾਨੂੰ ਕਿਸੇ ਕੰਮ ਲਈ ਤੇ ਸੈਕਰੀਫਾਈਸ ਤੇ ਕਿਸੇ ਨਾ ਕਿਸੇ ਨੂੰ ਕਰਨਾ ਪੈਣਾ। ਹੋ ਜਾਂਦਾ ਕਈ ਵਾਰੀ, ਇਹ ਜੇ ਮੈਨੂੰ ਪਤਾ ਹੁੰਦਾ ਜੀ ਕਿ ਇਹੋ ਜਿਹੇ ਹਾਲਾਤ 'ਚ ਮੈਂ ਆਉਣਾ, ਸ਼ਾਇਦ ਮੈਂ ਨਾ ਕੰਮ ਕਰਦਾ। ਜੀ ਜਿਸ ਤਰੀਕੇ ਨਾਲ ਤੁਸੀਂ ਦੱਸਿਆ ਕਿ ਜਦੋਂ ਤੁਸੀਂ ਪਹਿਲੀ ਵਾਰ ਇਲੈਕਸ਼ਨ 'ਚ ਖੜ੍ਹੇ ਸੀ ਤਾਂ ਇੱਕ ਬਹੁਤ ਹੂਆ ਬਣਿਆ ਹੋਇਆ ਸੀਗਾ ਆਪਣੇ ਭਾਈਚਾਰੇ ਦੇ ਖਿਲਾਫ, ਔਰ ਲੋਕ ਤੁਹਾਨੂੰ ਦੇਖ ਕੇ ਦਰਵਾਜ਼ਾ ਬੰਦ ਕਰ ਲੈਂਦੇ ਸੀ। ਸੋ ਜਦੋਂ ਇਹੋ ਜਿਹੇ ਹਾਲਾਤ ਹੁੰਦੇ ਆ ਕਈ ਵਾਰੀ, ਕਿਉਂਕਿ ਅਸੀਂ ਜਿਸ ਕਮਿਊਨਿਟੀ ਨਾਲ ਰੱਖਦੇ ਹਾਂ, ਜਿੱਥੋਂ ਅਸੀਂ ਆਉਂਦੇ ਹਾਂ, ਸਾਡੇ ਲਈ ਇੱਕ ਜਿਹੜਾ ਸਵੈਮਾਣ ਹੁੰਦਾ ਜਾਂ ਉਹ ਬਹੁਤ ਵੱਡੀ ਚੀਜ਼ ਹੁੰਦੀ, ਔਰ ਅਸੀਂ ਬਹੁਤ ਕਈ ਵਾਰੀ ਉਹ ਹੋ ਜਾਂਦੇ ਆ ਕਿ ਸਾਡੇ ਮਨ 'ਚ ਆ ਜਾਂਦਾ ਵੀ ਸਾਡੇ ਯਾਰ ਕੀ ਕਰਨਾ ਵੀ, ਇੱਥੇ ਇੰਨਾ ਅਪਮਾਨ ਹੋਣ ਡਿਆ। ਸੋ ਕਦੇ ਆਇਆ ਨਹੀਂ ਮਨ 'ਚ ਵੀ ਯਾਰ ਕਿਹੜੇ ਕੰਮ 'ਚ ਪੈ ਗਿਆ, ਛੱਡੋ ਪਰੇ? ਨਹੀਂ, ਇਹ ਨੈਚੁਰਲੀ, ਜੇ ਤੁਸੀਂ ਕਹੋ ਵੀ ਮੈਂ 100% ਮੈਂ ਕਿਹਾ ਵੀ ਕੋਈ ਸਾਰਾ ਕੰਮ ਸੌਖਾ ਸੀ, ਸੌਖਾ ਤਾਂ ਹੈ ਨਹੀਂ, ਡਿਸਕਰੇਜਮੈਂਟ ਤਾਂ ਹੁੰਦੀ ਹੈ, ਪਰ ਤੁਹਾਨੂੰ ਉਹਦੇ ਤੋਂ ਚੈਲੰਜ ਹੈ ਜੀ ਕਿ ਜੇ ਇੱਕ ਦਰਵਾਜ਼ਾ ਬੰਦ ਸੀ ਤਾਂ 3 ਨਾਲ ਖੜ੍ਹੇ ਵੀ ਸੀ, ਖੁੱਲ੍ਹਦੇ ਵੀ ਸੀ। ਜੀ ਪੋਲੀਟਿਕਸ ਵਿੱਚ ਇਹ ਤਾਂ ਨਹੀਂ ਜ਼ਰੂਰੀ ਵੀ ਤੁਹਾਨੂੰ ਹਰ ਬੰਦੇ ਨੂੰ ਤੁਹਾਨੂੰ ਵੋਟ ਹੀ ਪਾਉਣੀ ਹੈ, ਲਾਈਕ ਹੀ ਕਰਨਾ। ਕੈਨੇਡਾ ਵਿੱਚ ਜਾਂ ਕਿਸੇ ਮੁਲਕ 'ਚ 70% ਲੋਕ ਵੋਟ ਪਾਉਂਦੇ ਨੇ, ਤੀਜਾ ਚੌਥਾ ਬੰਦਾ ਤੇ ਤੁਹਾਨੂੰ ਲਾਈਕ ਕਰਦਾ, ਯੂ ਆਰ ਗੋਇੰਗ ਟੂ ਵਿਨ। ਜਦੋਂ ਮੈਨੂੰ ਆ ਗਈ ਸੀ ਸਮਝ ਵੀ ਮੈਂ ਵਿਨ ਕਰ ਦੇਣਾ। ਜਦੋਂ ਤੁਸੀਂ MLA ਬਣੇ 1988 ਵਿੱਚ, ਸੋ ਇੱਕ ਬਹੁਤ ਵੱਡੀ ਉਹ ਮੇਰੇ ਖਿਆਲ ਨਾਲ ਇਤਿਹਾਸ ਘਟਨਾ ਸੀ, ਖਾਸ ਕਰਕੇ ਭਾਈਚਾਰੇ ਲਈ, ਕਿਉਂਕਿ ਕਾਮਾ ਘਾਟਾ ਮਰਦ ਦਾ ਜ਼ਿਕਰ ਤਾਂ ਆਪਾਂ ਹੁਣ ਤੱਕ ਸੁਣਦੇ ਆਏ ਹਾਂ, ਉਦੋਂ ਵੀ ਹੁੰਦਾ ਹੋਵੇਗਾ, ਪਰ ਉਹ ਇੱਕ ਪ੍ਰਾਪਤੀ ਸੀ ਕਿ ਪਹਿਲੀ ਵਾਰ ਕੋਈ ਪੰਜਾਬੀ ਚੋਣਾਂ 'ਚ ਖੜ੍ਹ ਕੇ ਜਿੱਤਿਆ, MLA ਬਣਿਆ ਕੈਨੇਡਾ ਦੇ ਵਿੱਚ, ਕਿਸੇ ਵੀ ਸਾਰੀਆਂ ਪ੍ਰੋਵਿੰਸ ਵਿੱਚੋਂ ਪਹਿਲਾਂ ਤੁਸੀਂ ਉੱਥੋਂ ਬਣੇ। ਸੋ ਉਦੋਂ ਬਾਅਦ 'ਚ ਇੱਕ ਬਹੁਤ ਹੋਰਾਂ ਨੂੰ ਵੀ ਮਿਲਿਆ ਹੋਣਾ ਵੀ ਜੇ ਗੁਲਜ਼ਾਰ ਚੀਮਾ ਜਿੱਤ ਸਕਦਾ, ਫਿਰ ਅਸੀਂ ਕਿਉਂ ਜਿੱਤ ਸਕਦੇ? ਔਰ ਇਹ ਵੀ ਇੱਕ ਦੱਸਿਓ ਕਿ ਉਸ ਵਕਤ ਵਿਨੀਪੈਗ ਦੇ ਵਿੱਚ ਆਪਣਾ ਭਾਈਚਾਰਾ ਕਿੰਨਾ ਕੁ ਸੀ? ਮੈਂ ਦੱਸਣਾ, ਨੋਮੀਨੇਸ਼ਨ ਵਿੱਚ ਤਾਂ ਬੰਦੇ ਆਪਣੇ ਬੜੇ ਸੀ, ਕਿਉਂਕਿ ਕਾਫੀ ਲੋਕ ਆਏ ਸੀ ਉਸ ਟਾਈਮ ਦੇ ਵਿੱਚ। ਜੀ ਪਰ ਜਿਹੜੀ ਐਕਚੁਅਲੀ ਵੋਟਿੰਗ ਪਾਵਰ ਹੈ, ਪਹਿਲੀ ਕੰਸਟੀਚੁਐਂਸੀ ਦਾ ਨਾਂ ਸੀ ਕਿਲਡੋਨਨ, ਉਹਦੀ ਕੋਈ 40-45 ਹਜ਼ਾਰ ਵੋਟਾਂ ਹੋਣਗੀਆਂ, ਉਹਦੇ ਵਿੱਚੋਂ 1% ਨਹੀਂ ਸੀ ਵੋਟਰਸ ਆਪਣੇ। ਜੀ ਬਿਲਕੁਲ ਨਹੀਂ ਸੀ। ਇਹ ਗੱਲ ਜਿਹੜੀ ਹੈ ਨਾ, ਕਈਆਂ ਆਰਗੇਨਾਈਜੇਸ਼ਨਾਂ ਨੇ ਬਾਅਦ ਦੇ ਵਿੱਚ ਟਰਾਈ ਕੀਤਾ ਕਲੇਮ ਕਰਨ ਦਾ ਵੀ ਅਸੀਂ ਬਣਾ ਦਿੱਤਾ ਸੀ, ਕਿਸੇ ਦਾ ਕੋਈ ਰੋਲ ਨਹੀਂ। ਲੋਕਲ ਜਿਹੜੇ ਬੰਦੇ ਸੀ ਉਹਨਾਂ ਦਾ ਰੋਲ ਸੀ, ਉਹਦੇ ਵਿੱਚੋਂ ਪੰਜਾਬੀ ਕਮਿਊਨਿਟੀ ਦਾ ਬਹੁਤ ਵੱਡਾ ਰੋਲ ਸੀ, ਉਹਦੇ ਵਿੱਚੋਂ ਬਾਕੀ ਨਾਲ ਅਸੀਂ ਫਿਲੀਪੀਨੋ ਕਮਿਊਨਿਟੀ ਨੂੰ ਜੋੜਿਆ, ਬਾਕੀ ਪੁਰਤਗੀਜ਼, ਇਟਾਲੀਅਨ, ਜਰਮਨ, ਯੂ ਨੇਮ ਇਟ, ਸਾਰੇ ਉਸ ਏਰੀਆ ਦੇ ਲੋਕਾਂ ਸਾਰਿਆਂ ਨੇ ਸਾਡੀ ਮਦਦ ਕੀਤੀ। ਇੱਕ ਕਿਸਮ ਦਾ ਇੱਕ ਗੁੱਡ ਰੇਸ ਰਿਲੇਸ਼ਨਸ਼ਿਪ ਦਾ ਬੜਾ ਵੱਡਾ ਐਕਸਪੈਰੀਮੈਂਟ ਸੀ, ਜਿਹਦੇ ਕਿ ਗੁੱਡ ਇਫੈਕਟਸ ਹੁਣ ਅਸੀਂ ਦੇਖਣੇ ਪਏ ਹਾਂ ਉੱਥੇ ਮੈਨੀਟੋਬਾ ਦੇ ਵਿੱਚ। ਜਿਨ੍ਹਾਂ ਨੇ ਮੇਰੀ ਜਿਹੜੇ ਕਾਉਂਸਲਰ ਨੇ, ਕਾਉਂਸਲਰ ਸ਼ਰਮਾ, ਜਿਨ੍ਹਾਂ ਨੇ ਇਸ ਚੀਜ਼ ਨੂੰ ਅੱਗੇ ਕੀਤਾ, ਉਹਨਾਂ ਦੇ ਫਾਦਰ ਮੇਰੇ ਨਾਲ ਕੈਂਪੇਨ ਕਰਦੇ ਹੁੰਦੇ ਸੀ, ਇਹ ਹਾਈ ਸਕੂਲ ਦੇ ਵਿੱਚ ਸੀ ਉਦੋਂ ਜੀ। ਅਤੇ ਇਹਦੇ ਨਾਲ ਜਿਨ੍ਹਾਂ ਨੇ ਸਾਡੀ ਜਿਹੜੀ ਸੜਕ ਦਾ ਨਾਂ ਰੱਖਣ ਵਾਸਤੇ ਜ਼ਮੀਨ ਪ੍ਰੋਵਾਈਡ ਕੀਤੀ ਹੈ, ਗੁਰਦੀਪ ਭੁੱਲਰ, ਉਹਨਾਂ ਦੀ ਮਿਸਿਸ, ਉਹਨਾਂ ਦੀ ਸਾਰੀ ਫੈਮਿਲੀ ਸਾਡੇ ਨਾਲ, ਉਹਨਾਂ ਦੇ ਜਿਹੜੇ ਗ੍ਰੈਂਡਫਾਦਰ ਸੀ, ਫਾਦਰ ਸੀ, ਉਹ ਸਾਡੇ ਨਾਲ ਹੈਲਪ ਕਰਦੇ ਸੀ ਜੀ। ਸੋ ਇਹ ਜਿਹੜੀ ਹਰ ਚੀਜ਼ ਦੇ ਨਾਲ ਲੜੀ ਜੁੜੀ ਹੈ। ਇੱਕੋ ਹੀ ਮੈਂ ਇਹਦੇ ਵਿੱਚੋਂ ਮੈਂ ਸਾਰੀ ਗੱਲ ਤਾਂ ਦੱਸਣਾ ਪਿਆ ਤੁਹਾਡੇ ਦੇਖਣ ਵਾਲਿਆਂ ਨੂੰ, ਇਹ ਹੈਗਾ ਮੈਰਾਥਨ ਰਨ ਜੀ। ਇਸ ਇੱਕਦਮ ਸਤਿ ਸ਼੍ਰੀ ਅਕਾਲ ਬੁਲਾ ਕੇ 20 ਬੰਦੇ ਇਕੱਠੇ ਕਰਕੇ ਗੱਲ ਨਹੀਂ ਬਣਨੀ, ਇਹ ਲੰਬੇ ਸਮੇਂ ਵਾਸਤੇ ਗੱਲ ਕਰਨੀ ਪੈਣੀ ਹੈ ਤੁਹਾਨੂੰ, ਬਹੁਤ ਲੰਬੀ ਦੌੜ ਹੈ। ਅਤੇ ਜਿਹੜੀ ਇਹਦੇ ਵਿੱਚੋਂ ਜੇ ਤੁਸੀਂ ਕੋਈ ਸਿਗਨੀਫੀਕੈਂਟ ਅਚੀਵਮੈਂਟ ਕਰਨੀ ਹੈ ਤਾਂ ਤੁਹਾਨੂੰ ਟਾਈਮ ਲਾਉਣਾ ਪੈਣਾ, ਸੈਕਰੀਫਾਈਸ ਵੀ ਕਰਨਾ ਪੈਣਾ। ਤੁਹਾਡੇ 'ਚ ਕਿੰਨਾ ਹੌਸਲਾ, ਡੈਡੀਕੇਸ਼ਨ ਤੁਹਾਡੇ 'ਚ ਹੈ ਕਿ ਨਹੀਂ ਹੈ, ਪਰ ਤੁਹਾਡਾ ਜਿਹੜਾ ਆਬਜੈਕਟਿਵ ਹੈ ਟੂ ਸਰਵ ਦਾ ਕਮਿਊਨਿਟੀ ਐਂਡ ਦਾ ਕੰਟਰੀ, ਜੇ ਨਹੀਂ ਹੈਗਾ ਤਾਂ ਇਹ ਕੰਮ ਨਾ ਕਰੋ।
ਜੀ ਜੇ ਤੇ ਹੈਗਾ ਵੀ ਸਿਰਫ ਫੈਮਿਲੀ ਲਈ ਕੰਮ ਕਰਨਾ ਤੇ 2-4 ਪਿੰਡਾਂ ਲਈ ਕੰਮ ਕਰਨਾ, ਇਹ ਕੰਮ ਤੇ ਜਾ ਕੇ ਜੇ ਇਸ ਚੀਜ਼ ਨੂੰ ਸਿਰਫ ਯੂਜ਼ ਕਰਨਾ ਵੀ ਆਪਣੇ ਆਪ ਨੂੰ ਬਿਜ਼ਨਸ ਆਪਰਚੁਨਿਟੀ ਬਣਾਉਣੀ ਹੈ, ਇਹ ਕੰਮ ਨਾ ਕਰੋ। ਜੀ ਬਾਕੀਆਂ ਲਈ ਕੰਮ ਕਰੋ। ਮੈਂ ਸਮਝਣਾ ਕਿ ਮੈਂ ਕਹਿ ਸਕਦਾ ਅੱਜ ਦਾਅਵੇ ਦੇ ਨਾਲ, ਮੇਰੇ ਕੰਮ ਦੇ ਵਿੱਚ ਮੇਰੇ ਕਿਸੇ ਫੈਮਿਲੀ ਮੈਂਬਰ, ਇਮੀਡੀਏਟ ਜਾਂ ਐਕਸਟੈਂਡਡ ਫੈਮਿਲੀ ਮੈਂਬਰ ਨੇ ਕੋਈ ਨਾ ਡਾਇਰੈਕਟਲੀ ਨਾ ਇਨਡਾਇਰੈਕਟਲੀ ਨਾ ਫਾਇਦਾ ਉਠਾਇਆ। ਜੀ ਨਾ ਅਸੀਂ ਪੰਜਾਬ ਦੇ ਵਿੱਚ ਫਾਇਦਾ ਉਠਾਇਆ, ਨਾ ਇੱਥੇ ਉਠਾਇਆ। 1988 ਦੇ ਵਿੱਚ ਮੇਰੀ ਵਿਨ ਤੋਂ ਬਾਅਦ ਇੰਡੀਆ ਦਾ ਹਾਈ ਕਮਿਸ਼ਨਰ ਜੀ ਜਾਂ ਦੂਜੇ ਕੰਟਰੀ ਦਾ ਹਾਈ ਕਮਿਸ਼ਨਰ, ਉਹਨਾਂ ਦੇ ਆਫਿਸ ਵਾਲੇ ਕਿੰਨੇ ਮਿਲਣ ਲਈ ਤਿਆਰ ਹੁੰਦੇ ਸੀ। ਅਸੀਂ ਕਿਹਾ ਵੀ ਅਸੀਂ ਇੱਥੋਂ ਲਈ ਖੜ੍ਹੇ ਹਾਂ, ਕੰਮ ਤਾਂ ਮੇਰਾ ਇੱਥੇ, ਜੀ ਤੇ ਮੈਂ ਤਾਂ ਨਹੀਂ ਉੱਥੇ ਜਾਣਾ। ਅਤੇ ਉੱਥੇ ਜਾ ਕੇ ਤੇ ਜਿਹੜਾ 88 ਦੇ ਵਿੱਚ ਮੇਰੇ ਗ੍ਰੈਂਡਫਾਦਰ ਨੇ ਕਿਹਾ ਵੀ ਤੂੰ ਨਹੀਂ ਇੱਥੇ ਨਹੀਂ ਆਉਣਾ, ਜੀ ਕਿਉਂਕਿ ਆਏਗਾ ਤੇ ਇੱਥੇ ਤੇ ਗੜਬੜ ਹੋ ਜਾਣੀ, ਜੀ ਇੱਥੇ ਤੇ ਪੰਗਾ ਪੈ ਜਾਣਾ। ਗੁਰਦਾਸਪੁਰ ਦੇ ਵਿੱਚ ਤੇ ਅਤਿਆਚਾਰ ਬੜਾ ਸੀ, ਬੜੀ, ਤੇ ਇੱਥੇ ਦੇ ਲੋਕ ਬਣਦੇ ਨੇ ਤੇ MP ਜਾਂ MLA ਪਹਿਲਾ ਹਫਤੇ ਦੇ ਵਿੱਚ ਉਹਨੇ ਉੱਥੇ ਪਹੁੰਚ ਜਾਣਾ। ਇਹ ਕੰਮ ਨਹੀਂ ਕੀਤਾ ਸੀ, ਜੀ ਕਿਉਂਕਿ ਇਹ ਬੜਾ ਸੋਚ ਸਮਝ ਕੇ ਬੜਾ ਕਿ ਇਹਨੂੰ ਕਾਹਲੀ ਨਹੀਂ ਕਰਨੀ। ਦਿਸ ਇਜ਼ ਸਮਥਿੰਗ ਯੂ ਨੀਡ ਟੂ ਬੀ ਵੈਰੀ ਕੇਅਰਫੁਲ। ਜੀ ਅਸੀਂ ਇਹ ਚੀਜ਼ ਐਕਸਪਲੋਇਟ ਨਹੀਂ ਕਰਨਾ, ਅਸੀਂ ਕਿਸੇ ਦੇ ਪਪਟ ਨਹੀਂ ਬਣਨਾ, ਜੀ ਅਸੀਂ ਕਿਸੇ ਆਰਗੇਨਾਈਜੇਸ਼ਨ ਦੇ ਪਪਟ ਨਹੀਂ ਬਣੇ, ਕਿਸੇ ਇੱਕ ਕਮਿਊਨਿਟੀ ਦੇ ਕੋਈ ਖਾਸ 'ਚ ਨਹੀਂ ਆਏ, ਸਾਰਿਆਂ ਲਈ ਕੰਮ ਕੀਤਾ। ਇਸੇ ਕਰਕੇ ਹੀ ਅੱਜ ਜਿਹੜੀ ਹੈ ਵਿਨਿਪੈਗ ਦੀ ਜਿਹੜੀ ਕਮਿਊਨਿਟੀ ਆ, ਉਹਨਾਂ ਦੀ ਕੌਂਸਲ ਹੈ, ਉਹਨਾਂ ਨੇ ਇਸ ਚੀਜ਼ ਨੂੰ ਮੇਰੇ ਜਿਉਂਦੇ ਜਾਗਦਿਆਂ ਇਹ ਕੰਮ ਕੀਤਾ। ਇਹਦੀ ਟੈਸਟ ਇਹ ਹੈਗਾ, ਜਿਹੜੇ ਲੋਕਾਂ ਨੇ ਹੈਲਪ ਕੀਤੀ ਸੀ ਉਹਨਾਂ ਵਾਸਤੇ ਕਿ ਇਟਸ ਪੋਸੀਬਲ, ਤੁਸੀਂ ਕਰੋ। ਹੁਣ ਦੇਖੋ ਤੁਸੀਂ ਬੈਠੇ ਉੱਥੇ, ਯੂ ਆਰ ਏ ਯੰਗ ਮੈਨ, ਜੀ ਹੁਣ ਤੁਸੀਂ 3 ਸਾਲ ਜਾਂ 4 ਸਾਲ ਆਏ, ਅਸੀਂ ਚਾਹੁੰਦੇ ਹਾਂ ਵੀ ਤੁਹਾਡੇ ਕੋਲ ਵੱਡਾ ਸਟੂਡੀਓ ਹੋਵੇ, ਜੀ ਤੁਹਾਡੀ ਤਰੱਕੀ ਕਰੋ। ਇਹ ਜਿਹੜਾ ਜਿੰਨੀ ਦੇਰ ਤੱਕ ਪੰਜਾਬੀ ਲੋਕ, ਖਾਸ ਕਰਕੇ ਅਸੀਂ ਜਿਹੜੇ ਲੋਕ ਹਾਂ, ਜੈਲਸੀ ਉਹਦੇ ਵਿੱਚੋਂ ਜਿਹੜੀ ਇਹਨਾਂ ਵਿੱਚ ਜਾ ਕੇ ਇੱਕ ਦੂਜੇ ਦੇ ਬਰਖਲਾਫ ਗੱਲਬਾਤ ਕਰਨੀ, ਇੱਕ ਦੂਜੇ ਨੇ ਨੀਵਾਂ ਦਿਖਾਉਣ ਦਾ 24 ਘੰਟੇ ਜ਼ੋਰ ਪਾਉਣਾ, ਜੀ ਉਹ ਕੰਮ ਬਿਲਕੁਲ ਗਲਤ ਹੈ। ਉਹਦੇ ਨਾਲ ਤਰੱਕੀ ਨਹੀਂ ਹੋਣੀ। ਤੁਹਾਡੇ ਸਫ਼ਰ ਵਿੱਚ ਇਹੋ ਜਿਹੇ ਲੋਕ ਆਏ ਆ? ਬਹੁਤ ਜ਼ਿਆਦਾ ਆਉਂਦੇ ਨੇ ਇਹੋ ਜਿਹੇ ਲੋਕ, ਆਉਂਦੇ ਨੇ, ਉਹਨਾਂ ਤੋਂ ਦੂਰ ਰਹੋ। ਜੀ ਜਿਹੜੇ ਇਹੋ ਜਿਹੇ ਲੋਕ ਨੇ ਉਹਨਾਂ ਨੂੰ ਸਤਿ ਸ੍ਰੀ ਅਕਾਲ ਬੁਲਾ ਕੇ ਪਰੇ ਹਟ ਜਾਓ। ਜੀ ਆਪਾਂ ਲੜ ਤਾਂ ਨਹੀਂ ਸਕਦੇ ਕਿਸੇ ਨੂੰ। ਜੀ ਕੋਈ ਇੱਥੇ ਇਹ ਜ਼ਰੂਰ ਹੈਗਾ ਵੀ ਇੱਥੇ ਹੁਣ ਸੋਸ਼ਲ ਮੀਡੀਆ ਹੈਗਾ ਕਿ ਵਾਰੀ ਫਾਲਤੂ ਗੱਲਾਂ ਵੀ ਲਿਖ ਦੇਣਗੇ, ਤੁਹਾਨੂੰ ਤੰਗ ਵੀ ਕਰਨਗੇ, ਤੁਹਾਨੂੰ ਹਰਾਸ ਵੀ ਕਰਨਗੇ, ਪਰ ਜਿਹੜੀ ਚੀਜ਼ ਜਿਹੜੀ ਸੂਰਜ ਦੇ ਅੱਗੇ ਚਮਕਦੀ ਪਈ ਹੈ, ਉਹਨੂੰ 'ਤੇ ਕਿੰਨੀ ਕੁ ਮਿੱਟੀ ਪਾ ਲਓਗੇ ਉਹਦੇ 'ਤੇ। ਜੀ ਜਦੋਂ ਤੁਹਾਨੂੰ ਪਤਾ ਵੀ ਵੈਨ ਯੂ ਆਰ ਡੂਇੰਗ ਅ ਗੁੱਡ ਜੌਬ, ਤੁਹਾਡੇ ਕੀ ਕਰ ਲੈਣਗੇ ਤੁਹਾਨੂੰ, ਤੁਹਾਡਾ ਸਟੇਸ਼ਨ ਤੁਸੀਂ ਇੱਕ ਬੰਦ ਕਰ ਲਓਗੇ, ਦੂਜੇ ਬੰਨੇ ਚਲੇ ਜਾਓਗੇ। ਜੀ ਪਿਛਲੇ ਦਿਨੀ ਚੋਣਾਂ ਸੀਗੀਆਂ ਅਤੇ ਮੈਂ ਇੱਥੇ ਅਸੀਂ ਰੈਲੀ ਕਵਰ ਕਰਨ ਗਏ ਸੀ ਜਸਟਿਨ ਟੂਡੂ ਹੋਣਾ ਦੀ। ਤੁਸੀਂ ਵੀ, ਮੈਂ ਤੁਹਾਨੂੰ ਦੇਖਿਆ, ਤੁਸੀਂ ਆਪਾਂ ਮਿਲੇ ਤਾਂ ਨਹੀਂ ਪਰ ਤੁਸੀਂ ਉੱਥੇ ਪਹੁੰਚੇ ਹੋਏ ਸੀ। ਜਦੋਂ ਰੈਲੀ ਖਤਮ ਹੁੰਦੀ ਹੈ ਤਾਂ ਮੈਂ ਦੇਖਿਆ ਕਿ ਜਸਟਿਨ ਟੂਡੂ ਖੁਦ ਆ ਕੇ ਤੁਹਾਨੂੰ ਮਿਲਾਉਂਦੇ, ਹਾਲਾਂਕਿ ਤੁਹਾਡੇ ਮਾਸਕ ਲੱਗਾ ਹੁੰਦਾ, ਕਈ ਵਾਰੀ ਨਹੀਂ ਪਛਾਣ ਹੁੰਦਾ, ਪਰ ਟੂਡੂ ਖੁਦ ਚੱਲ ਕੇ ਤੁਹਾਡੇ ਕੋਲ ਆਉਂਦੇ ਆ। ਪਹਿਲਾਂ ਵੀ ਦੇਖਿਆ ਕਈ ਤਸਵੀਰਾਂ 'ਚ ਕਿ ਕਾਫੀ ਤੁਹਾਡੀ ਨਜ਼ਦੀਕੀ ਹੁੰਦੀ ਆ, ਔਰ ਮੈਂ ਇੱਥੋਂ ਤੱਕ ਵੀ ਸੁਣਿਆ ਕਿ ਜਦੋਂ ਪਹਿਲੀ ਵਾਰ ਉਹਨਾਂ ਦੀ ਲੀਡਰਸ਼ਿਪ ਦੇ ਵਿੱਚੋਂ ਖੜੇ ਸੀ ਉਦੋਂ ਵੀ ਤੁਸੀਂ ਇੱਕ ਵੱਡਾ ਐਕਟਿਵ ਰੋਲ ਕੀਤਾ ਸੀਗਾ। ਸੋ ਜਸਟਿਨ ਟੂਡੂ ਨਾਲ ਰਿਸ਼ਤਿਆਂ ਦੀ ਕਿਵੇਂ ਸ਼ੁਰੂਆਤ ਹੋਈ? ਵੱਖ-ਵੱਖ ਪ੍ਰਧਾਨ ਮੰਤਰੀਆਂ ਦਾ ਤੁਸੀਂ ਦੱਸਤਾ, ਪਰ ਜਸਟਿਨ ਟੂਡੂ ਹੋਣਾ ਨਾਲ ਤੁਹਾਡੇ ਕਿਹੋ ਜਿਹੇ ਰਿਸ਼ਤੇ ਆ ਤੇ ਸ਼ੁਰੂਆਤ ਕਿੱਥੋਂ ਹੋਈ? ਦੇਖੋ, ਇਹ ਜਿਹੜਾ ਨਾ, ਜਦੋਂ ਇਹਨਾਂ ਨੇ ਪਹਿਲਾਂ MP ਬਣੇ ਨੇ, ਉਹਨਾਂ ਨੂੰ ਤਾਂ ਮੈਂ ਨਹੀਂ ਸੀ ਜਾਣਦਾ। ਅਸੀਂ ਉੱਥੇ ਗਏ, ਮੌਂਟਰੀਆਲ ਸੀ, ਅਤੇ ਇਹਨਾਂ ਨੂੰ ਲੀਡਰਸ਼ਿਪ ਦੇ ਵਿੱਚ ਜਸਟ ਹੈਲੋ ਹਾਈ ਹੋਈ, ਸਤਿ ਸ਼੍ਰੀ ਅਕਾਲ ਹੀ ਹੋਈ, ਕੋਈ ਜ਼ਿਆਦਾ ਨਹੀਂ ਗੱਲ। ਜੀ ਉਸ ਤੋਂ ਬਾਅਦ ਜਦੋਂ ਇਹ 2-3 ਸਾਲ ਮੈਂਬਰਸ਼ਿਪ, ਇਹ MP ਬਣਨ ਤੋਂ ਬਾਅਦ ਜਦੋਂ ਇਹਨਾਂ ਨੇ ਆਪਣੀ ਕੈਂਪੇਨ ਸ਼ੁਰੂ ਕਰਨੀ ਸੀ, ਉਸ ਤੋਂ ਬਾਅਦ ਇਹਨਾਂ ਨਾਲ ਮੁਲਾਕਾਤ ਹੋਈ, ਚੰਗੇ ਤਰੀਕੇ ਨਾਲ ਮੁਲਾਕਾਤ ਹੋਈ, ਰਿਲੇਸ਼ਨਸ਼ਿਪ ਬੜਾ ਸੋਹਣਾ ਬਿਲਡ ਕੀਤਾ। ਅਸੀਂ ਇਹਨਾਂ ਦੀ ਸਪੋਰਟ ਕੀਤੀ, ਮੈਂ ਇਹਨਾਂ ਦਾ ਫੰਡ ਰੇਜ਼ਿੰਗ ਚੇਅਰ ਰਿਹਾ 5 ਸਾਲ, 2 ਸਾਲ, ਅਤੇ ਹੁਣ 2 ਸਾਲ ਤੋਂ ਮੈਂ ਛੱਡਿਆ। ਮੇਰਾ ਬੇਟਾ ਉਹ ਕੰਮ ਕਰਦਾ ਪਿਆ ਇਹਨਾਂ ਲਈ ਐਜ਼ ਏ ਵਲੰਟੀਅਰ। ਜੀ ਅਸੀਂ ਵਲੰਟੀਅਰ ਤੌਰ 'ਤੇ ਕੰਮ ਕਰਨੇ ਹਾਂ ਇਹਨਾਂ ਲਈ। ਮੈਂ ਚੰਗੇ ਚੋਖੇ ਪੈਸੇ, ਉਹਨੂੰ ਕਹਿੰਦੇ ਪੰਜਾਬੀ, ਚੋਖੇ ਪੈਸੇ ਰੇਜ਼ ਕੀਤੇ ਕਮਿਊਨਿਟੀ ਵੱਲੋਂ, ਜੀ ਆਪਣੇ ਵੀ ਲਾਏ, ਕਮਿਊਨਿਟੀ ਦੇ ਵੀ ਲਾਏ। ਅਤੇ ਮੈਂ ਸਮਝਦਾ ਕਿ ਸੌਰੀ ਐਕਸਕਿਊਜ਼ ਮੀ, ਜੀ, ਕਿ ਰਿਲੇਸ਼ਨਸ਼ਿਪ ਬਿਲਡ ਹੁੰਦਾ ਔਨ ਦਾ ਮੈਟਰ ਆਫ ਕੋਈ ਅੰਡਰਸਟੈਂਡਿੰਗ ਹੈਗੀ ਹੈ ਵੀ ਜਿਹੜੇ ਸਾਡੇ ਲੋਕ ਨੇ, ਇਹਨਾਂ ਲੋਕਾਂ ਨੂੰ ਜਿਹੜੇ ਸਾਊਥ ਏਸ਼ੀਅਨ ਇਮੀਗ੍ਰੈਂਟ ਨੇ, ਪੰਜਾਬੀ ਕਮਿਊਨਿਟੀ ਹੈ ਜਾਂ ਇੰਡੋ ਕੈਨੇਡੀਅਨ ਭਾਈਚਾਰਾ, ਇਹਨਾਂ ਦੀ ਕੰਟਰੀਬਿਊਸ਼ਨ ਇੰਨੀ ਹੈ, ਪਰ ਇਹਨਾਂ ਨੂੰ ਜਦੋਂ ਇਹ ਤੀਜੀ ਪਾਰਟੀ 'ਚ ਅਸੀਂ ਪਹੁੰਚ ਗਏ, ਉਦੋਂ ਲੋਕ ਥੋੜ੍ਹੇ ਜਿਹੇ ਪਿੱਛੇ ਹਟਣਾ ਸ਼ੁਰੂ ਹੋ ਗਏ। ਜੀ ਫਿਰ ਇਹਨਾਂ ਨੂੰ ਲਿਆ ਕੇ ਨਾਲ ਲੋਕਾਂ ਦੀਆਂ ਮੀਟਿੰਗਾਂ ਕੀਤੀਆਂ, ਫੰਡ ਰੇਜ਼ਿੰਗ ਕੀਤਾ, ਵਿਨੀਪੈਗ ਤੋਂ ਲੈ ਕੇ ਇਸ ਪਾਸੇ ਵਾਲਾ ਮੈਂ ਕੰਮ ਕੀਤਾ। ontario ਵਿੱਚ ਤੇ ਮੇਰਾ ਕੋਈ ਨਹੀਂ ਸੀ ਕੰਮ, ਉੱਥੇ ਹੋਰ ਨੇ ਬੜੇ ਜਿਹੜੇ ਸਾਡੇ ਵਾਂਗੂ ਹੋਰ ਵੀ ਜਿਹੜੇ ਲੋਕ ਨੇ, ਉਹਨਾਂ ਨੇ ਕੰਮ ਕੀਤਾ। ਪਰ ਸਾਡੀ ਇੱਥੇ
ਮੇਰੀ ਇਹਨਾਂ ਵੱਲ ਜ਼ਿਆਦਾ ਕੰਟਰੀਬਿਊਸ਼ਨ ਸੀ ਜੀ ਤੇ ਮੇਰਾ ਰਿਲੇਸ਼ਨਸ਼ਿਪ ਇਹਨਾਂ ਨਾਲ ਬਹੁਤ ਅੱਛਾ ਹੁਣ ਇੰਨਾ ਅੱਛਾ ਕਿ ਮੈਂ ਉਹਨਾਂ ਨੂੰ ਖੁੱਲ੍ਹ ਕੇ ਗੱਲ ਕਰ ਸਕਦਾ ਵੀ ਆਹ ਕੰਮ ਇਸ ਤਰ੍ਹਾਂ ਕਰੋ। ਜੀ ਜਦੋਂ ਪਹਿਲੀ ਵਾਰੀ ਇੱਥੇ ਮਹਾਰਾਜ ਬੈਂਕਵਟ ਹਾਲ 'ਚ ਆਏ ਨੇ ਤੇ ਇਹਨਾਂ ਨੇ ਸਪੀਚ ਜਦੋਂ ਕੀਤੀ ਹੈ, ਉਸ ਤੋਂ ਪਹਿਲਾਂ ਵੀ ਜਿਹੜੀਆਂ ਗੱਲਾਂ ਕੀਤੀਆਂ ਸਾਰੀਆਂ ਤੇ ਉਤਰੇ। ਜੀ ਸਾਡੇ ਲੋਕ ਕਈ ਵਾਰੀ ਇਹ ਕੰਪਲੇਨ ਕਰਦੇ ਨੇ, ਮੈਂ ਪਹਿਲੀ ਵਾਰੀ ਸੁਣਿਆ ਵੀ ਬਹੁਤ ਬੰਦੇ ਆ ਗਏ ਨੇ, ਜੀ ਕਿਉਂ ਆ ਗਏ ਨੇ? ਉਹਨਾਂ ਇਹ ਵੀ ਕਹਿਣਾ ਵੀ ਆਹ ਕਿਉਂ ਆ ਗਿਆ ਭਾਈ ਸਾਹਿਬ, ਕਿਉਂ ਆ ਗਏ? ਜੀ ਉਹਨੇ ਕਹਿਣਾ ਵੀ ਇਹ ਮੇਰੇ ਪਿੰਡ ਦੇ ਸਾਰੇ ਆ ਗਏ ਨੇ। ਕਈਆਂ ਤੇ ਇਹ ਵੀ ਕਿਹਾ ਵੀ ਜਿਹੜੇ ਸਾਡੇ ਕੰਮ ਕਰਨ ਵਾਲੇ ਸੀ ਉਹ ਵੀ ਆ ਗਏ ਨੇ, ਉਹਨਾਂ ਦੀਆਂ ਬੇਟੀਆਂ ਵੀ ਪੜ੍ਹਨ ਵਾਸਤੇ ਆ ਗਈਆਂ। ਭਲੇ ਲੋਕੋ, ਜੇ ਤੁਸੀਂ ਇੱਥੇ ਆ ਸਕਦੇ ਹੋ, ਜਦੋਂ ਤੁਸੀਂ ਆਏ ਸੀ ਉਦੋਂ ਵੀ ਕਹਿੰਦੇ ਸੀ ਬਹੁਤ ਆ ਗਏ। ਜੀ ਕੈਨੇਡਾ ਵਿੱਚ ਤਾਂ 4.5 ਲੱਖ ਬੰਦਾ ਆਉਣਾ ਹੀ ਆਉਣਾ। ਜੇ ਤੁਸੀਂ ਆਪਣੇ ਬੰਦਿਆਂ ਨੂੰ ਨਹੀਂ ਆਉਂਦੇ, ਕਿਤੋਂ ਹੋਰ ਆ ਜਾਣਗੇ। ਜੀ ਤੇ ਇਹ ਜਿਹੜੀ ਤੰਗ ਦਿਲੀ ਹੈ ਨਾ, ਇਹਨੂੰ ਖੋਲ੍ਹਣਾ ਪੈਣਾ। ਜੀ ਇਹਦੇ ਵਿੱਚੋਂ ਕੋਈ ਆ ਕੇ ਕਿਸੇ ਦੀ ਜ਼ਮੀਨ ਤੇ ਨਹੀਂ ਖੋ ਰਿਹਾ। ਉਹਨਾਂ ਨੇ ਆਪਣਾ ਕੰਮ ਕਰਨਾ। ਸਟੂਡੈਂਟ ਆਉਂਦੇ ਨੇ, ਆਪਣਾ ਕੰਮ ਕਰਦੇ ਨੇ, ਆਪਣੇ ਪੈਸੇ ਦੇ ਰਹੇ ਨੇ, ਪੈਸੇ ਦੇ ਕੇ ਆ ਰਹੇ ਨੇ। ਜੀ ਉਹ ਲੋਕਾਂ ਨੂੰ ਬੜੀ ਇੱਕ ਗਲਤ ਪਰਸੈਪਸ਼ਨ ਹੈ ਵੀ ਉਹ ਸਾਡੇ ਬੱਚਿਆਂ ਦੀ ਜਗ੍ਹਾ ਲੈ ਰਹੇ ਨੇ। ਟੋਟਲੀ ਰੋਂਗ ਹੈ। ਤੁਹਾਡੇ ਬੱਚਿਆਂ ਦੀ ਜਗ੍ਹਾ ਨਹੀਂ ਲੈ ਰਹੇ। ਐਕਚੁਅਲੀ ਜਿਹੜਾ ਉਹ ਬਿਲੀਅਨਸ ਆਫ ਡਾਲਰ ਸਟੂਡੈਂਟਸ ਕੈਨੇਡਾ ਵਿੱਚ ਲੈ ਕੇ ਆਉਂਦੇ ਨੇ, ਉਹਦਾ ਸਿਗਨੀਫਿਕੈਂਟ ਪੋਰਸ਼ਨ ਜਿਹੜਾ ਉਹ ਕਈ ਵਾਰੀ ਜਿਹੜੀ ਐਜੂਕੇਸ਼ਨ ਸਬਸਿਡਾਈਜ਼ ਬਾਕੀਆਂ ਨੂੰ ਵੀ ਕਰਦਾ, ਪਰ ਓਵਰਆਲ ਜਿਹੜੀ ਇਕੋਨਮੀ ਹੈ ਉਹਨੂੰ ਇੰਪਰੂਵ ਕਰਦਾ। ਜੀ ਸੋ ਇਹ ਜਿਹੜੀ ਹੈ ਨਾ, ਇਹ ਮੈਂ ਤਾਂ ਗੱਲ ਕਰਨਾ ਪਿਆ ਵੀ ਜਿਹੜੀ ਇਹ ਵੀ ਬੜੀ ਗੱਲਾਂ ਬਣ ਜਾਂਦੀਆਂ। 4-5 ਬੰਦੇ ਬੈਠ ਕੇ ਗੱਪਸ਼ਪ ਮਾਰਨੀ ਸ਼ੁਰੂ ਕਰ ਦਿਓ। ਜੀ ਇੱਕ ਵਾਰੀ ਮੈਂ ਤੁਹਾਨੂੰ ਦੱਸਣਾ, ਬੜੀ ਅਜੀਬ ਜੀ ਗੱਲ ਹੋਈ। ਇੱਕ ਵਾਰੀ 2004 ਦੇ ਵਿੱਚ ਇਲੈਕਸ਼ਨ ਸੀ, ਉਦੋਂ ਨਾ 1-2 ਬੰਦੇ ਸੀ ਇੱਥੇ ਬੈਠੇ ਸੀ, ਉਹ ਚਲੇ ਗਏ ਨੇ, ਉਹਨਾਂ ਦੀ ਪਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇ। ਉਹ ਮੈਨੂੰ ਉਹਨਾਂ ਨੇ ਫੋਨ ਕਰਕੇ ਤੇ ਮੈਂ ਕਿਹਾ ਤੁਸੀਂ ਯਾਰ ਕਿਉਂ ਰੋਜ਼ ਦਿਹਾੜੀ ਖੱਪ ਪਾਉਂਦੇ ਹੋ ਫਾਲਤੂ? ਜੀ ਤੇ ਉਹਨਾਂ ਨੇ ਜੀ ਮੈਨੂੰ ਕਹਿ ਤਾ ਜੀ ਤੇ ਆਪਣੇ ਬੰਦਿਆਂ ਦੇ ਬਰਖਲਾਫ। ਉਹ ਮੇਰੀ ਇਲੈਕਸ਼ਨ ਦੇ ਵਿੱਚ ਇੰਨਾ ਰੌਲਾ ਪਾ ਕੇ ਮੈਨੂੰ ਐਵੇਂ ਮੇਰੀਆਂ ਵੋਟਾਂ ਖਰਾਬ ਕਰਦੀਆਂ। ਸੋ ਸੋਚਦੇ ਨਹੀਂ ਵੀ ਭਾਈ ਸਾਹਿਬ ਵੀ ਤੁਸੀਂ ਆਏ ਹੋ, ਮਿਹਨਤ ਕਰੋ। ਜੀ ਤੁਸੀਂ ਜ਼ਮੀਨ ਤਾਂ ਨਹੀਂ ਕਿਸੇ ਨੇ ਤੁਹਾਨੂੰ ਵੰਡਣੀ, ਤੇ ਆ ਕੇ ਤੁਸੀਂ 6 ਮਹੀਨੇ ਸਾਲ ਰਹਿ ਕੇ ਜਿਹੜਾ ਤੁਹਾਨੂੰ ਇਹ ਵੀ ਨਾਲ ਹੈਗਾ ਵੀ ਕਈ ਬੰਦੇ ਜਿਹੜੇ ਤੁਹਾਨੂੰ ਬੁਲਾਉਂਦੇ ਨੇ ਉਹਨਾਂ ਨੂੰ ਆ ਕੇ ਉਹਨਾਂ ਨੂੰ ਕੱਟਣਾ ਸ਼ੁਰੂ ਕਰ ਦਿੰਦੇ ਹੋ। ਜੀ ਕਹਿੰਦੇ ਵੀ ਤੁਹਾਨੂੰ ਰਹਿਣਾ ਨਹੀਂ ਆਉਂਦਾ, ਤੁਹਾਨੂੰ ਕੱਪੜੇ ਨਹੀਂ ਪਾਣੇ ਆਉਂਦੇ। ਤੁਸੀਂ ਪਹਿਲਾਂ ਜਿਹੜੇ ਆਏ ਸੀ ਲੋਕਾਂ ਨੂੰ ਸਮਝ ਨਹੀਂ ਸੀ ਵੀ ਜਿਹੜੇ ਪਹਿਲੇ ਲੋਕ ਆਏ ਸੀ ਉਹਨਾਂ ਤੇ ਤੁਹਾਡੇ ਲਈ ਜਗ੍ਹਾ ਬਣਾਈ। ਜੀ ਤੇ ਜੇ ਤੁਸੀਂ ਹੁਣ ਉੱਥੋਂ ਉਤਰ ਕੇ ਤੇ ਸਿੱਧਾ ਦੇ ਵਿੱਚੋਂ ਆਪਣੀ SUV 'ਚ ਬਹਿ ਕੇ ਤੇ ਸ਼ਾਮ ਨੂੰ ਆ ਕੇ ਚੰਗੀ ਰੋਟੀ ਤੇ ਚੰਗੇ ਘਰ 'ਚ ਰਹਿੰਦੇ, ਇਹਦੇ ਪਿੱਛੇ ਵੀ ਲੋਕਾਂ ਦੀ ਖੂਨ ਪਸੀਨੇ ਦੀ ਕਮਾਈ ਹੈ। ਜੀ ਲੋਕਾਂ ਨੇ ਗਾਲਾਂ ਖਾ ਕੇ ਕੰਮ ਕਰਕੇ ਆ ਸਾਰਾ ਕੁਝ ਬਣਾਇਆ। ਕੋਈ ਠੱਗੀ ਨਹੀਂ ਕੀਤੀ ਹੈ ਤੇ ਕਿਸੇ ਨੇ। ਜੀ ਜਿਸ ਤਰੀਕੇ ਨਾਲ ਤੁਸੀਂ ਦੱਸਿਆ ਸੀ ਕਿ ਤੁਸੀਂ ਐਕਸਪਲੇਨ ਕਰਨਾ ਸ਼ੁਰੂ ਕੀਤਾ, ਤੁਹਾਡੀ ਵਾਈਫ ਨੇ ਇੱਕ ਲੈਟਰ ਲਿਖਿਆ। ਲੋਕ ਪੜ੍ਹੇ ਲਿਖੇ ਇੱਥੇ ਤੇ ਇਹ ਵੀ ਗੱਲ ਹੈਗੀ ਕਿ ਸਮਝ ਛੇਤੀ ਜਾਂਦੇ, ਤੁਹਾਡੀਆਂ ਭਾਵਨਾਵਾਂ ਸਮਝਦੇ ਨੇ। ਕਈ ਵਾਰ ਅਸੀਂ ਦੇਖਦੇ ਹਾਂ ਕਿ ਹੋਰਾਂ ਮੁਲਕਾਂ 'ਚ ਇੰਨਾ ਅਸਰ ਨਹੀਂ ਹੁੰਦਾ, ਪਰ ਫਿਰ ਵੀ ਉਹ ਚੀਜ਼ਾਂ ਹਲੇ ਹੈਗੀਆਂ ਨੇ। ਅਸੀਂ ਦੇਖਦੇ ਹਾਂ ਕਿ ਟਰੰਪ ਸਾਹਿਬ ਦਾ ਅਸਰ ਵੀ ਇੱਧਰ ਬਹੁਤ ਜ਼ਿਆਦਾ ਹੁਣ ਹੋਇਆ। ਉਹ ਜਿਹੜਾ ਸਫ਼ਰ ਜਿਹੜਾ ਸ਼ੁਰੂ ਕੀਤਾ ਸੀ ਐਕਸਪਲੇਨ ਕਰਨ ਦਾ ਲੋਕਾਂ ਨੂੰ ਵੀ ਅਸੀਂ ਆਹ ਲੋਕ ਹਾਂ, ਅਸੀਂ ਵੀ ਇੱਥੇ ਤੁਹਾਡੇ ਲਈ ਲੜੇ ਹਾਂ। ਹੁਣ ਤਾਂ ਅਸੀਂ ਦੇਖਦੇ ਹਾਂ ਕਿ ਜਦੋਂ ਨਵੰਬਰ ਦੇ ਵਿੱਚ ਰਿਮੈਂਬਰੈਂਸ ਡੇ ਮਨਾਇਆ ਜਾਂਦਾ ਤੇ ਜਿਹੜਾ ਵਾ ਜਿਹੜੇ ਸਿੱਖ ਫੌਜੀ ਸੀਗੇ ਵਰਲਡ ਵਾਰ ਦੇ ਵਿੱਚ, ਉਹਨਾਂ ਨੂੰ ਵੀ ਬਹੁਤ ਵੱਡੇ ਪੱਧਰ 'ਤੇ ਹੁਣ ਯਾਦ ਕੀਤਾ ਜਾਂਦਾ ਹੈ। ਪਰ ਉਹ ਸਿਲਸਿਲਾ ਕਿ ਅੱਜ ਵੀ ਜਾਰੀ, ਅੱਜ ਵੀ ਇਹੋ ਜਿਹੇ ਲੋਕ ਮਿਲਦੇ ਆ, ਤੁਹਾਨੂੰ ਅੱਜ ਵੀ ਐਕਸਪਲੇਨ ਕਰਨਾ ਪੈਂਦਾ। ਔਰ ਜਿਹੜਾ ਰਸਤਾ ਤੁਸੀਂ ਹੁਣੀ ਜ਼ਿਕਰ ਕਰ ਰਹੇ ਹੋ ਕਿ ਜਿਹੜੇ ਪਹਿਲੇ ਲੋਕ ਸੀ ਉਹਨਾਂ ਨੇ ਬਹੁਤ ਘਾਲਣਾ ਘਾਲੀ, ਉਹਨਾਂ ਨੇ ਗਾਲਾਂ ਵੀ ਖਾਧੀਆਂ, ਰੇਸਿਜ਼ਮ ਝੱਲਿਆ ਵੀ। ਸੋ ਉਹਦਾ ਕਰਕੇ ਅੱਜ ਇਸ ਤਰੀਕੇ ਨਾਲ ਵੀ 1.5 ਲੱਖ ਤੋਂ ਵੱਧ ਜਿਹੜਾ ਵਾ ਨੌਜਵਾਨ ਆ ਭਾਰਤ ਤੋਂ ਜਾਂ ਪੰਜਾਬ ਤੋਂ ਇੱਥੇ ਕੈਨੇਡਾ ਆ ਰਹੇ। ਮੈਂ ਦੱਸਣਾ ਪਿਆ, ਇਹ ਨਾ ਬੜਾ ਇੰਪੋਰਟੈਂਟ ਸਵਾਲ ਹੈ। ਇਹ ਕਿਉਂ ਇੰਪੋਰਟੈਂਟ ਹੈ? ਕਿਉਂਕਿ ਲੋਕੀ ਆਪਣਿਆਂ ਨੂੰ ਸਮਝ ਨਹੀਂ ਆਉਂਦੀ ਪਈ ਕਿ ਜਿਹੜੇ ਉੱਥੋਂ ਹੁਣ 1.5 ਲੱਖ ਜੇ ਸਾਲ ਦਾ ਹੁੰਦਾ, ਪਿਛਲੇ ਜਦੋਂ ਦੇ ਜਸਟਨ ਟਰੂਡੋ ਪ੍ਰਧਾਨ ਮੰਤਰੀ ਬਣੇ, ਜੇ 3.5-4 ਲੱਖ ਸਟੂਡੈਂਟ ਆਏ, ਉਹਦੇ ਵਿੱਚੋਂ ਮੈਜੋਰਿਟੀ ਆਫ ਦੈਮ ਨੇ ਆਪਣੀਆਂ ਲੜਕੀਆਂ ਨੇ। ਜੀ ਲੜਕੀਆਂ ਜਿਹੜੀਆਂ ਸਟੂਡੈਂਟ ਤੌਰ 'ਤੇ ਆ ਕੇ ਸਮਝ ਲਓ ਵੀ 2.5-3 ਲੱਖ ਪਰਿਵਾਰ 'ਤੇ ਵਸ ਗਿਆ ਨਾ, 3 ਲੱਖ ਫੈਮਿਲੀ 'ਤੇ ਵਸੀ ਹੈ ਨਾ। ਜੀ ਕੈਨੇਡਾ ਨੂੰ ਚਾਹੀਦਾ, ਪੰਜਾਬ ਨੂੰ ਤੇ ਇੰਡੀਆ ਨੂੰ ਰੋਜ਼ ਕੈਨੇਡਾ ਨੂੰ ਥੈਂਕ ਯੂ ਨੋਟ ਭੇਜਣੇ, ਖਾਸ ਕਰਕੇ ਪੰਜਾਬ ਦੇ ਜਿਹੜੇ ਨੇ ਨਾ ਲੀਡਰਸ, ਰੋਜ਼ ਇਹਨਾਂ ਨੂੰ ਕਹਿਣ ਵੀ ਤੁਹਾਡਾ ਬਹੁਤ ਧੰਨਵਾਦ, ਤੁਸੀਂ ਲੋਕ ਸਾਡੀ ਹੈਲਪ ਕਰਦੇ ਪਏ ਹੋ, ਇੱਕ ਨਵਾਂ ਪੰਜਾਬ ਵਸਾ ਰਹੇ ਹੋ ਇੱਥੇ। ਕਿਉਂ ਵਸਦਾ ਪਿਆ? ਕਿਉਂਕਿ ਜਿਹੜੇ ਪਹਿਲਾਂ ਲੋਕ ਆਏ ਸੀ ਉਹਨਾਂ ਮਿਹਨਤ ਕੀਤੀ, ਪਲੱਸ ਜਿਹੜੀ ਲੀਡਰਸ਼ਿਪ ਹੈ ਇਸ ਟਾਈਮ 'ਤੇ ਹੁਣ ਸਾਡੀ ਸਰਕਾਰ ਹੈ। ਜੀ ਪਰ ਮੈਂ ਨਹੀਂ ਸਮਝਦਾ ਕੋਈ ਸਰਕਾਰ ਵੀ ਆਏਗੀ ਕਿਸੇ ਦੀ ਵੀ ਫਿਊਚਰ ਦੇ ਵਿੱਚ ਉਹ ਪੰਜਾਬ ਨੂੰ ਪਿੱਛੇ ਕਰਨਗੇ, ਕਿਉਂਕਿ ਉਹ ਕਰ ਨਹੀਂ ਸਕਦੇ। ਕਿਉਂਕਿ ਜਿਹੜੀ ਵੋਟਿੰਗ ਪਾਵਰ ਹੈ, ਫਾਈਨੈਂਸ਼ੀਅਲ ਪਾਵਰ ਹੈ, ਆਪਣੇ ਲੋਕਾਂ ਕੋਲ ਆ ਗਈ ਹੈ ਬਹੁਤ ਜ਼ਿਆਦਾ। ਜੀ 17-18 MP ਬਣੇ, ਐਵੇਂ ਤਾਂ ਨਹੀਂ ਬਣ ਗਏ। ਲੋਕੀ
ਪਰ ਇਹ ਹੈਗਾ ਵੀ ਹੁਣ ਉਹਨਾਂ ਨੂੰ ਕੋਈ ਇਸ਼ੂ ਨਹੀਂ ਹੈਗਾ ਵੀ ਤੁਸੀਂ ਪੱਗ ਬੰਨੀ ਹੈ, ਕਿ ਤੁਸੀਂ ਪਟਕਾ ਪਾਇਆ, ਕਿ ਤੁਸੀਂ ਆਪਣੀ ਟ੍ਰੈਡੀਸ਼ਨਲ ਡਰੈਸ ਜਾ ਰਹੇ ਹੋ, ਜੀ ਕੋਈ ਇਸ਼ੂ ਨਹੀਂ ਹੈਗਾ। ਪੰਜਾਬੀ ਦੇ ਆਮ ਬੋਲਦੇ ਆ ਜਿਸ ਤਰ੍ਹਾਂ ਸਾਰਾ ਕੁਝ ਠੀਕ ਹੈ। ਜੀ ਬਾਕੀ ਜਦੋਂ ਆਉਂਦੇ ਨੇ ਗੁਰੂ ਘਰਾਂ 'ਚ ਸਾਰੇ ਜਾਂਦੇ ਨੇ, ਮੰਦਰਾਂ 'ਚ ਜਾਂਦੇ, ਮਸਜਿਦਾਂ 'ਚ ਜਾਂਦੇ ਨੇ। ਜੀ ਮੈਂ ਸਮਝਦਾ ਵੀ ਸਭ ਤੋਂ ਵੱਡੀ ਜਿਹੜੀ ਸੈਕੰਡ ਹੋਰ ਕੰਟਰੀਬਿਊਸ਼ਨ ਨੇ ਰੇਸ ਰਿਲੇਸ਼ਨਸ਼ਿਪ ਬਿਲਡ ਕਰਨ ਦੇ ਵਿੱਚ ਬਹੁਤ ਜ਼ਿਆਦਾ, ਜੀ ਜਿੰਨੀ ਦੇਰ ਤੱਕ ਤੁਸੀਂ ਇਸ ਕੰਮ 'ਚ ਨਹੀਂ ਆਉਂਦੇ ਬਿਲਡ ਨਹੀਂ ਕਰ ਸਕਦੇ। ਜੀ ਬਿਜ਼ਨਸ ਵੀ ਕਰਦੇ ਹੋ, ਬਿਜ਼ਨਸ ਨਾਲ ਦੋ ਚਾਰ ਬੰਦਿਆਂ ਨਾਲ ਗੱਲ ਕਰਨੀ ਹੈ। ਤੁਸੀਂ ਕਿਤੇ ਹੋਰ ਪ੍ਰੋਫੈਸ਼ਨ 'ਚ ਹੋ, ਦੋ ਚਾਰ ਬੰਦਿਆਂ ਨੂੰ ਤੁਸੀਂ ਆਪਣਾ ਕੰਮ ਕਰਨਾ ਕਿ ਆਪਣੇ ਧਰਮ ਬਾਰੇ ਅਤੇ ਆਪਣੀ ਧਰਤੀ ਬਾਰੇ ਐਕਸਪਲੇਨ ਕਰਨਾ, ਉਹ ਹੁਣ ਕੰਮ ਖਤਮ ਹੈ। ਜੀ ਪਰ ਜਿਹੜਾ ਸਕੂਲਾਂ ਦੇ ਵਿੱਚ ਵੀ ਐਜੂਕੇਸ਼ਨ ਹੋ ਗਈ, ਆਪਣੇ ਬੱਚੇ ਪੜ੍ਹ ਗਏ, ਇੰਟਰ ਮੈਰਿਜਸ ਹੋ ਗਈਆਂ, ਬਿਜ਼ਨਸ ਆਪਰਚੁਨਿਟੀ ਸ਼ੁਰੂ ਹੋ ਗਈਆਂ, ਫਲਾਈਟਸ ਹੋ ਗਈਆਂ ਸ਼ੁਰੂ। ਫਲਾਈਟ ਦੇ ਵਿੱਚ ਮੈਂ ਪਰਸੋਂ ਜਦੋਂ ਮੈਂ ਵਿਨੀਪੈਗ ਗਿਆ ਇੱਥੋਂ ਵੈਨਕੂਵਰ ਤੋਂ, ਜੀ ਅਤੇ ਉਹਦੇ ਵਿੱਚੋਂ ਹਿੰਦੀ ਮੂਵੀਜ਼ ਸਨ। ਜੀ ਏਅਰ ਕੈਨੇਡਾ ਦੀ ਫਲਾਈਟ ਦੇ ਵਿੱਚ ਲੋਕਲ ਦੇ ਵਿੱਚ ਹਿੰਦੀ ਮੂਵੀਜ਼। ਇੱਕ ਟਾਈਮ ਸੀ ਟੇਪ ਲੈਣ ਲਈ, ਮੈਨੂੰ ਯਾਦ ਹੈ ਪਾਈਨਫਾਲ ਜਦੋਂ ਅਸੀਂ ਪ੍ਰੈਕਟਿਸ ਕਰਦੇ ਸੀ, ਮੈਂ ਵਿਨੀਪੈਗ ਜਾਣਾ ਜੀ ਮੂਵੀਜ਼ ਦੇ ਉਹ ਕੈਸਟਸ ਲੈਣ ਲਈ ਜੀ ਅਤੇ ਆ ਕੇ ਵਾਚ ਕਰਨੀਆਂ ਮੂਵੀਜ਼। ਜੀ ਅਤੇ ਹੁਣ ਤੁਸੀਂ ਦੇਖ ਲਓ ਵੀ ਪਲੇਨ ਦੇ ਵਿੱਚ ਲੱਗੀਆਂ ਜੀ ਹਰ ਜਗ੍ਹਾ 'ਤੇ। ਹੁਣ ਸਰੀ ਵਿੱਚ ਤੁਹਾਨੂੰ ਪੰਜਾਬ ਤੋਂ ਆ ਕੇ ਫਰਕ ਨਹੀਂ ਲੱਗਦਾ, ਕੋਈ ਫਰਕ ਨਹੀਂ ਲੱਗਦਾ। ਪਰ ਸਾਨੂੰ ਚਾਹੀਦਾ ਵੀ ਅਸੀਂ ਇੱਥੋਂ ਦੀ ਲੈਂਗੁਏਜ ਥੋੜ੍ਹੀ ਸਿੱਖੀਏ, ਜੀ ਇੱਥੋਂ ਦੇ ਤੌਰ ਤਰੀਕੇ ਸਿੱਖੀਏ, ਇੱਥੋਂ ਦੇ ਮੈਨਰਿਜ਼ਮ ਸਿੱਖੀਏ, ਇੱਥੋਂ ਦੀ ਰੂਲ ਫਾਲੋ ਕਰਨਾ ਸਿੱਖੀਏ, ਇੱਥੋਂ ਦੇ ਜਿਹੜੇ ਸਾਡੇ ਬਜ਼ੁਰਗ ਆਏ ਨੇ ਉਹਨਾਂ ਦੀ ਰਿਸਪੈਕਟ ਕਰਨੀ ਸ਼ੁਰੂ ਕਰੀਏ, ਪਾਇਨੀਅਰਸ ਨੂੰ ਯਾਦ ਕਰੀਏ, ਉਹਨਾਂ ਦੀ ਯਾਦ ਦੇ ਵਿੱਚ ਕੁਝ ਕੰਮ ਕਰੀਏ। ਆਪਾਂ ਜਿਹੜੇ ਮੇਲੇ ਮਨਾਉਂਦੇ ਹਾਂ, ਠੀਕ ਹੈ, ਮੇਲੇ ਜਿਹੜੇ ਨਾ ਪੁਰਾਣੇ ਮੇਲੇ, ਉਹਨਾਂ ਦੀ ਯਾਦਦਾਸ਼ਤ ਕਰਨੀ ਹੈ ਤੁਸੀਂ ਇੱਕ ਹਿੱਸਾ। ਪਰ ਜਿਹੜੇ ਲੋਕਾਂ ਨੇ ਇੱਥੇ ਆਲਰੇਡੀ 100 ਈਅਰ ਲੈ ਕੇ ਮਿਲਾਂ 'ਚ ਕੰਮ ਕੀਤਾ, ਉਹਨਾਂ ਨੂੰ ਤਾਂ ਕੋਈ ਗੱਲਬਾਤ ਹੀ ਨਹੀਂ ਉਹਨਾਂ ਦੀ। ਉਹਨਾਂ ਦੇ ਕਹਿੰਦੇ ਤੁਹਾਨੂੰ ਤਾਂ ਪਤਾ ਹੀ ਨਹੀਂ। ਜੀ ਇੱਕ ਹੋਰ ਸਾਡਾ ਜਦੋਂ ਅਸੀਂ ਬੈਠਦੇ ਹਾਂ ਤੁਹਾਡੇ ਕੋਲ ਇੰਨਾ ਐਕਸਪੀਰੀਅੰਸ ਹੈ, ਇੰਨਾ ਲੰਬਾ ਸੰਘਰਸ਼ ਹੈ, ਅਤੇ ਉਸ ਤੋਂ ਬਾਅਦ ਸਕਸੈਸ ਵੀ ਹੈਗੀ ਹੈ। ਸਾਡਾ ਇਹ ਵੀ ਹੁੰਦਾ ਕਿ ਚਲੋ ਥੋੜ੍ਹੀ ਬਹੁਤ ਅਸੀਂ ਮੋਟੀਵੇਸ਼ਨ ਲੈਣ 'ਚ ਵੀ ਟਰਾਈ ਕਰੀਏ। ਸੋ ਹੁਣ ਅਸੀਂ ਇਹ ਵੀ ਦੇਖਦੇ ਹਾਂ ਕਿ ਜਿਹੜੇ ਕੁਝ ਨਵੇਂ ਨੌਜਵਾਨ ਆਉਂਦੇ ਨੇ, ਚਾਹੇ ਕਿਸੇ ਵੀ ਵਰਗ 'ਚ ਆਉਂਦੇ ਨੇ, ਚਾਹੇ ਸਟੂਡੈਂਟ ਆਉਂਦੇ ਨੇ, ਕੰਮ ਕਰਨ ਆਉਂਦੇ ਨੇ ਜਾਂ ਵੈਸੇ ਆਉਂਦੇ ਨੇ, ਕਈ ਵਾਰ ਬਹੁਤ ਜ਼ਿਆਦਾ ਉਹ ਸਟ੍ਰੈਸ 'ਚ ਹੋ ਜਾਂਦੇ ਨੇ। ਔਰ ਤੁਸੀਂ ਵੀ ਕੇਸ ਸੁਣੇ ਹੋਣੇ ਆ, ਤੁਸੀਂ ਖੁਦ ਡਾਕਟਰ ਹੋ, ਤੁਹਾਡਾ ਵਾਹ ਵੀ ਪੈਂਦਾ ਹੋਵੇਗਾ ਕਿ ਕਈ ਵਾਰ ਸੁਸਾਈਡ ਦੇ ਅਸੀਂ ਵੀ ਸੁਣਦੇ ਹਾਂ। ਸੋ ਕੀ ਕਹਿਣਾ ਚਾਹੋਗੇ ਜਿਹੜੇ ਇਸ ਕਈ ਵਾਰੀ ਆ ਕੇ ਬਹੁਤ ਜ਼ਿਆਦਾ ਉਹ ਕਹਿ ਦਿੰਦੇ ਆ ਕਿ ਯਾਰ ਇੱਥੇ ਤਾਂ ਹੁਣ ਹੈ ਨਹੀਂ ਸਾਡੇ ਕੋਲ ਰਾਹ, ਕੋਈ ਰਾਹ ਨਹੀਂ ਲੱਭਦਾ ਕਈ ਵਾਰ ਉਹਨਾਂ ਨੂੰ। ਸੋ ਉਹਨਾਂ ਨੂੰ ਤੁਸੀਂ ਕਿਸ ਤਰੀਕੇ ਨਾਲ ਮੋਟੀਵੇਟ ਕਰਨਾ ਚਾਹੁੰਦੇ? ਦੇਖੋ, ਆਹ ਜਿਹੜਾ ਕੰਮ ਚੱਲਿਆ ਨਾ, ਇਹ ਜਿਹੜਾ ਇਹਦਾ ਸਟ੍ਰੈਸ ਦਾ ਕੰਮ ਚੱਲਿਆ, ਇਹ ਜਿੱਥੋਂ ਅਸੀਂ ਆਉਂਦੇ ਹਾਂ ਉੱਥੇ ਵੀ ਸਟ੍ਰੈਸ ਹੈਗਾ ਜੀ। ਉਹ ਜਿਹੜੀ ਫਾਲਸ ਹੋਪ ਲੈ ਕੇ ਵੀ ਫਟਾਫਟ ਹੀ ਹਫ਼ਤੇ ਵਿੱਚ ਜਾ ਕੇ 2 ਮਹੀਨੇ ਵਿੱਚ ਜਾ ਕੇ ਜਿਹਦੇ ਘਰ ਜਾਣਾ ਉਹਦੇ ਵਰਗਾ ਘਰ ਬਣਾ ਲੈਣਾ, ਉਹਦੇ ਵਰਗੀ ਮੈਂ ਕਾਰ ਲੈ ਲੈਣੀ, ਉਹਦੇ ਵਰਗੀ ਮੈਂ ਕੋਠੀ ਬਣਾਉਣੀ, ਉਹਦੇ ਵਰਗਾ ਮੈਂ ਕੰਮ ਕਰ ਲੈਣਾ, ਉਹ ਤਾਂ ਕੰਮ ਨਹੀਂ ਹੋਣਾ ਜੀ। ਟਾਈਮ ਲੱਗਣਾ। ਇੱਕ ਤਾਂ ਐਕਸਪੈਕਟੇਸ਼ਨ ਸਾਡੀਆਂ ਇੰਨੀਆਂ ਨੇ ਜ਼ਿਆਦਾ ਵੀ ਉਹ ਮੀਟ ਨਹੀਂ ਹੋਣੀਆਂ। ਦੂਜੀ ਗੱਲ ਹੈ ਵੀ ਜਿਹੜੀ ਤੁਹਾਡੀ ਐਜੂਕੇਸ਼ਨ ਹੈ, ਤੁਸੀਂ ਕਿਸੇ ਸਿਸਟਮ ਵਿੱਚ ਵੀ ਜਾਣਾ, ਤੁਹਾਨੂੰ ਐਜੂਕੇਸ਼ਨ ਦੇ ਨਾਲ ਚੇਂਜ ਹੋਣਾ ਪੈਣਾ। ਹੁਣ ਜੇ ਸਪੋਜ਼ ਵੀ ਮੈਂ ਇੱਥੇ ਪ੍ਰੈਕਟਿਸ ਕਰਨਾ ਪਿਆ, ਜੇ ਮੈਨੂੰ ਪੰਜਾਬ 'ਚ ਪ੍ਰੈਕਟਿਸ ਕਰਨੀ ਪਏ, ਮੈਂ ਉੱਥੋਂ ਦਾ ਪੜ੍ਹਿਆ, ਮੈਨੂੰ ਹੁਣ ਉੱਥੇ ਜਾ ਕੇ ਵੀ ਲਾਇਸੈਂਸ ਦੁਬਾਰਾ ਲੈਣਾ ਪੈਣਾ ਜੀ। ਜੇ ਕੋਈ ਟੀਚਰ ਉੱਥੋਂ ਆ ਰਿਹਾ ਉਹਨੂੰ ਅਪਗ੍ਰੇਡ ਕਰਨਾ ਪੈਣਾ, ਜੇ ਇੰਜੀਨੀਅਰ ਆਉਂਦਾ ਅਪਗ੍ਰੇਡ ਕਰਨਾ ਪੈਣਾ। ਇਹ ਜਿਹੜੀਆਂ ਗੱਲਾਂ ਨੇ, ਜਿਹੜੇ ਸਾਡੇ ਏਜੰਟ ਨੇ ਜੀ, ਜਿਹੜੇ ਇਸ ਕੰਮ ਦੇ ਵਿੱਚ ਹੈਗੇ ਨੇ, ਉਹਨਾਂ ਨੂੰ ਚਾਹੀਦਾ ਵੀ ਇਮਾਨਦਾਰੀ ਨਾਲ ਐਕਸਪਲੇਨ ਕਰਨ ਕਿ ਆਹ ਪ੍ਰੋਬਲਮ ਹੈਗੀ ਹੈ, ਇਹ ਚੈਲੰਜਸ ਤੁਹਾਨੂੰ ਆਉਣੇ ਨੇ, ਤਿਆਰੀ ਕਰਕੇ ਜਾਓ। ਜੇ ਤੁਸੀਂ ਐਗਜ਼ਾਮ ਪਾਸ ਨਹੀਂ ਕੀਤਾ ਤਾਂ ਗੱਲ ਨਹੀਂ ਬਣਨੀ। ਤੁਸੀਂ ਆ ਕੇ ਸਿਸਟਮ ਨੂੰ ਬਲੇਮ ਨਹੀਂ ਕਰ ਸਕਦੇ। ਪਰ ਜੇ ਕਿਸੇ ਨੂੰ ਇੰਨਾ ਸਟ੍ਰੈਸ ਆ ਜਾਂਦਾ ਵੀ ਉਹ ਆਪਣੇ ਆਪ ਨੂੰ ਖੁਦਕਸ਼ੀ ਦਾ ਚੱਕਰ 'ਚ ਪੈਂਦਾ, ਉਹ ਬੜੀ ਚੰਗੀ ਗੱਲ ਨਹੀਂ। ਤੁਸੀਂ ਇੱਥੇ ਹੈਲਪ ਹੈਗੀ, ਕਿਸੇ ਨਾਲ ਗੱਲਬਾਤ ਕਰ ਲਓ। ਇਹ ਜਿਹੜਾ ਸਿਲਸਿਲਾ ਵੀ ਜੇ ਤੁਹਾਡੀ ਗੱਲ ਨਹੀਂ ਬਣਦੀ ਤਾਂ ਮੈਂ ਮਾਰ ਲੈਣਾ ਆਪਣੇ ਆਪ ਨੂੰ, ਇਹ ਤਾਂ ਗੱਲ ਨਹੀਂ ਨਾ ਕੋਈ ਬਣੀ ਜੀ। ਇਹ ਤੁਹਾਨੂੰ ਸਰੀਰ ਮਿਲਿਆ, ਤੁਹਾਨੂੰ ਰਹਿਣ ਲਈ ਤੁਹਾਡੇ ਹੱਥ ਪੈਰ ਕੰਮ ਕਰਦੇ ਨੇ ਜੀ। ਕੋਈ ਕੰਮ ਵੀ ਕਰ ਲਓ ਜੀ। ਇਹ ਜਿਹੜਾ ਨਾ ਇੱਕ ਦੂਸਰਾ ਵੀ ਆਕੜ ਵਾਲੀ ਗੱਲ ਤਾਂ ਹੋਣੀ ਨਹੀਂ ਚਾਹੀਦੀ ਜੀ। ਕੋਈ ਉੱਥੋਂ, ਮੈਂ ਪਹਿਲਾਂ ਵੀ ਕਿਹਾ ਵੀ ਉੱਥੋਂ ਕੋਈ ਇੱਦਾਂ ਦਾ ਕੋਈ ਭੁੱਖਾ ਤੇ ਕੋਈ ਆ ਨਹੀਂ ਰਿਹਾ ਜੀ। ਚੰਗੇ ਭਲੇ ਜੇ ਤੁਸੀਂ ਜੇ ਲੱਖਾਂ ਰੁਪਏ ਲੈ ਕੇ, ਡਾਲਰ ਲੈ ਕੇ ਆਉਂਦੇ ਹੋ, ਬਿਜ਼ਨਸ ਖਰੀਦਦੇ ਪਿਓ, ਅਤੇ ਤੁਹਾਨੂੰ ਥੋੜ੍ਹਾ ਜਿਹਾ ਹੌਸਲਾ ਰੱਖੋ ਜੀ। ਪਰ ਜਿਹੜਾ ਕੰਟਰੀ ਤੁਹਾਨੂੰ ਇਨਫਰਾਸਟਰਕਚਰ ਪ੍ਰੋਵਾਈਡ ਕਰਦਾ ਪਿਆ, ਹੈਲਥ ਕੇਅਰ, ਤੁਹਾਨੂੰ ਇੱਥੇ ਕੋਈ ਪੈਸਾ ਨਹੀਂ ਲੱਗਦਾ, ਅਤੇ ਸੜਕਾਂ ਦੀ ਤੁਹਾਨੂੰ ਕੋਈ ਫੀਸ ਦਾ ਗੱਲ ਨਹੀਂ ਹੈਗੀ ਜੀ। ਇਸ ਤੋਂ ਸਿਰਫ ਡਰਾਈਵਿੰਗ ਦੀ ਫੀਸ ਦੇਣੀ ਪੈਂਦੀ ਹੈ, ਬੇਸਮੈਂਟ ਦਾ ਤੁਹਾਨੂੰ ਐਕਸਟਰਾ ਟੈਕਸ ਨਹੀਂ ਦੇਣਾ ਪੈਂਦਾ, ਸਕੂਲ ਦਾ ਕੋਈ ਐਕਸਟਰਾ ਟੈਕਸ ਨਹੀਂ ਹੈਗਾ। ਸੋ ਇੰਨੀਆਂ ਤੁਹਾਨੂੰ ਸਹੂਲਤਾਂ ਨੇ, ਅਤੇ ਫਿਰ ਉਹਦੇ ਵਿੱਚੋਂ ਜੇ ਥੋੜ੍ਹੀ ਜਿਹੀ ਮਿਹਨਤ ਕਰਨੀ ਪਏ ਤਾਂ ਫਿਰ ਪ੍ਰੋਬਲਮ ਕੀ ਹੈ ਜੀ। ਤੁਸੀਂ ਤੁਹਾਡੀ ਲਾਈਫ ਬਾਰੇ ਥੋੜ੍ਹੀ ਜਿਹੀ ਗੱਲ ਕਰੀਏ। ਤੁਸੀਂ 2 ਜ਼ਿੰਦਗੀਆਂ ਜੀਆਂ ਨੇ, ਇੱਕ ਤਾਂ ਤੁਸੀਂ ਇੱਕ ਡਾਕਟਰ ਬਣ ਕੇ ਇੱਕ ਪਾਸੇ ਲੋਕਾਂ ਦੀ ਸੇਵਾ ਕੀਤੀ ਆ, ਔਰ ਦੂਜਾ ਇੱਕ ਸਿਆਸਤਦਾਨ ਦਾ ਜੀਵਨ ਆ।
ਸੋ ਸਿਆਸਤ ਦੇ ਵਿੱਚ ਅਕਸਰ ਚਾਹੇ ਕੋਈ ਜਿੱਡਾ ਵੱਡਾ ਮਰਜ਼ੀ ਸਿਆਸਤਦਾਨ ਹੋਵੇ, ਕੌੜੇ ਮਿੱਠੇ ਤਜਰਬੇ ਜ਼ਰੂਰ ਹੁੰਦੇ ਆ। ਤੁਹਾਡੀ ਪਿਛਲੀ ਇਲੈਕਸ਼ਨ ਬਹੁਤੀ ਵਧੀਆ ਨਹੀਂ ਰਹੀ, ਸੋ ਅੱਗੇ ਦਾ ਕੀ ਪਲਾਨ ਹੈ? ਪਿਛਲਾ ਵੀ ਥੋੜ੍ਹਾ ਦੱਸ ਦਿਓ ਕਿ ਕਿਉਂ ਇੰਨਾ ਕੌੜਾ ਤਜਰਬਾ ਰਿਹਾ ਜਿਹੜੀ ਪਿਛਲੀ ਇਲੈਕਸ਼ਨ ਸੀਗੀ, ਔਰ ਕਿਤੇ ਇੰਨੇ ਸਾਲਾਂ ਦੌਰਾਨ ਤੁਹਾਡਾ ਜਸਟਿਨ ਟਰੂਡੋ ਨਾਲ ਇੰਨਾ ਵਧੀਆ ਰਿਲੇਸ਼ਨ ਰਿਹਾ, ਤੁਸੀਂ ਟਰਾਈ ਨਹੀਂ ਕੀਤੀ ਕਿ ਫੈਡਰਲ ਦੇ ਵਿੱਚ ਹੀ ਟਰਾਈ ਕੀਤਾ ਜਾਵੇ? ਦੇਖੋ, ਪਹਿਲੀ ਗੱਲ ਤਾਂ ਜਿਹੜੀ ਪਿਛਲੀ ਇਲੈਕਸ਼ਨ ਸੀ ਪ੍ਰੋਵਿੰਸ਼ਲੀ, ਜਿਹੜਾ ਸਾਡੇ ਅਸੀਂ ਲੀਡਰ ਐਂਡਰਿਊ ਵਿਲਕਿੰਸਨ, ਮੈਂ ਤੇ ਉਹਨਾਂ ਨੇ ਇਕੱਠੇ ਕੰਮ ਕੀਤਾ ਐਜ਼ ਏ ਡਾਕਟਰ ਜੀ। ਉਹ ਜਦੋਂ 2001 ਦੇ ਵਿੱਚ ਸਾਡੇ ਪ੍ਰੀਮੀਅਰ ਕੈਂਪਬੈਲ ਹੁੰਦੇ ਸੀ, ਉਹਨਾਂ ਦੇ ਡਿਪਟੀ ਮਿਨਿਸਟਰ ਹੁੰਦੇ ਸੀ। ਮੈਂ ਇਸ ਗਵਰਨਮੈਂਟ ਨੂੰ ਪਹਿਲੀ ਵਾਰੀ ਇੰਡੀਆ ਲੈ ਕੇ ਗਿਆ 2001 ਦੇ ਵਿੱਚ ਜੀ। ਇਹਨਾਂ ਨੂੰ ਮੈਂ ਦਰਬਾਰ ਸਾਹਿਬ ਵੀ ਖੜਿਆ, ਇਹਨਾਂ ਨੂੰ ਸਾਰਿਆਂ ਨੂੰ ਐਕਸਪੋਜ਼ ਕੀਤਾ। ਪਹਿਲੀ ਮੈਂ ਕੀਤੀ ਸੀ ਹਿੰਮਤ, ਜਾਣ ਲਈ ਤਿਆਰ ਨਹੀਂ ਸੀ ਜੀ। ਉਸ ਤੋਂ ਬਾਅਦ ਫਿਰ ਸਾਰੇ ਤੁਰ ਪਏ, ਫਿਰ ਇੰਨੇ ਤੁਰੇ ਵੀ ਉਹਨਾਂ ਨੇ ਇਹਨਾਂ ਨੂੰ ਰਿਸੀਵ ਕਰਨਾ ਹੀ ਬੰਦ ਕਰਤਾ ਵੀ ਇਹ ਤਾਂ ਰੋਈ ਦਿਹਾੜੀ ਪਹੁੰਚ ਜਾਂਦੇ ਨੇ ਜੀ। ਸੋ ਹਰ ਚੀਜ਼ ਦਾ ਜਿਹੜਾ ਨਾ ਸਿਸਟਮ ਨੂੰ ਸਾਨੂੰ ਕਰਨਾ ਪੈਣਾ। ਇਹ ਇਲੈਕਸ਼ਨ ਦੇ ਵਿੱਚ ਮੇਰਾ ਐਕਸਪੀਰੀਅੰਸ ਤਾਂ ਹੋਇਆ ਕਿ ਉਹ ਜਿਹੜੇ ਖੜੇ ਸੀ ਉਹ ਮੇਰੇ ਕਲੋਜ਼ ਬੜੇ ਸੀ ਦੋਸਤ ਜੀ। ਉਹ ਫਿਰ ਜਦੋਂ ਉਹਨਾਂ ਨੂੰ ਮੁਸ਼ਕਲ ਆ ਰਹੀ ਸੀ, ਕਹਿੰਦੇ ਹੈਲਪ ਕਰੋ, ਹੈਲਪ ਕਰਨ ਦੇ ਚੱਕਰ 'ਚ ਮੈਂ ਵੀ ਪੰਗਾ ਪਾਦਾ ਦੁਬਾਰਾ ਜੀ। ਪਰ ਉਹ ਇਲੈਕਸ਼ਨ ਹਾਰਨ ਦੇ ਕਾਰਨ ਮੈਂ ਸਮਝਦਾ ਦੋ ਤਿੰਨ ਪਹਿਲੀ ਗੱਲ ਤਾਂ ਵੀ ਮੈਂ 2.5 ਹਫ਼ਤਿਆਂ ਵਿੱਚ ਪ੍ਰੈਪਰੇਸ਼ਨ ਨਹੀਂ ਕਰ ਸਕਿਆ ਜੀ। ਪਹਿਲੀ ਤਾਂ ਮੇਰੀ ਇਹ ਹੈਗੀ ਹੈ, ਮੇਰੀ ਜਿਹੜੀ ਖਾਮੀ ਹੋਈ ਹੈ ਜੀ। ਇੱਕਦਮ ਇਲੈਕਸ਼ਨ ਕਾਲ ਜਿਹੜੀ ਹੋ ਗਈ, ਮੈਨੂੰ ਆਪਣੇ ਆਪ ਹੀ ਸੋਚਣਾ ਚਾਹੀਦਾ ਵੀ ਮੇਰੀ ਤਿਆਰੀ ਨਹੀਂ ਸੀ ਉਦੋਂ। ਜੀ। ਸੈਕੰਡ ਸੀ ਕਿ 2 ਪਾਲਿਸੀਆਂ ਜਿਹੜੀਆਂ ਇਲੈਕਸ਼ਨ ਦੇ ਵਿੱਚ ਅਨਾਉਂਸ ਹੋਈਆਂ, ਇੱਕ ਸੀ ਉਹਦੇ ਨਾਲ ਬਹੁਤ ਨੁਕਸਾਨ ਹੋਇਆ। ਸਰੀ ਪੁਲਿਸ ਵਾਲੀ ਜਿਹੜੀ ਸੀ ਨਾ, ਜਦੋਂ ਇੱਕ ਵਾਰੀ ਫੈਸਲਾ ਕਰ ਚੁੱਕੇ ਹਾਂ, ਬਾਰ-ਬਾਰ ਰਿਪੀਟ ਕਰਨ ਦਾ ਕੋਈ ਮਤਲਬ ਨਹੀਂ ਜੀ। ਤੇ ਜਿਨ੍ਹਾਂ ਲੋਕਾਂ ਨੇ ਰਿਪੀਟ ਇਹ ਚੇਂਜ ਕਰਵਾਈ, ਉਹ ਮੁੜ ਕੇ ਆਪ ਬਦਲ ਗਏ। ਜੀ। ਤੀਜੀ ਗੱਲ ਸੀ ਜਿਹੜੀ ਇਨਰ ਇੰਡੀਅਨ ਪੰਜਾਬੀ ਸਿਆਸਤ ਹੈ ਜੀ। ਜਿਹੜੀ ਅਸੀਂ ਬਾਕੀ ਚੀਜ਼ਾਂ ਲੈਂਦੀਆਂ ਨਾਲ ਪੰਜਾਬ ਚੋਂ, ਉਹਨੂੰ ਵੀ ਇੱਥੇ ਟਰਾਂਸਪੋਰਟ ਕਰਤਾ, ਉਹਨੂੰ ਅਸੀਂ ਪਲਾਂਟ ਕਰਤਾ ਹਰ ਜਗ੍ਹਾ ਤੇ ਛੋਟਾ। ਜੀ। ਉਹਦੇ ਵਿੱਚੋਂ ਜੈਲਸੀ ਦੇ ਚੱਕਰ 'ਚ ਲੋਕੀ ਖਰਾਬ ਕਰ ਜਾਂਦੇ। ਜੀ। ਜੇ ਤੇ ਹਵਾ ਹੁੰਦੀ ਤਾਂ ਸਟਾਪ ਨਹੀਂ ਕਰ ਸਕਦੇ। ਜੀ। ਸਾਡੀ ਪਾਰਟੀ ਦੇ ਬਰਖਲਾਫ ਹਵਾ ਸੀ ਤਾਂ ਫਿਰ ਨੈਚੁਰਲੀ ਕਾਮਯਾਬ ਨਹੀਂ ਹੋਏ। ਜੀ। ਪਰ ਇੱਕ ਮੈਂ ਹੋਰ ਗੱਲ ਕਰਨੀ ਚਾਹੁੰਦਾ ਅੱਜ ਖੁੱਲ੍ਹ ਕੇ ਸਾਰਿਆਂ ਨੂੰ, ਵੀ ਜਿਹੜੀ ਇਲੈਕਸ਼ਨ ਦੇ ਵਿੱਚ ਸਿਸਟਮ ਹੈਗਾ ਆਨਰ ਸਿਸਟਮ, ਇੱਥੇ ਹੈਗਾ ਵੀ ਤੁਸੀਂ ਆਪਣਾ ਐਡਰੈਸ ਵੀ ਬਦਲ ਸਕਦੇ ਹੋ। ਜੀ। ਤੇ ਇਲੈਕਸ਼ਨ ਤੋਂ ਪਹਿਲਾਂ ਕਈ ਲੋਕ ਆਪਣਾ ਐਡਰੈਸ ਬਦਲ ਲੈਂਦੇ। ਜੀ। ਉਹ ਹੁਣ ਸਮਝ ਲੈਣ ਵੀ ਕੌਣ ਨੇ। ਜੀ। ਮੈਂ ਹੁਣ ਤਰੀਕੇ ਨਾਲ ਤੇ ਉਹਨਾਂ ਨੂੰ ਮੈਂ ਹੁਣ ਕੀ ਕਹਿਣਾ, ਜੀ। ਕਿਉਂਕਿ ਮੇਰਾ ਤੇ ਕੰਮ, ਮੈਂ ਤੇ ਆਪਣੇ ਮਾਈਲਸ ਮੈਂ ਅਚੀਵ ਕਰ ਲਏ ਕਮਿਊਨਿਟੀ ਵਾਸਤੇ। ਕਿਸੇ ਹੋਰ ਬਾਹਰਲੇ ਇਸ ਤੁਹਾਡੇ ਹਲਕੇ ਵਿੱਚ ਆ ਕੇ ਵੋਟ ਐਡਰੈਸ ਬਦਲ ਕੇ ਵੋਟ ਪਾਉਣ ਦੀ ਗੱਲ ਤੁਸੀਂ ਕਰ ਰਹੇ ਹੋ? ਕੱਲੇ ਮੇਰੇ ਕੱਲੇ ਨਹੀਂ, ਹਰ ਜਗ੍ਹਾ ਇਹ ਹੁੰਦਾ ਹੈ। ਇਹ ਅੱਗੋਂ ਵੀ ਹੋਣਾ ਜਿੰਨੀ ਦੇਰ ਤੱਕ ਇੱਥੋਂ ਦੇ ਰੂਲਸ ਨਹੀਂ ਬਦਲਦੇ। ਰੂਲਸ ਹੈਗੇ ਨੇ ਇਮਾਨਦਾਰੀ ਵਾਲੇ। ਜੇ ਆਪਾਂ ਉਹਦੇ ਵਿੱਚ ਪੋਲੀਟਿਕਸ ਵਿੱਚ ਇਮਾਨਦਾਰੀ ਨਹੀਂ ਹੈਗੀ ਤੇ ਐਕਸਪੋਜ਼ ਹੋ ਗਿਆ, ਬੜੀ ਵੱਡੀ ਪ੍ਰੋਬਲਮ ਹੋਣੀ। ਜੀ। ਇਹ ਨਹੀਂ ਮੈਂ ਕਹਿ ਦਿੰਦਾ ਵੀ ਉਹਦੇ ਕਰਕੇ ਕੋਈ ਬੰਦਾ ਇਲੈਕਸ਼ਨ ਹਾਰਦਾ, ਪਰ ਉਹ ਜਿਹੜਾ ਨਾ, ਜਦੋਂ ਤੁਹਾਨੂੰ ਪਤਾ ਵੀ ਇਹ 100-200 ਬੰਦਾ ਕਿੱਦਾਂ ਬਦਲ ਗਿਆ, 300-400 ਬੰਦਾ ਓਵਰਨਾਈਟ ਉਹਨਾਂ ਦੇ ਐਡਰੈਸ ਕਿੱਥੋਂ ਆ ਗਏ। ਇਹ ਹੁੰਦਾ ਹੈ, ਇਹ ਹੋ ਰਿਹਾ, ਫਿਊਚਰ 'ਚ ਵੀ ਹੋਣਾ ਜੇ ਇਹਨੂੰ ਰੋਕਥਾਮ ਨਾ ਕੀਤੀ। ਇਹ ਜਿਹੜੀ ਗੱਲ ਕੀਤੀ ਹੈ ਲੋਕਲ ਆਡੀਅנס ਵਾਸਤੇ ਜੀ, ਵੀ ਇਹ ਕੰਮ ਨਾ ਕਰੋ, ਆਪਾਂ ਨੂੰ ਪ੍ਰੋਬਲਮ ਪੈਣੀ ਸਾਰਿਆਂ ਨੂੰ। ਜੀ। ਤੇ ਤੀਜਾ ਜਿਹੜਾ ਅਗਲਾ ਕਾਰਨ ਹੈ ਕਿ ਇਹ ਜਿਹੜਾ ਇਹ ਸਨੈਪਸ਼ਾਟ ਹੁੰਦਾ ਪੋਲੀਟਿਕਸ, ਜਿੱਤ ਵੀ ਜਿਹੜੀ ਲੋਕਾਂ ਦੇ ਹੱਥ 'ਚ ਹੁੰਦੀ ਹੈ, ਹਾਰ ਵੀ ਲੋਕਾਂ ਦੇ ਹੱਥ 'ਚ ਹੁੰਦੀ ਹੈ। ਸੋ ਇਹ ਪਰਸਨਲ ਨਹੀਂ ਮੈਂ ਕੋਈ ਲੈਂਦਾ, ਕੋਈ ਮੈਂ ਇਮਤਿਹਾਨ 'ਚ ਉਹਦੇ ਫੇਲ ਨਹੀਂ ਹੋਇਆ ਤਾਂ ਨਾ ਹੀ ਪਹਿਲਾਂ ਕੋਈ ਇਮਤਿਹਾਨ 'ਚ ਪਾਸ ਹੋਇਆ ਸੀ। ਉਹ ਮਕਸਦ ਸੀ ਸਾਡਾ ਕਰਨ ਦਾ, ਕਮਿਊਨਿਟੀ ਦੀ ਇਨਵੋਲਵਮੈਂਟ, ਕੰਟਰੀ ਦੀ ਸੇਵਾ ਕਰਨੀ ਆਪਾਂ ਕਰ ਦਿੱਤੀ ਹੈ, ਹੁਣ ਵੀ ਕਰਨੇ ਪਏ ਹਾਂ, ਇਨਫਲੂਐਂਸ ਕਰਨੇ ਪਏ ਹਾਂ, ਪ੍ਰਧਾਨ ਮੰਤਰੀ ਨਾਲ ਪੂਰਾ ਕੰਮ ਕਰਨੇ ਆ, ਜਦੋਂ ਉਹਨਾਂ ਨੂੰ ਜ਼ਰੂਰਤ ਪੈਂਦੀ ਹੈ ਨਾਲ ਖੜ੍ਹੇ ਹਾਂ। ਜਿਹੜੇ ਮੈਂਬਰ ਆਫ ਪਾਰਲੀਮੈਂਟ ਨੇ ਸਾਰਿਆਂ ਦੀ ਸਪੋਰਟ ਕਰਨੇ ਆ, ਡਜ਼ਨਟ ਮੈਟਰ ਵੀ ਕੌਣ ਹੈ। ਜਿਹੜਾ ਸਾਡੀ ਇੱਕ ਪਾਰਟੀ ਇੱਕ ਵੋਟ, ਜੀ, ਇੱਕ ਪਾਰਟੀ ਦੀਆਂ 4 ਵੋਟਾਂ 4 ਕੰਸਟੀਚੁਐਂਸੀ 'ਚ ਨਹੀਂ ਹੋ ਸਕਦੀਆਂ ਨਾ ਜੀ। ਸੋ ਅੱਗੇ ਤੁਹਾਡਾ ਹੈ ਕੋਈ ਇਰਾਦਾ ਵੀ ਅੱਗੇ ਫੇਰ ਕਿਤੇ ਸਿਆਸਤ 'ਚ ਚੋਣ ਲੜਦਾ ਜਾਂ ਕੁਛ ਹੋਰ ਐਕਟਿਵ ਹੋਣਾ? ਸਿਆਸਤ ਇੱਕੋ ਗੱਲ ਹੈ ਵੀ ਕਦੀ ਨਾ ਇਹ ਨਹੀਂ ਕਹਿਣਾ ਜਿੱਦਾਂ ਵੀ ਇਹ ਕੰਮ ਖਤਮ ਹੈ, ਇਹ ਕੰਮ ਚੱਲਦਾ ਰਹਿਣਾ, ਕਿਸੇ ਨਾ ਕਿਸੇ ਤਰੀਕੇ ਨਾਲ ਇਨਵੋਲਵਮੈਂਟ ਸਾਡੀ ਬੰਦ ਨਹੀਂ ਹੋਣੀ। ਅੱਗੋਂ ਬੱਚੇ ਨੇ ਸਾਰੇ ਲੋਕਾਂ ਦੇ, ਉਹਨਾਂ ਦੀ ਹੈਲਪ ਕਰਨੀ ਪਿਆ ਅਸੀਂ। ਪਰ ਇੱਕ ਗੱਲ ਜ਼ਰੂਰ ਹੈਗੀ ਵੀ ਅਸੀਂ ਜਿਹੜਾ ਫੈਮਿਲੀ ਵਾਲਾ ਚੱਕਰ ਹੈ ਨਾ ਜੀ, ਉਹਦੇ 'ਚ ਨਹੀਂ ਮੈਂ ਬਿਲੀਵ ਕਰਦਾ ਵੀ ਜੇ ਕਿਸੇ ਬੱਚੇ ਨੇ ਖੜ੍ਹੇ ਹੋਣਾ ਤੇ ਆਪ ਮਿਹਨਤ ਕਰਨ, ਪਹਿਲਾਂ ਜੀ ਵਲੰਟੀਅਰ ਹੋ ਕੇ ਕੰਮ ਕਰਕੇ ਆਪਣੇ ਆਪ ਨੂੰ ਪੂਰਾ ਲੋਕਾਂ 'ਚ ਦੱਸਣ ਵੀ ਅਸੀਂ ਕੰਮ ਕਰ ਸਕਦੇ ਹਾਂ। ਅਤੇ ਇਹ ਬਾਕੀ ਹੈਗਾ ਵੀ ਮੈਂ ਇਲਾਕਾਬਾਜੀ 'ਤੇ ਬਿਲਕੁਲ 100% ਬਰਖਲਾਫ ਹਾਂ ਜੀ। ਧਰਮ ਦੇ ਵੋਟ ਦੇ ਚੱਕਰ ਦੇ ਵਿੱਚ ਮੈਂ ਬਿਲਕੁਲ ਹੱਕ 'ਚ ਨਹੀਂ ਹੈਗਾ। ਦੇਸ਼ ਦੇ ਅਗੇਂਸਟ ਕਰਨ ਵਾਲੇ ਗੱਲਾਂ ਦਾ ਮੈਂ ਬਿਲਕੁਲ ਹੱਕ 'ਚ ਨਹੀਂ ਹੈਗਾ।
ਜਿਹੜੀ ਇੱਕ ਦੂਜੀ ਕਮਿਊਨਿਟੀ ਨੂੰ ਪੜ੍ਹਨ ਵਾਲੇ ਵਿੱਚ ਹੱਕ 'ਚ ਨਹੀਂ ਹੈਗਾ। ਜਿਹੜੀ ਗੱਲ ਗੁਰਦੁਆਰੇ 'ਚ ਕਰਨੀ ਉਹੀ ਮੰਦਿਰ 'ਚ, ਉਹੀ ਮਸਜਿਦ 'ਚ, ਉਹੀ ਤੁਹਾਡੇ ਸਾਹਮਣੇ, ਉਹੀ ਜਾ ਕੇ ਮੇਨ ਸਟ੍ਰੀਮ ਮੀਡੀਆ 'ਚ ਗੱਲ ਕਰਨੀ ਹੈ। ਕਿਉਂਕਿ ਜਿਸ ਕੰਮ ਲਈ ਇਲੈਕਸ਼ਨ ਦੇ ਵਿੱਚ ਪਾਰਟਿਸਿਪੇਸ਼ਨ ਕੀਤੀ ਸੀ ਉਸ ਚੀਜ਼ ਨੂੰ ਕੰਸਿਸਟੈਂਟਲੀ ਰੱਖਣ ਵਾਸਤੇ ਜੀ ਬੇਸਿਕ ਪ੍ਰਿੰਸੀਪਲ ਨਹੀਂ ਬਦਲ ਸਕਦੇ ਆਪਾਂ। ਡਜ਼ਨਟ ਮੈਟਰ ਕਿੰਨਾ ਨੁਕਸਾਨ ਹੋਏ, ਜੀ ਕਿਉਂਕਿ ਇਹ ਪ੍ਰੋਫੈਸ਼ਨਲ ਪੋਲੀਟਿਕਸ ਮੇਰਾ ਨਹੀਂ ਹੈਗਾ ਜੀ ਤੇ ਨਾ ਹੀ ਮੈਂ ਇਹੋ ਜਿਹਾ ਚਾਹੁੰਦਾ। ਇਹ ਜਿਹੜੀ ਸਿਆਸਤ ਤੇ ਉੱਚੇ ਦਰਜੇ ਦੀ ਸਿਆਸਤ ਕਰਨ ਵਾਲੇ ਲੋਕਾਂ ਨੂੰ ਲਿਆਓ ਅੱਗੇ। ਜਿਹੜੀ ਦੂਸਰੀ ਸਿਆਸਤ ਹੈ ਉਹ ਤੁਹਾਨੂੰ ਪਤਾ ਉਹ ਖਤਰਨਾਕ ਹੈ, ਉਹਨਾਂ ਨੇ ਕੁਛ ਨਹੀਂ ਕਰਨਾ। ਜੀ ਉਹਨਾਂ ਨੇ ਸ਼ਾਮ ਨੂੰ ਬਸ ਬਹਿ ਕੇ ਵੀ ਤੂੰ ਮੇਰਾ ਭਰਾ ਹੈ ਤੇ ਮੈਂ ਤੇਰਾ ਵੀਰ ਹਾਂ ਤੇ ਤੂੰ ਮੇਰਾ ਬਾਈ ਜੀ ਹੈ। ਉਹ ਪੋਲੀਟਿਕਸ ਬੰਦ ਕਰੋ। ਜੀ ਹੁਣ ਤੁਸੀਂ ਵਿਨੀਪੈਗ ਗਏ ਸੀਗੇ ਜਦੋਂ ਇਹ ਸਾਰਾ ਉਦਘਾਟਨ ਹੋਇਆ ਰੋਡ ਦਾ, ਸੋ ਕੀ ਮਹਿਸੂਸ ਕੀਤਾ ਉੱਥੇ ਜਾ ਕੇ? ਉਹ ਦਿਨ ਯਾਦ ਹੈ ਕਿ ਜਿਸ ਦਿਨ ਤੁਸੀਂ 1979 ਦੇ ਵਿੱਚ ਪਹਿਲਾ ਪੈਰ ਰੱਖਿਆ ਸੀ, ਉਸ ਦਿਨ ਗੁਲਜ਼ਾਰ ਚੀਮਾ ਕੀ ਸੀ, ਤੇ ਅੱਜ ਜਦੋਂ ਤੁਸੀਂ ਉਹ ਪਲੇਟ ਦੇਖੀ ਵੀ ਅੱਜ ਇਹ ਮੇਰੇ ਨਾਂ ਦੀ ਪਲੇਟ, ਮੇਰੇ ਖਿਆਲ ਨਾਲ ਚੀਮਾ ਡਰਾਈਵ ਨਾਮ ਰੱਖਿਆ ਗਿਆ। ਜਿੰਨੇ ਵੀ ਚੀਮੇ ਆ ਮੈਨੂੰ ਲੱਗਦਾ ਉੱਥੇ ਜਾ ਕੇ ਮਾਣ ਕਰਨਗੇ, ਸੋਚਣਗੇ ਯਾਰ ਆਪਣੀ ਸੜਕ ਤੇ ਜਾ ਕੇ ਘਰ ਲੈ ਲੈਂਦੇ ਆ। ਦੇਖੋ ਸਭ ਤੋਂ ਵੱਡੀ ਮਾਣ ਦੀ ਗੱਲ ਹੈ ਵੀ ਇਕੱਲੇ ਮੇਰੇ ਵਾਸਤੇ ਨਹੀਂ ਕੀਤਾ ਉਹਨਾਂ ਨੇ। ਇੱਕ ਕਿਸਮ ਦਾ ਨਾ ਤੇ ਮੇਰਾ ਲਾਇਆ ਅੱਗੇ, ਪਰ ਉਹਦੇ ਪਿੱਛੇ ਇੱਕ ਬੈਕਗਰਾਉਂਡ ਤੁਹਾਨੂੰ ਮੈਂ ਦੱਸਿਆ ਵੀ ਕਿੱਡੀ ਵੱਡੀ ਹੈ। ਉਹ ਸਾਰਿਆਂ ਦੀ ਹੈਗਾ ਕਿ ਇੰਸਪੀਰੇਸ਼ਨ ਹੋਏ ਲੋਕਾਂ ਨੂੰ, ਹੋਏ ਵੀ ਕੰਮ ਹੋ ਸਕਦਾ, ਇਹ ਪੋਸੀਬਲ ਹੈਗਾ, ਇਹਦੇ ਰਸਤਾ ਔਖਾ ਹੈ ਜੀ। ਸੜਕ ਇੱਕ ਦਿਨ 'ਚ ਤਾਂ ਬਣਨੀ ਨਹੀਂ ਜੀ ਤੇ ਦੂਸਰਾ ਇਹ ਤੇ ਹੈ ਨਹੀਂ ਵੀ ਤੁਸੀਂ ਜਾ ਕੇ 4 ਪੈਸੇ ਦੇ ਕੇ ਤਾਂ ਆਪਣਾ ਕਿਤੇ ਨਾਂ ਲਿਖਵਾ ਲਓ ਤੇ ਉਹ ਕਹਿਣਾ ਇਹ ਕੰਮ ਹੋ ਜਾਣਾ ਜੀ। ਇਹ ਗੱਲਾਂ ਤੇ ਹੋਣੀਆਂ ਨਹੀਂ। ਸੋ ਜਿਹੜਾ ਮੈਂ ਆਈ ਫੈਲਟ ਵੀ ਆਰ ਵੈਰੀ ਗ੍ਰੇਟਫੁਲ। ਅਸੀਂ ਉੱਥੇ ਗਏ ਸੀ, ਮੈਂ ਤੇ ਮੇਰੇ ਮਿਸਿਸ ਦੋਨੋਂ। ਅਸੀਂ ਜੀ ਉੱਥੇ ਸਾਰੇ ਲੋਕਲ MP ਸਾਰੇ ਆਏ ਸੀ, ਇੱਥੋਂ ਵੀ ਆਪਣੇ 2 ਮੈਂਬਰ ਆਫ ਪਾਰਲੀਮੈਂਟ ਜਿਹੜੇ ਸਾਡੇ ਮੇਰੇ ਨੇ, ਜੌਨ ਲੈਡੌਕ ਤੇ ਰਣਦੀਪ ਸਰਾਏ ਗਏ ਸੀ। ਮੈਂ ਸਾਰਿਆਂ ਨੂੰ ਇਨਵੀਟੇਸ਼ਨ ਭੇਜੀ ਸੀ। ਜੀ ਜਿਹਨੇ ਆਉਣਾ ਉਹਨਾਂ ਦੀ ਮਰਜ਼ੀ ਹੈ, ਜਿਹਨਾਂ ਨਹੀਂ ਆਉਣਾ ਉਹਨਾਂ ਦੀ ਮਰਜ਼ੀ ਹੈ। ਜਿਹੜੇ ਬੜੇ ਖੁੱਲ੍ਹੇ ਦਿਲ ਨਾਲ ਉੱਥੇ ਸਾਰੇ ਲੋਕ ਆਏ, ਪਿਆਰ ਸਤਿਕਾਰ ਕੀਤਾ। ਧਰਤੀ ਤੋਂ ਅਸੀਂ ਉਹਨੂੰ ਅਸੀਂ ਨਮਸਕਾਰ ਕਰਨੇ ਹਾਂ, ਉਹਨੂੰ ਅੱਗੇ ਸਿਰ ਝੁਕਾਉਂਦੇ ਹਾਂ ਜੀ। ਅਤੇ ਉਹਨਾਂ ਸਾਰੀ ਕਮਿਊਨਿਟੀ ਦੇ ਮੈਂਬਰ ਜਿਨ੍ਹਾਂ ਨੇ ਮੇਰੀ ਹੈਲਪ ਕੀਤੀ ਅਤੇ ਆਪਣੀ ਹੈਲਪ ਕੀਤੀ ਹੈ, ਅਤੇ ਹੁਣ ਉਹਨਾਂ ਲਈ ਦਰਵਾਜ਼ੇ ਖੁੱਲ੍ਹੇ ਨੇ। ਅਤੇ ਮੈਂ ਉਹ ਦਰਵਾਜ਼ਾ ਐਡਾ ਖੁੱਲ੍ਹਾ, ਪਰ ਇੰਨੀ ਟਰਾਈ ਕਰੋ ਉਹ ਦਰਵਾਜ਼ਾ ਨੂੰ ਕੋਈ ਦਾਗ ਨਾ ਲਾਓ, ਉਸ ਦਰਵਾਜ਼ੇ ਦੀ ਕੋਈ ਬਾਰੀ ਨਾ, ਉਸ ਦਰਵਾਜ਼ੇ ਦਾ ਕੋਈ ਸ਼ੀਸ਼ਾ ਨਾ ਤੋੜਿਓ। ਉਹ ਦਰਵਾਜ਼ੇ ਦਾ ਜਿਹੜਾ ਤਾਲਾ ਨਾ, ਇਹ ਨਾ ਹੋਏ ਵੀ ਉਹਨੂੰ ਖੋਲ੍ਹ ਕੇ ਅਤੇ ਚਾਬੀ ਲਾ ਕੇ ਅਤੇ ਅੱਗੇ ਲੰਘ ਕੇ ਅਤੇ ਬਾਕੀ ਸਾਰੇ ਪਿੱਛੇ ਬੈਠੇ ਰਹਿਣ। ਜੀ ਉਹ ਟਾਈਮ ਜਿਹੜਾ ਨਾ ਉਹ ਆਏਗਾ ਅਤੇ ਬੜਾ ਖਤਰਨਾਕ ਹੋਏਗਾ। ਜਿਹੜੇ ਰਿਲੇਸ਼ਨਸ਼ਿਪਸ ਨੇ ਉਹ ਕਮਿਊਨਿਟੀ ਵਿੱਚ ਬਿਲਡ ਕਰਨੇ ਪੈਣੇ ਨੇ। ਦੋਨਾਂ ਦੇਸ਼ਾਂ ਵਿੱਚ ਗੱਲਾਂ ਵਧਾਉਣੀਆਂ ਪੈਣੀਆਂ, ਇੱਕ ਦੂਜੇ ਨਾਲ ਗੱਲਬਾਤ ਕਰਨੀ ਪੈਣੀ ਹੈ। ਇਸ਼ੂਜ਼ ਆਉਣਗੇ ਟਾਈਮ ਟੂ ਟਾਈਮ ਜਿਹੜੇ ਅਸੀਂ ਲਾਈਕ ਨਹੀਂ ਕਰਦੇ ਇੱਕ ਦੂਸਰੇ ਨਾਲ, ਜੀ। ਪਰ ਰਿਸਪੈਕਟਫੁਲੀ ਬਹਿ ਕੇ ਡਾਇਲਾਗ ਕਰਕੇ, ਕਮਿਊਨੀਕੇਸ਼ਨ ਕਰਕੇ, ਐਕਸਪਲੇਨ ਕਰਕੇ ਇਹ ਕਰਨਾ ਪੈਣਾ। ਅਤੇ ਬੱਚਿਆਂ ਨੂੰ ਜਿਹੜਾ ਨਾ ਹਰ ਪਾਸੇ ਸਾਨੂੰ ਪ੍ਰਮੋਸ਼ਨ ਕਰਨੀ ਪੈਣੀ ਹੈ, ਇੱਕ ਦੂਜੇ ਦੀ ਹੈਲਪ ਕਰਨੀ ਪੈਣੀ ਹੈ, ਅਤੇ ਇਹਦੇ ਨਾਲ ਹੀ ਸਾਡਾ ਭਲਾ ਸਾਰਿਆਂ ਦਾ। ਅਤੇ ਕਿਉਂਕਿ ਸਿਸਟਮ ਦੁਨੀਆ ਬਦਲਦੀ ਪਈ ਹੈ, ਸਾਰੇ ਬਾਰਡਰਸ ਬਦਲਦੇ ਪਏ ਨੇ, ਹਰ ਪਾਸੇ ਇਕਾਨਮੀ ਦੀਆਂ ਗੱਲਾਂ ਬਦਲ ਗਈਆਂ ਨੇ, ਸਾਰਾ ਕੁਛ ਬਦਲ ਗਿਆ। ਮੀਡੀਆ ਬੜਾ, ਤੁਸੀਂ ਕੋਈ ਗੱਲ ਫਾਲਤੂ ਕਰੋ, ਕੋਈ ਭੈੜਾ ਕੰਮ ਕਰੋ, ਫਟਾਫਟ ਆ ਜਾਂਦਾ। ਅਤੇ ਹੋ ਸਕਦਾ ਵੀ ਇਸ ਟਾਈਮ ਦੇ ਵਿੱਚ ਹਰ ਬੰਦਾ ਹਰ ਚੀਜ਼ 'ਤੇ ਠੀਕ ਨਹੀਂ ਫੈਸਲੇ ਲੈ ਸਕਦਾ। ਹੋ ਸਕਦਾ ਵੀ ਕਈ ਫੈਸਲੇ ਮੇਰੇ ਨਾ ਬਿਲਕੁਲ ਠੀਕ ਹੋਏ ਹੋਣ। ਮੇਰਾ ਜਿਹੜਾ ਲਾਸਟ ਇਲੈਕਸ਼ਨ ਦਾ ਫੈਸਲਾ ਮੈਂ ਨਹੀਂ ਸਮਝਦਾ ਕੋਈ ਬੜਾ ਚੰਗਾ ਸੀ। ਜੀ ਉਹ ਤੁਸੀਂ ਦੋਸਤੀ 'ਚ ਫਸ ਗਏ। ਉਹ ਇਹ ਆ ਕਿ ਸਤਿ ਸ਼੍ਰੀ ਅਕਾਲ ਬੁਲਾ ਲਈ, ਹੱਥ ਮਿਲਾ ਲਿਆ, ਉਹ ਆਪਣਾ ਪੰਜਾਬੀ ਸਟਾਈਲ। ਕਿਉਂਕਿ ਉਸ ਵਕਤ ਇਹ ਵੀ ਸੀ, ਇੱਕ ਤਾਂ ਇਹ ਵੀ ਸੀਗਾ ਕਿ ਇੱਕ ਤਾਂ ਇਲੈਕਸ਼ਨ ਇੱਕਦਮ ਕਾਲ ਹੋ ਗਈ, ਤੁਹਾਡੇ ਜਿਹੜੇ ਲੀਡਰ ਸੀਗੇ ਉਹਨਾਂ ਨੂੰ ਵੀ ਮੰਨਿਆ ਜਾਂਦਾ ਸੀ, ਉਹਨਾਂ ਨੇ ਪੂਰੀ ਤਿਆਰੀ ਨਹੀਂ ਕੀਤੀ, ਉਹ ਵੀ ਪੂਰੇ ਪ੍ਰਭਾਵਸ਼ਾਲੀ ਨਹੀਂ ਰਹੇ, ਔਰ ਤੀਜੇ ਜਿਹੜੇ ਲੋਕਲ ਮੁੱਦੇ ਸੀ ਉਹ ਬਿਲਕੁਲ ਤੁਹਾਡੀ ਪਾਰਟੀ ਦੇ ਸਾਰੇ ਅਗੇਂਸਟ ਜਾ ਰਹੇ ਸੀ। ਦੇਖੋ ਮੈਂ 2.5 ਹਫ਼ਤਿਆਂ 'ਚ 97 ਵੋਟ ਪਈ ਹੈ ਜੀ। ਅਤੇ ਲੋਕਾਂ ਨੇ ਇੰਨੇ ਪੈਸੇ ਸਾਨੂੰ, ਅਸੀਂ ਲੋਕਾਂ ਦੇ ਪੈਸੇ ਵਾਪਸ ਕੀਤੇ ਨੇ। ਸਾਡੀ ਕੈਂਪੇਨ 'ਚ ਕੋਈ ਥੋੜ ਨਹੀਂ ਸੀ, ਪਰ ਜੇ 2% ਵੀ ਹੋਰ ਹਵਾ ਹੁੰਦੀ ਫਿਰ ਵੀ ਬਣ ਜਾਣਾ ਸੀ। ਜੇ ਬਣ ਜਾਂਦਾ ਮੈਂ, ਅਤੇ ਜੇ ਆਪਣੀ ਇਲੈਕਸ਼ਨ ਜੇ ਗਵਰਨਮੈਂਟ ਨਾ ਬਣਦੀ ਜੀ ਤਾਂ ਮੈਂ ਲੀਡਰ ਲਈ ਖੜਾ ਹੋਣਾ ਸੀ। ਇਹ ਜਿਹੜੇ ਵਿੱਚ ਕਈ ਬੰਦੇ ਨੇ ਨਾ ਉਹਨਾਂ ਨੂੰ ਪਤਾ ਲੱਗ ਗਿਆ ਜੀ, ਜਿਹੜੇ ਹੁਣ ਆਪਣੇ ਆਪ ਨੂੰ ਇਹਨਾਂ ਨੇ ਕਿਹਾ ਵੀ ਇਹ ਬੰਦਾ ਤੇ ਇਹਨੂੰ ਹੁਣੇ ਕਰੋ ਸਟਾਪ। ਜੀ ਮੈਂ ਇਹ ਵੀ ਗੱਲ ਤੁਹਾਡੇ ਸਾਰਿਆਂ ਸਾਹਮਣੇ, ਜਿਹੜੀ ਹੁਣ ਰੇਸ ਚੱਲ ਰਹੀ ਲੀਡਰਸ਼ਿਪ ਦੀ, ਸੋਚ ਤੁਸੀਂ ਵੀ ਸ਼ੁਮਾਰ ਹੋਣਾ ਸੀ। ਐਬਸੋਲੂਟਲੀ ਜੀ, ਵਾਈ ਨਾਟ। ਹਾਂਜੀ, ਸਾਰੀ ਸਾਡੇ ਕੋਲ ਕ੍ਰੈਡੀਬਿਲਿਟੀ ਹੈਗੀ ਹੈ, ਸਾਡੇ ਕੋਲ ਸਟਰੈਂਥ ਹੈਗੀ ਹੈ, ਸਾਡੇ ਕੋਲ ਕਮਿਊਨਿਟੀ ਦੀ ਸਪੋਰਟ ਹੈਗੀ ਹੈ, ਫਾਈਨੈਂਸ਼ੀਅਲ ਸਪੋਰਟ ਹੈਗੀ। ਹੁਣ ਅਸੀਂ ਕੰਮ ਕੀਤਾ, ਮੇਰਾ ਟਰੈਕ ਰੈਕਡ ਹੈਗਾ। ਪਰ ਜਦੋਂ
ਤੁਹਾਨੂੰ ਇਹਨਾਂ ਨੇ ਡਿਫੀਟ ਕੀਤਾ ਫਾਰ ਏ ਪਰਪਸ, ਫਿਰ ਤੁਸੀਂ ਉਹ ਗੱਲ ਨਹੀਂ ਬਣਦੀ ਨਾ। ਜੀ। ਸੋ ਉਦੋਂ ਵੀ ਇੱਕ ਇਹ ਸੀਗੀ ਚਰਚਾ ਚੱਲਦੀ ਵੀ ਸਭ ਨੂੰ ਪਤਾ ਸੀ ਕਿ ਪੁਲਿਸ ਵਾਲੇ ਮੁੱਦੇ ਉੱਤੇ ਸਰੀ ਦੇ ਵਿੱਚ ਜਿਹੜੀ ਆ ਲੋਕ ਬਹੁਤ ਜ਼ਿਆਦਾ ਇਸ ਦੇ ਹੱਕ ਵਿੱਚ ਨੇ। ਸੋ ਇਹ ਉਦੋਂ ਲੱਗ ਰਿਹਾ ਸੀ ਵੀ ਇਸ ਲੱਗਦਾ ਕਿ ਪਾਰਟੀ ਨੇ ਜਿਹੜੇ ਸਰੀ ਦੇ ਉਮੀਦਵਾਰ ਆ ਉਹ ਸਾਰੇ ਛੱਡ ਦਿੱਤੇ ਆ ਤੇ ਆਸੇ-ਪਾਸੇ ਦੇ ਸ਼ਾਇਦ ਉਮੀਦਵਾਰਾਂ ਨੂੰ ਜਿਤਾਉਣ ਲਈ ਫੈਸਲਾ ਕੀਤਾ। ਇਹ ਫੈਸਲਾ ਕੀਤਾ ਵੀ ਲਾਗੇ ਦੇ ਮੇਰੇ ਬਿਲਕੁਲ ਠੀਕ ਹੈ, ਜੋ ਕੋਈ ਦੋ ਰਾਏ ਨਹੀਂ ਹੈਗੀਆਂ ਜੀ ਵੀ ਉਹਨਾਂ ਦੀ ਮਦਦ ਕਰਨ ਲਈ ਉਹ ਵੀ ਹਾਰ ਗਏ ਜੀ। ਤੇ ਜਿਹੜੇ ਬਾਕੀ ਵਿਨ ਵੀ ਕੀਤੇ 500 ਤੇ ਵਿਨ ਕਿਉਂਕਿ ਸਰੀ ਤੋਂ ਸਭ ਤੋਂ ਸਖਤ ਮੁਕਾਬਲਾ ਤੁਸੀਂ ਦਿੱਤਾ ਤੇ ਤੁਹਾਨੂੰ ਹੀ ਮੰਨਿਆ ਜਾ ਰਿਹਾ ਸੀ ਕਿ ਚੀਮਾ ਸਾਹਿਬ ਸ਼ਾਇਦ ਹੋ ਸਕਦਾ ਕਿ ਉਹ ਸੀਟ ਕੱਢ ਸਕਦੇ ਆ। ਕਿਉਂਕਿ ਸੀਟ ਤੇ ਮੈਂ ਕੱਢ ਜਾਣੀ ਸੀ, ਮੇਰੇ ਕੋਲ 2 ਹਫ਼ਤੇ ਹੋਰ ਹੁੰਦੇ ਜੀ। ਤੇ ਪਰ ਜਦੋਂ ਸੀਟ ਕੱਢੀਏ ਕਿਸ ਤਰ੍ਹਾਂ, ਜਦੋਂ ਜਿਹੜੇ ਬੰਦੇ ਤੁਹਾਡੇ ਨਾਲ ਤੁਰੇ ਨੇ, ਜਿਹੜੇ ਪਾਲਿਸੀ ਬਣਾ ਰਹੇ ਨੇ, ਉਹ ਮਿਡਲ ਆਫ ਦੀ ਗੇਮ ਇਹ ਹੋਇਆ ਵੀ ਹਾਕੀ ਦੀ ਗੇਮ ਚੱਲਦੀ ਪਈ ਹੈ, ਰਾਹ ਦੇ ਵਿੱਚ ਮਿਡਲ ਤੋਂ ਬਾਲ ਲੈ ਕੇ ਚੁੱਕੇ ਜੀ ਜੀ। ਫਿਰ ਉਹੀ ਬੰਦਿਆਂ ਨੇ ਇਲੈਕਸ਼ਨ ਤੋਂ ਬਾਅਦ ਹੁਣ ਜਦੋਂ ਰੇਸ ਚੱਲਦੀ ਪਈ ਹੈ, ਉਹੀ ਬੰਦਿਆਂ ਨੇ ਪਾਲਿਸੀ ਬਦਲ ਦਿੱਤੀ। ਹੁਣ ਕਹਿੰਦੇ ਠੀਕ ਹੈ ਜੀ ਜੀ। ਸੋ ਇਹਦਾ ਮਤਲਬ ਸੀ ਵੀ ਤੁਸੀਂ ਇੱਕ ਬੰਦੇ ਨੂੰ ਵਿਨ ਕਰਾਉਣ ਵਾਸਤੇ ਗੁਲਜ਼ਾਰ ਚੀਮੇ ਨੂੰ ਹਰਾਤਾ ਨਾਲ ਜੀ, ਤੇ ਉਹਦੇ ਨਾਲ ਮੇਰੀ ਇਕੱਲੀ ਹਾਰ ਨਹੀਂ, ਇੰਨੀ ਕਮਿਊਨਿਟੀ ਦੀ ਉਹਦੇ ਵਿੱਚੋਂ ਲੋਕਾਂ ਨੂੰ ਕਿਹਾ ਵੀ ਇਹ ਤੇ ਬੜੀ ਵੱਡੀ ਪ੍ਰੋਬਲਮ ਆ ਗਈ, ਕਿਉਂਕਿ ਅੱਗੇ ਜਾ ਕੇ ਮੈਂ ਕੰਮ ਹੀ ਕਰਨਾ ਸੀ ਕੋਈ ਇਹਦੇ। ਪਰ ਇਹ ਗੱਲਾਂ ਮੈਂ ਤੁਹਾਡੇ ਸਾਹਮਣੇ ਅੱਜ ਮੈਨੂੰ ਮੌਕਾ ਮਿਲਿਆ ਵੀ ਮੈਂ ਕਰ ਸਕਾਂ ਖੁੱਲ੍ਹ ਕੇ ਜੀ, ਕਿਉਂਕਿ ਜਿਹੜੇ ਉਹ ਬੈਠੇ ਨੇ, ਜਿਹੜੀ ਉਹ ਇੰਡੀਅਨ ਪੰਜਾਬੀ ਸਟਾਈਲ ਪੋਲੀਟਿਕਸ ਹੈ, ਉਹ ਇਹੋ ਕੁਝ ਹੀ ਸੋਚਦੇ ਨੇ 24 ਘੰਟੇ ਵੀ ਕਿਹਨੂੰ ਥੱਲੇ ਲਾਉਣਾ, ਕਿਉਂਕਿ ਬੰਦੇ ਹੈਗੇ ਨੇ ਉਹਨਾਂ ਕੋਲ ਜੀ। ਇਹ ਤੇ ਆਪਾਂ ਡਿਨਾਈ ਨਹੀਂ ਕਰ ਸਕਦੇ। ਜਦੋਂ ਕੋਈ ਲਾਸ ਹੁੰਦਾ, ਕਾਰਨ ਤੇ ਹੈ ਨਾ ਜੀ। ਇੱਕ ਕਾਰਨ ਹੈਗਾ ਤੁਹਾਡਾ ਪਰਸਨਲ ਜਿਹੜਾ ਟਾਈਮਿੰਗ ਦਾ, ਇੱਕ ਹੈਗਾ ਪਾਲਿਸੀ ਦਾ ਇਸ਼ੂ, ਇੱਕ ਹੈਗਾ ਜਿਹੜੀ ਪੰਜਾਬੀ ਪੋਲੀਟਿਕਸ ਹੈ ਉਹਦਾ ਇਸ਼ੂ। ਇਹ ਮੈਂ ਤਾਂ ਗੱਲ ਕੀਤੀ ਸਰੀ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਜੇ ਗੱਲਾਂ ਨਾ ਕੀਤੀਆਂ ਠੀਕ, ਲੜਾਈ ਝਗੜੇ ਇੱਥੇ ਹੋਣਗੇ। ਇੱਥੇ ਆਲਰੇਡੀ ਪੈਸੇ ਦਾ ਕੰਮ ਚੱਲਦਾ, ਸ਼ਰਾਬ ਦਾ ਕੰਮ ਚੱਲਦਾ, ਰੋਟੀ ਪਾਣੀ ਦਾ ਕੰਮ ਚੱਲਦਾ, ਬੜਾ ਕੁਝ ਚੱਲਦਾ। ਇੱਥੇ ਲੋਕ ਇੱਕ ਦੂਜੇ ਨੂੰ ਹਰਾਸਮੈਂਟ ਕਰਦੇ ਨੇ, ਸਾਈਨ ਤੋੜਦੇ ਨੇ, ਗਾਲਾਂ ਕੱਢਦੇ ਨੇ, ਤੇ ਉਹ ਕੰਮ ਬੰਦ ਕਰਨਾ ਪੈਣਾ। ਕਿਉਂਕਿ ਜਿਹੜੀ ਸਿਆਸਤ ਹੈ, ਗੰਦਲੀ ਸਿਆਸਤ ਜਿਹੜੀ ਹੈ ਜੀ, ਉਹਨੂੰ ਦੂਰ ਰੱਖਣਾ ਪੈਣਾ। ਧਰਮ ਦੀ ਸਿਆਸਤ ਨੂੰ ਦੂਰ ਰੱਖਣਾ ਪੈਣਾ। ਉਹ ਸਾਡੀ ਸਟਰੈਂਥ ਹੈ ਜੀ। ਗੁਰੂ ਘਰਾਂ ਵਿੱਚ ਮੰਦਰ ਮਸਜਿਦਾਂ ਜਾਣਾ ਉਹ ਸਾਡੀ ਆਪਣੀ ਸਟਰੈਂਥ ਹੈ। ਜਿਸ ਤਰੀਕੇ ਨਾਲ ਤੁਸੀਂ ਇਹ ਸਾਰੇ ਇਸ਼ੂ ਗਿਣਾ ਰਹੇ ਹੋ, ਤੁਹਾਡੇ ਤਾਂ ਪ੍ਰਧਾਨ ਮੰਤਰੀ ਉਹਨਾਂ ਨਾਲ ਸਿੱਧੇ ਰਿਲੇਸ਼ਨ ਨੇ, ਮੈਂ ਤਾਂ ਇਹ ਵੀ ਸੁਣਿਆ ਕਿ ਤੁਸੀਂ ਉਹਨਾਂ ਨਾਮ ਲੈ ਕੇ ਸਿੱਧਾ ਪੁਕਾਰਦੇ ਹੋ। ਸੋ ਕਦੇ ਜਦੋਂ ਬੈਠੇ ਹੋਵੋਗੇ, ਕਦੇ ਜਾਂ ਤੁਹਾਡੇ ਸ਼ਾਇਦ ਘਰ ਵੀ ਆਏ ਹੋਏ ਨੇ ਜਾਂ ਆਉਂਦੇ ਨੇ, ਤਾਂ ਇੱਦਾਂ ਕਦੇ ਗੱਲਾਂ ਹੁੰਦੀਆਂ ਵੀ ਜਿਵੇਂ ਹੁਣ ਇੱਕ ਇਹਦੇ ਨਾਲ ਮੈਂ ਇਮੀਗ੍ਰੇਸ਼ਨ ਦਾ ਮੁੱਦਾ ਵੀ ਜੋੜਨਾ, ਉਸ ਮੁੱਦੇ ਉੱਤੇ ਬਹੁਤ ਜ਼ਿਆਦਾ ਇੱਥੇ ਲੁੱਟ ਖਸੁੱਟ ਤੁਹਾਨੂੰ ਪਤਾ ਹੋ ਰਹੀ ਹੈ, ਸਾਰਾ ਕੁਝ ਚੱਲ ਰਿਹਾ ਵੀ ਆਹ ਸਾਰੀਆਂ ਚੀਜ਼ਾਂ ਹੋ ਰਹੀਆਂ ਨੇ, ਕਦੇ ਤੁਸੀਂ ਇੱਦਾਂ ਦੇ ਮੁੱਦਿਆਂ ਦੀ ਗੱਲਬਾਤ ਕੀਤੀ ਉਹਨਾਂ ਨਾਲ? ਦੇਖੋ, ਇਹ ਸਾਰੀ ਜਿਹੜੀ ਮੇਨ ਹੈ ਨਾ, ਟਾਈਮ ਟੂ ਟਾਈਮ ਜਿਹੜੀ ਓਵਰਆਲ ਪਾਲਿਸੀ ਦੀ ਕਰੀ ਦੀ ਗੱਲ, ਜਿਹੜੀਆਂ ਗੱਲਾਂ ਨੇ ਵਿੱਚੋਂ ਵੀ ਕਿਸ ਤਰੀਕੇ ਨਾਲ ਕਿੱਥੇ ਰੈਫਰੀ ਹੋ ਰਹੀ, ਇਹ ਮੈਂਬਰ ਆਫ ਪਾਰਲੀਮੈਂਟਸ ਦਾ ਕੰਮ ਹੈ ਜੀ। ਸਾਡਾ ਕੰਮ ਹੈ, ਮੇਰਾ ਜਿਹੜਾ ਕੰਮ ਹੈ, ਮੈਂ ਤੇ ਉਹਨਾਂ ਨੂੰ ਦੱਸਣਾ ਵੀ ਆਹ ਕਮਿਊਨਿਟੀ ਦੇ ਵਿੱਚ ਚੰਗੇ ਕੰਮ ਹੋ ਰਹੇ ਨੇ, ਇਹ ਆਪਾਂ ਇਹਨੂੰ ਹੋਰ ਪ੍ਰਮੋਟ ਕਰ ਸਕਦੇ ਹਾਂ। ਜਿਹੜੀਆਂ ਪਾਲਿਸੀਜ਼ ਨੇ, ਜਿਹੜੇ ਬੇਸ 'ਤੇ ਤੁਸੀਂ ਖੜੇ ਹੋਏ ਸੀ, ਉਹ ਪੂਰੀਆਂ ਕਰੋ ਜੀ। ਜਿਹੜੇ ਵਾਅਦੇ ਕੀਤੇ ਸੀ ਉਹਨਾਂ ਨੇ ਕੀਤੇ ਨੇ ਪੂਰੇ। ਸਾਊਥ ਏਸ਼ੀਅਨ ਭਾਈਚਾਰੇ ਦਾ ਕੋਈ ਵਾਅਦਾ ਨਹੀਂ ਤੋੜਿਆ। ਲੋਕਾਂ ਬਾਕੀਆਂ ਨੇ ਇਹ ਵੀ ਕਿਹਾ ਵੀ ਬਹੁਤੇ ਬਣਾ ਦਿੰਦੇ ਮੰਤਰੀ, ਪਹਿਲਾਂ ਉਹਨਾਂ ਕਿਹਾ ਵੀ 4 ਕਿਉਂ ਬਣਾ ਦਿੱਤੇ ਨੇ, ਹੁਣ 3 ਬਣਾਏ ਨੇ ਜੀ ਅੱਜ ਜੀ। ਸੋ ਚੰਗੀ ਗੱਲ ਹੈ, ਪਰਸੈਂਟੇਜ ਤੇ ਫਿਰ ਵੀ ਬਹੁਤ ਹੈ, ਪਰ ਮੈਂ ਸਮਝਦਾ ਵੀ ਆਉਣ ਵਾਲਾ ਜਿਹੜਾ ਸਮਾਂ ਨਾ, ਉਹਦੇ ਵਿੱਚੋਂ ਆਪਾਂ ਨੂੰ ਤਰੀਕੇ ਨਾਲ ਚੱਲਣਾ ਪੈਣਾ। ਆਪਾਂ ਇਹ ਨਹੀਂ ਕਰ ਸਕਦੇ ਵੀ ਇਹ ਸਾਰਾ ਜਿਹੜਾ ਸਮਾਨ ਪਿਆ ਆਪਾਂ ਹੀ ਖਾ ਜਾਈਏ ਸਾਰੇ ਜੀ। ਅਖੀਰ ਤੇ ਤੁਸੀਂ ਅੱਜ ਜਿੱਥੇ ਆਪਣੇ ਆਪ ਨੂੰ ਖੜਾ ਮਹਿਸੂਸ ਕਰਦੇ ਹੋ, ਸੰਤੁਸ਼ਟ ਹੋ ਕੈਨੇਡਾ 'ਚ ਆ ਕੇ? ਇੱਥੇ ਜੋ ਤੁਸੀਂ ਕਮਾਇਆ, ਖੱਟਿਆ, ਜਿੰਨਾ ਸਫ਼ਰ ਕੀਤਾ, ਬਿਲਕੁਲ, ਜਾਂ ਕੁਝ ਹੋਰ ਵੀ ਹਾਲੇ ਤਮੰਨਾ ਹੈਗੀ ਹੈ? ਦੇਖੋ, ਆਪਣੇ ਦੀ ਜਿਹੜੀ ਹੈ ਨਾ, ਇਹ ਜਿਹੜੀ ਜਰਨੀ ਇਹ ਬੰਦ ਨਹੀਂ ਹੋਣੀ ਜੀ। ਆਪਾਂ ਕੰਮ ਕਰੀ ਜਾਣਾ। ਮੈਂ ਵਲੰਟੀਅਰ ਕੰਮ ਕਰਨਾ, ਫੈਮਿਲੀ ਬੱਚੇ ਮੇਰੇ ਵਲੰਟੀਅਰ ਕੰਮ ਕਰਦੇ ਪਏ ਨੇ, ਅਸੀਂ ਪੂਰੇ ਇਨਵੋਲਵ ਹਾਂ ਸਾਰੇ। ਪਰ ਅਸੀਂ ਚਾਹੁੰਦੇ ਹਾਂ ਵੀ ਇਸ ਕੰਮ ਨੂੰ ਬੰਦ ਨਹੀਂ ਕਰਨਾ। ਅਤੇ ਜਿਹੜੀਆਂ ਮੈਂ ਗੱਲਾਂ ਸਾਰਿਆਂ ਨਾਲ ਕੀਤੀਆਂ ਸਾਂਝੀਆਂ, ਦਿਲ ਤੋਂ ਗੱਲ ਕੀਤੀ ਹੈ, ਮੈਂ ਇਹਦੇ ਵਿੱਚ ਕੋਈ ਗੱਲ ਨਹੀਂ ਛੁਪਾਈ ਵੀ ਉਹਨੂੰ ਵਧਾ ਚੜਾ ਕੇ ਕਹਿ ਦਈਏ ਵੀ ਇਹ ਗੱਲ ਬਿਲਕੁਲ ਸਹੀ ਹੈ। ਜਿਹੜਾ ਐਕਸਪੀਰੀਅੰਸ ਹੈ ਮੈਂ ਤੁਹਾਨੂੰ ਸ਼ੋਅ ਕਰਨਾ ਪਿਆ, ਮੇਰਾ ਇਕੱਲਾ ਨਹੀਂ, ਹੋ ਸਕਦਾ ਲੱਖਾਂ ਲੋਕਾਂ ਦੀ ਗੱਲ ਮੈਂ ਕਰਨਾ ਪਿਆ ਅੱਜ। ਕੋਸਟ ਮੈਂ ਕਿ ਅੰਟੈਰੀਓ ਤੋਂ ਲੈ ਕੇ ਸਸਕੈਚੁਆਨ, ਮੈਨੀਟੋਬਾ, ਕੈਲਗਰੀ ਦੇ ਵਿੱਚ ਇੱਥੋਂ ਕਿੰਨੇ ਲੋਕਾਂ ਨਾਲ ਮੈਂ ਕਨੈਕਟਡ ਹਾਂ। ਜੇ ਮੈਂ ਪੈਸੇ ਇਕੱਠੇ ਕਰ ਸਕਦਾ, ਲੋਕ ਜੇ ਮੇਰੇ ਕਰਕੇ ਪੈਸੇ ਦੇ ਰਹੇ ਨੇ ਪਾਰਟੀ ਨੂੰ, ਕੋਈ ਕਾਰਨ ਹੈ ਤਾਂ ਹੀ ਹੈ ਨਾ ਜੀ। ਇਹ ਤਾਂ ਨਹੀਂ ਹੈਗਾ ਵੀ ਲੋਕ ਚੈੱਕ ਲੈ ਕੇ ਤਾਂ ਐਵੇਂ ਤੁਰੇ ਫਿਰਦੇ ਨੇ ਜੀ। ਪਰ ਉਸ ਟਾਈਮ ਦੇ ਵਿੱਚ ਸਪੋਰਟ ਕਰਦੇ ਹਾਂ ਜਦੋਂ ਪਾਰਟੀ 3rd ਪਲੇਸ ਦੇ ਵਿੱਚ ਸੀ, ਜਦੋਂ ਇਸ ਪਾਰਟੀ ਨੂੰ ਲੋਕ ਕਹਿੰਦੇ ਸੀ ਵੀ ਜਸਟਨ ਨੇ ਪ੍ਰਧਾਨ ਮੰਤਰੀ ਨਹੀਂ ਬਣਨਾ ਜੀ। ਇਹ 3rd ਪਾਰਟੀ ਸੀ। ਮੈਨੂੰ ਯਾਦ ਹੈ ਵੀ ਇਲੈਕਸ਼ਨ ਤੋਂ 3 ਹਫ਼ਤੇ ਪਹਿਲਾਂ
ਕਿੰਨੀਆਂ ਕਿੰਨੀਆਂ ਫਾਲਤੂ ਗੱਲਾਂ ਲੋਕ ਕਰਦੇ ਸੀ, ਪਰ ਜਦੋਂ ਫਿਰ ਬਣ ਗਏ ਫਿਰ ਸਭ ਤੋਂ ਅੱਗੇ ਜਾ ਕੇ ਬਹਿ ਜਾਂਦੇ ਨੇ। ਜੀ ਕਹਿੰਦੇ ਵੀ ਇਹ ਤਾਂ ਸਾਡਾ ਹੀ ਬੰਦਾ ਜੀ ਤੇ ਇਹ ਨਹੀਂ ਕਹਿੰਦੇ ਵੀ ਭਾਈ ਸਾਹਿਬ ਤੁਹਾਡਾ ਬੰਦਾ ਇਕੱਲੇ, ਇਹ ਸਾਰੇ ਕੰਟਰੀ ਦਾ ਬੰਦਾ ਜੀ ਤੇ ਬੜਾ ਵਧੀਆ ਪ੍ਰਾਈਮ ਮਿਨਿਸਟਰ। ਇਹਨੂੰ ਅਸੀਂ ਚਾਹੁੰਦੇ ਹਾਂ ਵੀ ਹੋਰ ਤਰੱਕੀ ਕਰੇ। ਦੁਨੀਆ ਦੇ ਵਿੱਚ ਜਿਹੜਾ ਨਾ ਇਸ਼ੂਜ਼ ਜਿਹੜੇ ਕੈਨੇਡਾ ਦੇ ਉਹਨਾਂ ਨੂੰ ਆਪਾਂ ਨੂੰ ਸੋਲਵ ਕਰਨਾ ਪੈਣਾ। ਇਕੋਨਮੀ ਦਾ ਇਸ਼ੂ, ਆਪਣਾ ਵਾਤਾਵਰਨ ਦਾ ਬੜਾ ਵੱਡਾ ਇਸ਼ੂ ਹੈ, ਬੱਚਿਆਂ ਦੀ ਪੜ੍ਹਾਈ ਦਾ ਇਸ਼ੂ ਹੈ, ਆਪਣਾ ਡਰੱਗਸ ਦਾ ਇਸ਼ੂ ਹੈ, ਓਪੀਏਟ ਕ੍ਰਾਈਸਿਸ ਦਾ ਇਸ਼ੂ ਹੈ, ਐਡਿਕਸ਼ਨ ਦਾ ਇਸ਼ੂ ਹੈ, ਮੈਂਟਲ ਹੈਲਥ ਦਾ ਬੜਾ ਇਸ਼ੂ ਹੈ। ਇਸ ਇਲੈਕਸ਼ਨ ਦੇ ਵਿੱਚ ਬੜੀਆਂ ਅਨਾਉਂਸਮੈਂਟ ਹੋਈਆਂ। ਅੱਜ ਮੈਂ ਬੜਾ ਖੁਸ਼ ਸੀ, ਆਈ ਵਾਜ਼ ਵੈਰੀ ਹੈਪੀ ਟੂ ਸੀ ਵੀ ਇਹਨਾਂ ਨੇ ਨਵਾਂ ਮੰਤਰੀ ਬਣਾਇਆ ਐਡਿਕਸ਼ਨ ਦਾ ਤੇ ਮੈਂਟਲ ਹੈਲਥ ਦਾ, ਉਹ ਵੀ ਫਿਜ਼ੀਸ਼ੀਅਨ ਨੇ ਜੀ। ਸੋ ਚੰਗੇ ਕੰਮ ਹੋ ਰਹੇ ਨੇ, ਬਟ ਹਰ ਚੀਜ਼ ਦਾ ਰਿਜ਼ਲਟ ਇੱਕਦਮ ਨਹੀਂ ਮਿਲਦਾ, ਥੋੜਾ ਟਾਈਮ ਲੱਗਦਾ ਜੀ। ਸੋ ਆਈ ਹੋਪ ਦੈਟ ਸਮਡੇ ਯੂ ਆਰ ਫੇਮਸ, ਯੂ ਵਿਲ ਡੂ ਪ੍ਰੋਬਬਲੀ ਬੈਟਰ ਜੌਬ। ਜੀ, ਸੋ ਤੁਸੀਂ ਸਮਾਂ ਕੱਢਿਆ, ਖੁੱਲ੍ਹ ਕੇ ਗੱਲਾਂ ਬਾਤਾਂ ਕੀਤੀਆਂ, ਸੋ ਸਾਰਾ ਤਜਰਬਾ ਮੈਨੂੰ ਲੱਗਦਾ ਕਿ ਜੋ ਲੋਕ ਸੁਣਨਗੇ ਤਾਂ ਬਹੁਤ ਸਾਰੇ ਲੋਕਾਂ ਨੂੰ ਮੋਟੀਵੇਸ਼ਨ ਮਿਲੇਗੀ। ਸੋ ਬਹੁਤ ਬਹੁਤ ਧੰਨਵਾਦ ਤੇ ਇੱਕ ਵਾਰ ਫੇਰ ਮੁਬਾਰਕਬਾਦ ਇਸ ਇਤਿਹਾਸਕ ਜਿਹੜੀ ਪ੍ਰਾਪਤੀ ਲਈ। ਆਈ ਐਮ ਵੈਰੀ ਗ੍ਰੇਟਫੁਲ ਵੀ ਮੇਰੇ ਨਾਲ ਗੱਲ ਕੀਤੀ ਖੁੱਲ੍ਹ ਕੇ। ਇਹ ਮੈਂ ਗੱਲ ਇਸ ਤਰ੍ਹਾਂ ਹੀ ਕੀਤੀ ਸ਼ੁਰੂ ਤੋਂ। ਮੇਰੀ ਗੱਲ ਦੇ ਵਿੱਚ ਵੀ ਕਈ ਵਾਰੀ ਹੋ ਸਕਦਾ ਵੀ ਕਿਤੇ ਨਾ ਕਿਤੇ ਜਿਨ੍ਹਾਂ ਨੂੰ ਕੋਈ ਪਰੇਸ਼ਾਨੀ ਹੋਣੀ ਹੈ ਸੁਣ ਕੇ, ਉਹਨਾਂ ਵਾਸਤੇ ਇਹ ਗੱਲਾਂ ਨੇ ਮੇਰੀਆਂ, ਜਿਨ੍ਹਾਂ ਨੇ ਪਰੇਸ਼ਾਨ ਹੋਣਾ, ਕਿਉਂਕਿ ਉਹ ਲੋਕਾਂ ਨੂੰ ਪਰੇਸ਼ਾਨ ਕਰਦੇ ਨੇ। ਬਾਕੀ ਆਪਾਂ ਇਸ ਮੁਲਕ ਲਈ ਕੰਮ ਕਰੀਏ। ਸਾਰਿਆਂ ਨੂੰ ਮੈਂ ਸਤਿ ਸ਼੍ਰੀ ਅਕਾਲ ਬੁਲਾਉਣਾ, ਗੁੱਡ ਈਵਨਿੰਗ। ਅਤੇ ਜਿਹੜੇ ਪ੍ਰੋਗਰਾਮ ਵੇਖਣ ਵਾਲੇ ਪੰਜਾਬ ਦੇ ਵਿੱਚ ਜਿਹੜੇ ਆਉਣ ਵਾਲੇ ਲੋਕ ਨੇ, ਉਹਨਾਂ ਨੂੰ ਇੱਕੋ ਹੀ ਬੱਚਿਆਂ ਨੂੰ ਕਹਾਂਗਾ ਕਿ ਜਦੋਂ ਤੁਸੀਂ ਆਉਣਾ ਤਾਂ ਸੋਚ ਕੇ ਆਓ ਵੀ ਮਿਹਨਤ ਕਰਨੀ ਪੈਣੀ ਹੈ, ਕੰਮ ਕਰਨਾ ਪੈਣਾ, ਐਡਜਸਟ ਕਰਨਾ ਪੈਣਾ, ਥੋੜ੍ਹਾ ਜਿਹਾ ਬਦਲਣਾ ਪੈਣਾ, ਅਤੇ ਆ ਕੇ ਦੇਸ਼ ਨੂੰ ਵੀ, ਇਸ ਦੇਸ਼ ਵਾਸਤੇ ਵੀ ਇਮਾਨਦਾਰੀ ਕਰਨੀ ਪੈਣੀ ਹੈ। ਅਤੇ ਉਹ ਆ ਕੇ ਅਤੇ ਜਿੱਥੋਂ ਆਏ ਆ ਉਹਨਾਂ ਨੂੰ ਵੀ ਆਪਾਂ ਨੂੰ 24 ਘੰਟੇ ਕਿੰਤੂ ਪਰੰਤੂ ਨਹੀਂ ਕਰ ਸਕਦੇ। ਜੀ, ਬਹੁਤ ਬਹੁਤ ਧੰਨਵਾਦ ਜੀ। ਸੋ ਇਹ ਸਨ ਸਾਡੇ ਨਾਲ ਡਾਕਟਰ ਗੁਲਜ਼ਾਰ ਚੀਮਾ ਹੁਣੀ। ਸੋ ਉਹਨਾਂ ਨੇ ਬਹੁਤ ਖੁੱਲ੍ਹ ਕੇ ਬੜੀ ਬੇਬਾਕੀ ਨਾਲ ਜਿਹੜੀਆਂ ਆਪਣੀਆਂ ਯਾਦਾਂ ਸਾਂਝੀਆਂ ਕੀਤੀਆਂ ਨੇ। ਉਹ ਦੌਰ ਦੱਸਿਆ ਕਿ ਜਦੋਂ ਉਹਨਾਂ ਨੂੰ ਦੇਖ ਕੇ ਦਰਵਾਜ਼ਾ ਜਿਹੜਾ ਉਹ ਭੀੜ ਲੈ ਜਾਂਦਾ ਸੀ, ਅਤੇ ਅੱਜ ਉਹਨਾਂ ਦੇ ਨਾਮ 'ਤੇ ਉਸੇ ਸ਼ਹਿਰ ਦੇ ਵਿੱਚ ਜਿਹੜੀ ਆ ਸੜਕ ਦਾ ਨਾਮ ਜਿਹੜਾ ਰੱਖਿਆ ਗਿਆ। ਸੋ ਇੱਕ ਸਫ਼ਰ ਆ, ਲੰਬਾ ਸਫ਼ਰ ਆ, ਕੁਝ ਵੀ ਉਹ ਕਹਿੰਦੇ ਕਿ ਰਾਤੋਂ ਰਾਤ ਨਹੀਂ ਮਿਲਦਾ। ਸੋ ਜਿਹੜੇ ਆਉਂਦੇ ਨੇ, ਨਵੇਂ ਵੀ ਆਏ ਨੇ ਜਾਂ ਜਿਹੜੇ ਪੁਰਾਣੇ ਵੀ ਨੇ, ਸਭ ਨੂੰ ਮਿਲ ਜੁਲ ਕੇ ਰਹਿਣ ਦੀ ਵੀ ਉਹਨਾਂ ਨੇ ਅਪੀਲ ਕੀਤੀ ਆ। ਸੋ ਉਮੀਦ ਕਰਦੇ ਹਾਂ ਕਿ ਇਸ ਇੰਟਰਵਿਊ ਦੇ ਵਿੱਚੋਂ ਤੁਹਾਨੂੰ ਵੀ ਬਹੁਤ ਕੁਝ ਜਿਹੜਾ ਸਿੱਖਣ ਨੂੰ ਮਿਲਿਆ ਹੋਵੇਗਾ। ਸੋ ਇਸੇ ਤਰੀਕੇ ਦੇ ਜਿਹੜੇ ਹੋਰ ਸ਼ਖਸੀਅਤਾਂ ਨਾਲ ਅਸੀਂ ਮਿਲਣ ਦਾ ਸਿਲਸਿਲਾ ਜਾਰੀ ਰੱਖਾਂਗੇ। ਤੁਸੀਂ ਦੇਖਦੇ ਰਹੋ ਟੀਵੀ ਪੰਜਾਬ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਪੂਰਾ ਟੈਕਸਟਾਈਲ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।